अर्निंग पर शेयर 'ਚ ਆਪਾਂ ਇਹ ਗੱਲ ਕੀਤੀ ਸੀਗੀ ਕਿ ਆਪਾਂ ਦੋ ਐਗਜ਼ਾਮਪਲਸ ਲਈਆਂ ਸੀ ਕਿ ਇੱਕ ਮੰਨ ਲਓ ਟਾਟਾ ਮੋਟਰਸ ਹੈ, ਠੀਕ ਹੈ, ਇੱਕ ਮਹਿੰਦਰਾ ਐਂਡ ਮਹਿੰਦਰਾ ਹੈ, ਦੋਵਾਂ ਦਾ ਸ਼ੇਅਰ 500 ਰੁਪਏ ਦਾ, ਠੀਕ, ਤੇ ਜਿਹੜੀ ਟਾਟਾ ਦੀ ਮੰਨ ਲਓ ਨਾ ਟਾਟਾ ਮੋਟਰਸ ਹੈ ਉਹਦੀ ਜਿਹੜੀ ਅਰਨਿੰਗ ਪਰ ਸ਼ੇਅਰ ਹੈਗੀ ਹੈ ਉਹ 20 ਰੁਪਏ ਹੈ, ਜਿਹੜਾ ਮਹਿੰਦਰਾ ਐਂਡ ਮਹਿੰਦਰਾ ਹੈ ਉਹ ਵੀ 500 ਦਾ, ਪਰ ਉਹਦੀ ਅਰਨਿੰਗ ਪਰ ਸ਼ੇਅਰ ਜਿਹੜੀ 10 ਰੁਪਏ ਹੈ, ਠੀਕ। अर्निंग पर शेयर की ਹੁੰਦਾ ਕਿ ਕੰਪਨੀ ਦੀ ਟੋਟਲ ਪ੍ਰੋਫਿਟ ਕਿੰਨਾ, ਪ੍ਰੋਫਿਟ ਨੂੰ ਆਪਾਂ ਕੀ ਕਰਦੇ ਹਾਂ ਨੰਬਰ ਆਫ ਸ਼ੇਅਰਸ ਨਾਲ ਡਿਵਾਈਡ ਕਰ ਦਿੰਦੇ ਆ ਕਿ ਜਿੰਨੇ ਵੀ ਨੰਬਰ ਆਫ ਸ਼ੇਅਰਸ ਨੂੰ ਡਿਵਾਈਡ ਕਰਕੇ ਆਪਾਂ ਦੇਖਿਆ ਕਿ अर्निंग पर शेयर ਜਿਹੜੀ ਹੈ ਟਾਟਾ ਮੋਟਰ ਦਾ 500 ਰੁਪਏ ਦਾ ਸ਼ੇਅਰ ਹੈ ਤਾਂ ਉਹ ਆਪਾਂ ਨੂੰ 20 ਰੁਪਏ ਉਹਦੀ अर्निंग पर शेयर ਹੈ, ਤੇ ਜਦੋਂ ਆਪਾਂ ਮਹਿੰਦਰਾ ਦੇਖਦੇ ਹੈ ਤਾਂ ਉਹ ਵੀ 500 ਰੁਪਏ ਦੀ ਸ਼ੇਅਰ ਹੈ ਪਰ ਉਹਦੀ अर्निंग पर शेयर ਜਿਹੜੀ ਹੈ 10 ਰੁਪਏ ਹੈ। ਹੁਣ ਆਪਾਂ ਨੂੰ ਕਿਹੜੀ ਚੀਜ਼ ਚੰਗੀ ਲੱਗੇਗੀ ਇੱਥੇ, ਆਪਾਂ ਮਹਿੰਦਰਾ ਦਾ ਸ਼ੇਅਰ ਲਵਾਂਗੇ ਜਾਂ ਫਿਰ ਆਪਾਂ ਟਾਟਾ ਪਾਵਰ ਦਾ ਲਵਾਂਗੇ? ਜਿਹੜਾ 20 ਵਾਲਾ ਟਾਟਾ टाटा मोटर्स का ਆਪਾਂ ਉਹਦੇ ਸ਼ੇਅਰ ਲਵਾਂਗੇ ਕਿ ਉਹਦੀ अर्निंग पर शेयर ਜ਼ਿਆਦਾ ਹੈ। ਹੁਣ ਫਿਰ ਆਪਾਂ ਦੇਖਿਆ ਸਰ ਕਿ ਪੀਈ ਰੇਸ਼ੋ ਕੀ ਹੁੰਦੀ ਹੈ, ਪ੍ਰਾਈਸ ਟੂ अर्निंग ਰੇਸ਼ੋ ਜਿਹੜੀ ਹੁੰਦੀ ਹੈ, ਇਹਦੇ ਵਿੱਚ ਕੀ ਹੁੰਦਾ, ਇਹਨੂੰ ਆਪਾਂ ਕੀ ਕਰਦੇ ਹਾਂ ਜਿੰਨਾ ਵੀ ਮਾਰਕੀਟ ਦੇ ਵਿੱਚ ਉਹ ਸ਼ੇਅਰ ਦਾ ਰੇਟ ਚੱਲ ਰਿਹਾ, ਠੀਕ ਹੈ, ਤਾਂ ਆਪਾਂ ਉਹਨੂੰ ਕੀ ਕਰਦੇ ਹਾਂ ਈਪੀਐਸ ਨਾਲ अर्निंग पर शेयर ਨਾਲ ਡਿਵਾਈਡ ਕਰ ਦਿੰਦੇ ਹਾਂ। ਇਹ ਸਾਨੂੰ ਕੀ ਚੀਜ਼ ਦੱਸਦਾ ਹੈਗਾ, ਇਹਦੇ ਨਾਲ ਆਪਾਂ ਨੂੰ ਇਹ ਪਤਾ ਲੱਗਦਾ ਹੈਗਾ ਕਿ ਕੱਲ ਆਪਾਂ ਦੇਖਿਆ ਸੀਗਾ ਜਦੋਂ ਆਪਾਂ ਇਹ ਚੰਡੀਗੜ੍ਹ ਵਾਲੀ ਜ਼ਮੀਨ ਦੀ ਗੱਲ ਕੀਤੀ ਸੀਗੀ ਕਿ ਜਿਹੜੀ ਸੈਕਟਰ 17 ਹੈ ਉਹਦੇ ਚ ਔਨ ਐਨ ਐਵਰੇਜ, ਜਿਵੇਂ ਆਪਾਂ ਸੈਕਟਰ ਦੀ ਗੱਲ ਕੀਤੀ ਹੈ ਨਾ ਕਿ ਮੰਨ ਲਓ ਕੋਈ ਫਾਰਮਾਸਿਊਟੀਕਲਸ ਕੰਪਨੀ ਹੈ ਉਹਨਾਂ ਸਾਰਾ ਦਾ ਜਿਹੜਾ ਸੈਕਟਰ ਦੀ ਪੀਈ ਹੈ, ਠੀਕ ਹੈ, ਉਹ ਜੀ ਇੰਨੀ ਚੱਲ ਰਹੀ ਹੈ, ਇਸ ਵਾਲੀ ਕੰਪਨੀ ਦੀ ਇੰਨੀ ਚੱਲ ਰਹੀ ਹੈ। ਆਪਾਂ ਉੱਥੇ ਗੱਲ ਕੀਤੀ ਸੀਗੀ ਕਿ ਮੰਨ ਲਓ ਜੇ ਸੈਕਟਰ ਦੀ ਪੀਈ, ਠੀਕ ਹੈ, ਜ਼ਿਆਦਾ ਹੈ ਤੇ ਜਿਹੜਾ ਆਪਣਾ ਸਟਾਕ ਹੈ ਉਹਦੀ ਪੀਈ ਘੱਟ ਹੈ, ਠੀਕ, ਉਹ ਚੰਗੀ ਗੱਲ ਹੈ ਕਿ ਓਵਰਆਲ ਸੈਕਟਰ ਦੀ ਪੀ ਜ਼ਿਆਦਾ ਹੈ। ਆਪਾਂ ਦੇਖਿਆ ਕਿ ਸੈਕਟਰ ਜਿਹੜੀ 17 ਉਹਦੀ ਮਾਰਕੀਟ ਹੈ ਉਹਦੇ ਚ ਸਾਰੇ ਸ਼ੋਰੂਮ ਔਨ ਐਨ ਐਵਰੇਜ ਆਪਾਂ ਨੂੰ 4 ਕਰੋੜ ਦੇ ਮਿਲ ਰਿਹਾ, ਕੋਈ 4 ਕਰੋੜ 10 ਦਾ ਮਿਲ ਰਿਹਾ, ਕੋਈ 3 ਕਰੋੜ 90 ਲੱਖ ਦਾ ਮਿਲ ਰਿਹਾ, ਐਵਰੇਜ ਹੀ ਆਪਾਂ ਲਾ ਲਈ ਕਿ 4 ਕਰੋੜ ਦਾ ਸ਼ੋਰੂਮ ਮਿਲ ਜਾਂਦਾ। ਪਰ ਇੱਥੇ ਆਪਾਂ ਨੂੰ ਇੱਕ ਸ਼ੋਰੂਮ ਇਦਾਂ ਦਾ ਮਿਲਿਆ, ਠੀਕ ਹੈ, ਇੱਕ ਸ਼ੋਰੂਮ ਆਪਾਂ ਨੂੰ ਇਦਾਂ ਦਾ ਮਿਲਿਆ ਜਿਹੜਾ ਆਪਾਂ ਨੂੰ 3 ਕਰੋੜ ਚ ਮਿਲ ਰਿਹਾ ਸੀ, ਤਾਂ ਆਪਾਂ ਦੇਖਿਆ ਵੀ ਸੈਕਟਰ ਦੀ ਪੀ ਜਿਹੜੀ ਹੈ ਉਹ ਐਵਰੇਜ ਪੂਰੀ ਜ਼ਿਆਦਾ ਹੈ, ਪਰ ਆਪਣੇ ਵਾਲਾ ਜਿਹੜਾ ਸਟਾਕ ਹੈ ਜਾਂ ਆਪਣੇ ਵਾਲਾ ਜਿਹੜਾ ਸ਼ੋਰੂਮ ਹੈ ਉਹ ਆਪਾਂ ਨੂੰ ਸਸਤਾ ਮਿਲ ਰਿਹਾ 3 ਕਰੋੜ ਦਾ, ਤਾਂ ਆਪਾਂ ਉੱਥੋਂ ਇਹ ਅੰਦਾਜ਼ਾ ਲਗਾ ਸਕਦੇ ਸੀ ਕਿ ਚਲ ਠੀਕ ਹੈ ਯਾਰ ਇਹ 3 ਕਰੋੜ ਦਾ ਸ਼ੋਰੂਮ ਮਿਲ ਰਿਹਾ ਹੈਗਾ, ਤੁਸੀਂ ਇਹ ਲੈ ਲਓ ਕਿਉਂਕਿ ਇਹਨੇ ਔਨ ਐਵਰੇਜ 4 ਕਰੋੜ ਦੀ ਕੀਮਤ ਹੈਗੀ ਹੈ, 3 ਕਰੋੜ ਦਾ ਲੈ ਲਓ, ਅੱਜ ਨਹੀਂ ਤਾਂ ਕੱਲ ਇਹਨੇ 4 ਕਰੋੜ ਦਾ ਹੋ ਹੀ ਜਾਣਾ ਇੱਥੇ, ਠੀਕ ਹੈ। ਪਹਿਲਾ ਸਿਨਾਰੀਓ ਇਹ ਸੀਗਾ। ਫਿਰ ਆਪਾਂ ਦੂਜੀ ਗੱਲ ਕੀਤੀ, ਇਹ ਵੀ ਹੋ ਸਕਦਾ ਹੈ ਕਿ ਉਹ ਜਿਹੜਾ ਸ਼ੋਰੂਮ ਹੈ ਉਹ ਰੌਲੇ ਵਾਲਾ ਹੋਵੇ, ਝਗੜੇ ਵਾਲਾ ਹੋਵੇ, ਠੀਕ ਹੈ, ਜਾਂ ਉਹਦੇ ਓਨਰ ਹੀ ਇੰਨੇ ਹੋਣ ਕਿ ਉਹ ਅੱਜ ਆਪਣੇ ਨਾਮ ਹੀ ਨਾ ਚੜ ਸਕਦਾ ਹੋਵੇ ਜਾਂ ਉਹਨੂੰ ਕੋਈ ਲੀਗਲ ਐਕਸ਼ਨ ਲਿਆ ਗਿਆ ਹੋਵੇ। ਮੰਨ ਲਓ ਕਿ ਉਹੀ ਗੱਲ ਵੀ ਕੰਪਨੀ ਦਾ ਪ੍ਰੋਫਿਟ ਹੀ ਘਟਦਾ ਜਾ ਰਿਹਾ ਹਰ ਸਾਲ, ਜੇ ਕੰਪਨੀ ਦਾ ਪ੍ਰੋਫਿਟ ਘਟਦਾ ਜਾ ਰਿਹਾ ਤਾਂ ਉਹਦਾ ਪੀਈ ਵੀ ਘਟਦਾ ਜਾਏਗਾ। ਤਾਂ ਆਪਾਂ ਜੇ ਦੋ ਚੀਜ਼ਾਂ ਦੇਖਣੀਆਂ ਨੇ ਕਿ ਜੇ ਆਪਣੀ ਜਿਹੜੀ ਸਟਾਕ ਹੈ ਉਹਦਾ ਪੀਈ ਸੈਕਟਰ ਦੇ ਨਾਲੋਂ ਘੱਟ ਹੈ ਤੇ ਲੋਕ ਬੇਸਿਕਲੀ ਇਹਨੂੰ ਵਧੀਆ ਮੰਨਦੇ ਆ, ਕੋਈ ਗੱਲ ਨਹੀਂ ਆਪਾਂ ਨੂੰ ਚੰਗੀ ਚੀਜ਼ ਸਸਤੇ 'ਚ ਮਿਲ ਰਹੀ ਹੈ, ਬਟ ਕਿਤੇ ਇਹ ਨਾ ਹੋਵੇ ਕਿ ਰੌਲੇ ਵਾਲੀ ਚੀਜ਼ ਹੋਵੇ, ਠੀਕ ਹੈ। ਜਦੋਂ ਵੀ ਆਪਾਂ ਇਹ ਦੇਖਦੇ ਆ ਕਿ ਸੈਕਟਰ ਦੇ ਨਾਲੋਂ ਪੀ ਘੱਟ ਹੈ ਤਾਂ ਆਪਾਂ ਇਹਨੂੰ ਪਹਿਲੀ ਨਜ਼ਰ 'ਚ ਆਪਾਂ ਇਹ ਦੇਖਾਂਗੇ ਕਿ ਠੀਕ ਹੈ, ਸਹੀ ਹੈ, ਕੋਈ ਗੱਲ ਨਹੀਂ, ਸਾਨੂੰ ਸੈਕਟਰ ਦੀ ਪੀ ਜ਼ਿਆਦਾ ਹੈ, ਸਾਡੇ ਸਟਾਕ ਦੀ ਘੱਟ ਹੈ, ਇਹ ਚੰਗੀ ਗੱਲ ਹੈ, ਬਟ ਕਿਤੇ ਇਹ ਘੱਟ ਇਸ ਕਰਕੇ ਤਾਂ ਨਹੀਂ ਕਿ ਕੰਪਨੀ ਪ੍ਰੋਫਿਟ ਨਹੀਂ ਕਮਾ ਰਹੀ। ਫਿਰ ਆਪਾਂ ਜਦੋਂ ਵੀ ਆਪਾਂ ਨੂੰ ਇਹ ਘੱਟ ਨਜ਼ਰ ਆਊਗੀ ਤਾਂ ਆਪਾਂ ਨਾਲ ਦੀ ਨਾਲ ਦੂਜੀ ਚੀਜ਼ ਚੈੱਕ ਕਰਨੀ ਹੈ ਕਿ ਜਿਹੜਾ ਕੰਪਨੀ ਦਾ अर्निंग पर शेयर ਹੈ ਉਹ ਹਰ ਸਾਲ ਵੱਧ ਰਿਹਾ, ਕੰਪਨੀ ਦਾ ਜਿਹੜਾ ਪ੍ਰੋਫਿਟ ਹੈ ਉਹ ਹਰ ਸਾਲ ਵੱਧ ਰਿਹਾ। ਜੇ ਕੰਪਨੀ ਦਾ ਪ੍ਰੋਫਿਟ ਹਰ ਸਾਲ ਵੱਧ ਰਿਹਾ, ਕੰਪਨੀ ਦਾ अर्निंग पर शेयर ਹਰ ਸਾਲ ਵੱਧ ਰਿਹਾ, ਪਰ ਫਿਰ ਵੀ ਜਿਹੜੀ ਪੀ ਹੈ ਉਹ ਸੈਕਟਰ ਦੇ ਨਾਲੋਂ ਘੱਟ ਹੈ ਤੇ ਬਹੁਤ ਵਧੀਆ ਗੱਲ ਹੈ, ਠੀਕ ਹੈ। ਪਰ ਆਪਾਂ ਦੇਖਿਆ ਕਿ ਕੰਪਨੀ ਦਾ ਸੈਕਟਰ ਦੇ ਨਾਲੋਂ ਪੀ ਘੱਟ ਹੈ ਪਰ ਹਰ ਸਾਲ ਉਹਦਾ ਪ੍ਰੋਫਿਟ ਵੀ ਘਟਦਾ ਜਾ ਰਿਹਾ, ਉਹਦੀ अर्निंग पर शेयर ਵੀ ਘਟਦੀ ਜਾ ਰਹੀ ਹੈ, ਤਾਂ ਇਹ ਚੀਜ਼ ਬੁਰੀ ਹੈ। ਹੁਣ ਗੱਲ ਕਲੀਅਰ ਹੋਈ ਸਰ? ਹਾਂਜੀ ਸਰ। ਤੁਸੀਂ ਬਸ ਇੱਕ ਸਿੰਪਲ ਜਿਹੀ ਚੀਜ਼ ਦੇਖਣੀ ਹੈ ਕਿ ਸੈਕਟਰ ਦੇ ਨਾਲੋਂ ਜਦੋਂ ਵੀ ਪੀ ਘੱਟ ਹੁੰਦੀ ਹੈ ਤਾਂ ਤੁਸੀਂ ਨਾਲ ਦੀ ਨਾਲ ਉਹਦਾ ਚੈੱਕ ਕਰਨਾ ਕਿ ਇਹਦੇ अर्निंग पर शेयर ਵੱਧਦਾ ਜਾ ਰਿਹਾ, ਇਹਦੀ ਪ੍ਰੋਫਿਟ ਵੱਧਦਾ ਜਾ ਰਿਹਾ, ਤਾਂ ਉਹ ਚੀਜ਼ ਸਹੀ ਹੈ। ਜੇ ਪੀ ਘੱਟ ਹੈ, ਈਪੀਐਸ ਵੀ ਘੱਟ ਹੈ, ਉਹਦਾ ਪ੍ਰੋਫਿਟ ਵੀ ਘਟਦਾ ਜਾ ਰਿਹਾ, ਫਿਰ ਉਹ ਚੀਜ਼ ਗਲਤ ਹੈ, ਠੀਕ ਹੈ। ਤੇ ਇੱਕ ਚੀਜ਼ ਆਪਾਂ ਕੀਤੀ ਵੀ ਜੇ ਮੰਨ ਲਓ ਸੈਕਟਰ ਦੇ ਨਾਲੋਂ ਪੀ ਵੱਧ ਹੋ ਜੇ, ਠੀਕ ਹੈ। ਹੁਣ ਮੰਨ ਲਓ ਆਪਾਂ ਬੈਂਕਸ ਦੀ ਗੱਲ ਕਰਦੇ ਹਾਂ, ਤੁਹਾਨੂੰ ਸਭ ਤੋਂ ਵਧੀਆ ਬੈਂਕ ਕਿਹੜਾ ਨਜ਼ਰ ਆਉਂਦਾ ਹੈ? HDFC। ਹੁਣ ਜਦੋਂ ਤੁਸੀਂ ਸੈਕਟਰ ਦੀ ਪੀਈ ਦੀ ਗੱਲ ਕਰੋਗੇ ਸਾਰੇ ਬੈਂਕਾਂ ਨੂੰ ਰਲਾ ਕੇ ਜਿਹੜੀ ਪੀਈ ਹੈ ਉਹ ਘੱਟ ਹੈ, ਠੀਕ ਹੈ, ਐਵਰੇਜ ਘੱਟ ਹੈ, ਪਰ ਇਕੱਲੇ HDFC ਬੈਂਕ ਦੀ ਪੀਈ ਸੈਕਟਰ ਦੇ ਨਾਲੋਂ ਜ਼ਿਆਦਾ ਹੈ। ਹੁਣ ਦੱਸੋ ਵੀ ਇਹ ਕੀ ਚੀਜ਼ ਚੰਗੀ ਹੈ ਕਿ ਮਾੜੀ ਹੈ? ਕਿਉਂਕਿ ਉੱਥੇ ਆਪਾਂ ਨੂੰ ਪਤਾ ਕਿ HDFC ਬੈਂਕ ਬਹੁਤ ਵਧੀਆ ਕੰਮ ਕਰ ਰਿਹਾ ਤਾਂ ਉਹ ਆਗੇ ਸੈਕਟਰ ਤੋਂ ਵੀ ਅੱਗੇ ਨਿਕਲ ਚੁੱਕਿਆ, ਠੀਕ ਹੈ। ਇਹ ਚੀਜ਼ ਚੰਗੀ ਮੰਨੀ ਜਾਂਦੀ ਹੈ ਕਿ ਵੈਸੇ
ਸੈਕਟਰ ਦੇ ਬਰਾਬਰ ਜੇ ਹੋਵੇ ਤਾਂ ਚੰਗਾ ਗੱਲ ਹੈ, ਪਰ ਕੋਈ ਇੱਕ ਅੱਧੀ ਕੰਪਨੀ ਇਦਾਂ ਦੀ ਹੁੰਦੀ ਹੈ ਕਿ ਜਿਹੜੀ ਬਹੁਤ ਵਧੀਆ ਕੰਮ ਕਰਦੀ ਹੈ, ਜਿਹੜੀ ਮੋਨੋਪੋਲੀ ਦੇ ਵਿੱਚ ਆ ਗਈ, ਤਾਂ ਆਬਵੀਅਸ ਉਹਦੀ ਪੀਈ ਫਿਰ ਬਾਕੀਆਂ ਨਾਲੋਂ ਜ਼ਿਆਦਾ ਹੋ ਜਾਂਦੀ ਹੈ, ਕਈ ਵਾਰੀ ਸੈਕਟਰ ਤੋਂ ਵੀ ਜ਼ਿਆਦਾ ਹੋ ਜਾਂਦੀ ਹੈ। ਠੀਕ ਹੈ ਸਰ। ਕਲੀਅਰ ਜੀ? ਹੁਣ ਆਪਾਂ ਅੱਗੇ ਕਰੀਏ ਆਪਾਂ ਅੱਜ। ਹਾਂਜੀ ਓਕੇ ਸਰ, ਕੱਲ ਆਪਾਂ ਨਾ ਇੱਕ ਕਾਰਪੋਰੇਟ ਐਕਸ਼ਨਸ ਕੀਤੇ ਸੀ, ਅੱਜ ਥੋੜਾ ਜਿਹਾ ਆਪਾਂ ਉਹਨਾਂ ਬਾਰੇ ਇੱਕ ਵਾਰੀ ਦੁਬਾਰਾ ਚਰਚਾ ਕਰ ਲੈਂਦੇ ਹਾਂ। ਠੀਕ ਹੈ, ਅੱਜ ਮੈਂ ਨਹੀਂ ਦੱਸਣਾ, ਅੱਜ ਤੁਸੀਂ ਉਹਦੇ ਬਾਰੇ ਮੈਨੂੰ ਦੱਸੋਗੇ, ਮੈਂ ਆਪਾਂ ਥੋੜੇ ਜਿਹੇ 2-4 ਕੁਐਸਚਨਸ ਉਹਦੇ ਬਾਰੇ ਪੁੱਟ ਕਰਦੇ ਆ। ਠੀਕ ਹੈ, ਆਪਾਂ ਕੱਲ ਬੋਨਸ ਕੀਤਾ ਸੀ, ਇੱਕ ਵਾਰੀ ਰਿਵਾਈਜ਼ ਕਰ ਲੈਂਦੇ ਆ। ਬੋਨਸ ਕੋਈ ਦੱਸ ਸਕਦਾ ਮੈਨੂੰ ਕੀ ਚੀਜ਼ ਹੁੰਦੀ ਹੈ ਜੀ ਬੋਨਸ? ਸਰ ਕੰਪਨੀ ਜਦੋਂ ਪ੍ਰੋਫਿਟ 'ਚ ਹੁੰਦੀ ਹੈ ਤੇ ਉਹ ਸ਼ੇਅਰ ਜਿਹੜੇ ਆ ਉਹ ਇੱਕ ਦੇ ਬਦਲੇ ਜਿੱਦਾਂ ਇੱਕ ਰੇਸ਼ੀਓ ਦੇ ਹਿਸਾਬ ਨਾਲ ਦਿੰਦੀ ਆ, ਆਪਾਂ ਡਿਕਲੇਅਰ ਕਰ ਦਿੰਦੀ ਆ ਵੀ ਕਿੰਨੇ ਕਿੰਨੇ ਦੇਵਾਂਗੇ। ਹਾਂਜੀ, ਆਪਾਂ ਗੱਲ ਕੀਤੀ ਸੀ ਕਿ ਕੰਪਨੀ ਕੀ ਕਰਦੀ ਹੈ, ਬੋਨਸ ਸ਼ੇਅਰ ਦੇ ਦਿੰਦੀ ਹੈਗੀ ਹੈ। ਠੀਕ ਹੈ, ਉਹ ਡਿਪੈਂਡ ਕਰਦਾ 1:1 ਦੇ ਹਿਸਾਬ ਨਾਲ ਦੇ ਰਹੀ ਹੈ ਜਾਂ 1:2 ਦੇ ਹਿਸਾਬ ਨਾਲ ਦੇ ਰਹੀ ਹੈ, ਇਹ ਕੰਪਨੀ ਦੀ ਮਰਜ਼ੀ ਹੋਏਗੀ ਕਿ ਕੰਪਨੀ ਉਸ ਚੀਜ਼ ਨੂੰ ਕਿੱਦਾਂ ਲੈ ਕੇ ਚੱਲਦੀ ਹੈ। ਠੀਕ ਹੈ ਜੀ, ਫਿਰ ਆਪਾਂ ਗੱਲ ਕੀਤੀ ਸੀ ਬੋਨਸ ਤੋਂ ਬਾਅਦ ਸਪਲਿਟ। ਹੁਣ ਮੈਨੂੰ ਦੱਸੋ ਕਿ ਜਦੋਂ ਸਪਲਿਟ ਹੁੰਦਾ ਹੈ, ਠੀਕ ਹੈ, ਸਪਲਿਟ ਦੇ ਵਿੱਚ ਆਪਾਂ ਗੱਲ ਕੀਤੀ, ਸਪਲਿਟ ਕੀ ਹੁੰਦਾ ਕਿ ਆਪਣਾ ਹੀ ਸ਼ੇਅਰ ਕੰਪਨੀ ਪਾਰਟਸ ਦੇ ਵਿੱਚ ਡਿਵਾਈਡ ਕਰ ਦਿੰਦੀ ਹੈ। ਠੀਕ ਹੈ ਜੀ, ਤੀਜੀ ਆਪਾਂ ਗੱਲ ਕੀਤੀ ਸੀ ਰਾਈਟ ਟੂ ਇਸ਼ੂ। ਰਾਈਟ ਟੂ ਇਸ਼ੂ ਕਿ ਜਿਨ੍ਹਾਂ ਕੋਲੇ ਆਲਰੇਡੀ ਸ਼ੇਅਰ ਹੈਗੇ ਉਸ ਕੰਪਨੀ ਦੇ, ਉਹ ਉਹਨਾਂ ਨੂੰ ਹੋਰ ਸ਼ੇਅਰ ਦੇ ਦਿੰਦੀ ਹੈ ਪਰ ਪੈਸੇ ਲੈ ਕੇ। ਇਹ ਤਿੰਨ ਗੱਲਾਂ ਕਲੀਅਰ ਹੈ ਜੀ? ਹਾਂਜੀ। ਹੁਣ ਫਿਰ ਮੈਨੂੰ ਦੱਸੋ, ਪਹਿਲਾਂ ਆਪਾਂ ਬੋਨਸ ਸ਼ੇਅਰ ਦੀ ਗੱਲ ਕਰਦੇ ਹਾਂ। ਜਦੋਂ ਕੰਪਨੀ ਬੋਨਸ ਸ਼ੇਅਰ ਦੇਊਗੀ ਤਾਂ ਇਹ ਦੱਸੋ ਜਿਹੜਾ ਕੰਪਨੀ ਦੀ ਫੇਸ ਵੈਲਿਊ ਹੈ ਉਹ ਵਧੂਗੀ ਕਿ ਘਟੂਗੀ ਕਿ ਸੇਮ ਰਹੂਗੀ? ਵਧੇਗੀ। ਸੇਮ ਰਹੂਗੀ। ਘਟੂਗੀ ਸਰ ਫੇਸ ਵੈਲਿਊ। ਇਹ ਕੰਪਨੀ ਬੋਨਸ ਦੇ ਵਿੱਚ ਸ਼ੇਅਰ ਦੇਊਗੀ। ਹਾਂਜੀ ਦੱਸੋ ਬਾਕੀ। ਸਰ ਵਧੇਗੀ, ਸਰ ਸੇਮ ਮਤਲਬ ਰਹੂ। ਪੁਆਇੰਟ ਸਰ ਸੇਮ ਹੀ ਇਹਦਾ ਰਹੂਗੀ ਸਰ, ਪਿੱਛੇ ਜੋ ਸਪਲਿਟ ਮੈਂ ਚ ਚੇਂਜ ਹੋਊਗੀ। ਜਦੋਂ ਵੀ ਜੋ ਕੰਪਨੀ ਬੋਨਸ ਦੇ ਵਿੱਚ ਸ਼ੇਅਰ ਦੇਊਗੀ ਤਾਂ ਉਹਦੀ ਫੇਸ ਵੈਲਿਊ ਹਮੇਸ਼ਾ ਸੇਮ ਰਹੂਗੀ, ਕਿਉਂਕਿ ਉਹ ਫੇਸ ਵੈਲਿਊ ਨਾਲ ਕੋਈ ਛੇੜਛਾੜ ਕਰ ਹੀ ਨਹੀਂ ਰਹੀ, ਉਹਨੇ ਬੋਨਸ ਦਿੱਤਾ ਹੈ। ਠੀਕ ਹੈ, ਤਾਂ ਬੋਨਸ ਦੇ ਵਿੱਚ ਫੇਸ ਵੈਲਿਊ ਹਮੇਸ਼ਾ ਸੇਮ ਰਹਿੰਦੀ ਹੈ। ਅੱਛਾ, ਜਿਹੜੀ ਇਕੁਇਟੀ ਸ਼ੇਅਰ ਕੈਪੀਟਲ ਹੈ ਇਹ ਵਧੂ ਕਿ ਘਟੂ? ਇਹ ਸੇਮ ਰਹੇਗੀ। ਸਰ ਵਧੂਗੀ। ਸੇਮ ਕਿ ਵਧੂਗੀ? ਸਰ ਵਧੂਗੀ ਜੇ ਬੋਨਸ ਦਊਗੀ ਉਹ ਤੇ। ਵਧੂਗੀ ਸਰ। ਹੁਣ ਜੇ ਮੈਨੂੰ ਇਹ ਦੱਸੋ ਸਰ, ਇਕੁਇਟੀ ਸ਼ੇਅਰ ਕੈਪੀਟਲ ਕਿਹਨੂੰ ਕਹਿੰਦੇ ਆ ਜੀ? ਸਰ ਜਿਹੜੀ ਨਹੀਂ ਸਰ ਸ਼ੇਅਰ ਨਹੀਂ ਸੇਮ ਰਹੇਗੀ, ਇਕੁਇਟੀ ਸ਼ੇਅਰ ਕਿਉਂ ਕੈਪੀਟਲ ਕਿਉਂਕਿ ਜਦੋਂ ਮਾਰਕੀਟ ਦੇ ਵਿੱਚ ਉਹਨਾਂ ਨੇ ਸ਼ੇਅਰ ਇਸ਼ੂ ਕੀਤੇ ਸੀਗੇ, ਉਹਦੇ ਉੱਤੇ ਪ੍ਰੋਫਿਟ ਆਇਆ, ਪ੍ਰੋਫਿਟ ਪੈਸਾ ਨਹੀਂ ਦਿੱਤਾ ਤਾਂ ਉਹ ਬੋਨਸ ਸ਼ੇਅਰ ਉਹਨਾਂ ਨੂੰ ਦੇਤੇ। ਇਹਦੇ ਨਾਲ ਇਕੁਇਟੀ ਤਾਂ ਵਧੀ ਨਹੀਂ, ਜਿੰਨੇ ਸ਼ੇਅਰ ਮਾਰਕੀਟ ਸੀ ਉਹਨੇ ਹੀ ਨੇ, ਉਹਨਾਂ ਤਾਂ ਬੋਨਸ ਪੈਸੇ ਦੇਣੇ ਸੀ, ਸ਼ੇਅਰ ਦੇਤੇ। ਇਕੁਇਟੀ ਸ਼ੇਅਰ ਕੈਪੀਟਲ ਦਾ ਮਤਲਬ ਸੀ ਕਿ ਕੰਪਨੀ ਨੇ ਆਪਣੇ ਸ਼ੇਅਰ ਵੇਚ ਕੇ ਪੈਸਾ ਇਕੱਠਾ ਕੀਤਾ ਸੀ, ਕੰਪਨੀ ਕੋਲੇ ਪੈਸਾ ਆਇਆ ਸੀ, ਹਨਾ। ਜਦੋਂ ਕੰਪਨੀ ਨੇ ਬੋਨਸ ਸ਼ੇਅਰ ਦਿੱਤੇ, ਕੀ ਕੰਪਨੀ ਦੇ ਕੋਲੇ ਪੈਸਾ ਆਇਆ? ਹਾਂਜੀ ਨਹੀਂ। ਸਰ, ਫਿਰ ਦੁਬਾਰਾ ਤੋਂ ਪੈਸਾ ਆਇਆ ਤਾਂ ਇਕੁਇਟੀ ਫਿਰ ਵੱਧ ਗਈ। ਸਰ ਕੰਪਨੀ ਨੇ ਬੋਨਸ ਸ਼ੇਅਰ ਦੇਤੇ ਜੀ, ਕੀ ਕੰਪਨੀ ਕੋਲੇ ਪੈਸਾ ਆਇਆ? ਨਾ ਸਰ। ਨਹੀਂ ਆਇਆ, ਤਾਂ ਇੱਥੇ ਇਕੁਇਟੀ ਸ਼ੇਅਰ ਕੈਪੀਟਲ ਸੇਮ ਰਹੇਗੀ। ਠੀਕ ਹੈ, ਇਹ ਐਰੋ ਜਾਣਬੁੱਝ ਕੇ ਉੱਪਰ ਨੂੰ ਕੀਤਾ ਹੋਇਆ ਸੀ ਤਾਂ ਕਿ ਤੁਸੀਂ ਥੋੜਾ ਜਿਹਾ ਸੋਚੋ ਕਿ ਅੱਛਾ ਵਾਕਈ ਉੱਪਰ ਨੂੰ ਜਾਊਗਾ ਕਿ ਸੇਮ ਰਹੂਗਾ। ਧਿਆਨ ਦਿਓ, ਜਿੰਨਾ ਚਿਰ ਕੰਪਨੀ ਕੋਲੇ ਪੈਸਾ ਨਹੀਂ ਆਉਂਦਾ ਨਾ ਸ਼ੇਅਰ ਨੂੰ ਵੇਚ ਕੇ, ਉਹਨਾਂ ਚਿਰ ਦੀ ਇਕੁਇਟੀ ਸ਼ੇਅਰ ਕੈਪੀਟਲ ਨਹੀਂ ਵਧੇਗੀ। ਕਲੀਅਰ ਹੈ ਜੀ? ਸਰ ਇਕੁਇਟੀ ਸ਼ੇਅਰ ਮਤਲਬ ਕਿ ਜਿਹੜਾ ਕੰਪਨੀ ਜਿੱਦਾਂ ਸ਼ੇਅਰ ਵੇਚਣ ਦੀ ਹੈ ਕਿ ਜਾਂ ਇਹ ਬੋਨਸ ਦੇ ਤੌਰ ਤੇ ਦੇਣ ਦੀ ਹੈ, ਉਹ ਪ੍ਰੋਫਿਟ ਆਇਆ ਉਤੋਂ, ਪਰ ਇਕੁਇਟੀ ਸ਼ੇਅਰ ਦਾ ਮਤਲਬ ਤੇ ਆਪਣੇ ਸੈੱਲ ਕਰ ਕਹਿ ਸਕਦੇ ਹਾਂ। ਇਕੁਇਟੀ ਸ਼ੇਅਰ ਕੈਪੀਟਲ ਦਾ ਮਤਲਬ ਕੀ ਸੀ? ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਕੋਈ ਕੰਪਨੀ ਆਈਪੀਓ ਲੈ ਕੇ ਆਉਂਦੀ ਹੈ, ਆਪਦੇ ਸ਼ੇਅਰ ਵੇਚਦੀ ਹੈ, ਹਾਂਜੀ ਸਰ। ਸ਼ੇਅਰ ਵੇਚ ਕੇ ਪੈਸਾ ਚੱਕਦੀ ਹੈ ਮਾਰਕੀਟ ਚੋਂ। ਹਾਂਜੀ ਜਿਹੜਾ ਕੰਪਨੀ ਨੇ ਸ਼ੇਅਰ ਵੇਚ ਕੇ ਪੈਸਾ ਚੱਕਿਆ ਮਾਰਕੀਟ ਚੋਂ, ਉਹਨੂੰ ਆਪਾਂ ਕਹਿੰਦੇ ਆ ਇਕੁਇਟੀ ਸ਼ੇਅਰ ਕੈਪੀਟਲ। ਹਾਂਜੀ ਠੀਕ ਹੈ ਜੀ, ਹੁਣ ਜਦੋਂ ਕੰਪਨੀ ਨੇ ਬੋਨਸ ਦੇ ਵਿੱਚ ਆਪਦੇ ਸ਼ੇਅਰ ਦੇਤੇ, ਸ਼ੇਅਰ ਤਾਂ ਕੰਪਨੀ ਨੇ ਦੇਤੇ ਆਪਦੇ, ਕੀ ਉਹਨੂੰ ਪੈਸਾ ਆਇਆ ਮਾਰਕੀਟ ਚੋਂ? ਪਰ ਸਰ ਉਹ ਸ਼ੇਅਰ ਜਿਹੜੇ ਨੇ ਪਹਿਲਾਂ ਆਊਟਸਟੈਂਡਿੰਗ ਸ਼ੇਅਰ ਸੀ ਜਿਹੜੇ ਟੋਟਲ ਉਹਨੇ ਮਾਰਕੀਟ ਦਿੱਤੇ, ਉਹਦੇ ਵਿੱਚ ਉਹਨਾਂ ਦਿੱਤੇ ਕਿ ਜਾਂ ਨਵੇਂ ਇਸ਼ੂ ਕਰਕੇ ਦਿੱਤੇ? ਨਹੀਂ ਸਰ, ਉਹ ਬੋਨਸ ਕਿੱਥੋਂ ਦੇਗੀ? ਜਿਹੜੀ ਕੰਪਨੀ ਕੋਲੇ ਰਾਈਟ ਨਾਓ ਸ਼ੇਅਰ ਪਏ ਆ ਉਹਨਾਂ ਚੋਂ ਹੀ ਬੋਨਸ ਦੇਗੀ ਨਾ। ਓਕੇ ਓਕੇ ਠੀਕ ਹੈ ਸਰ, ਠੀਕ ਠੀਕ। ਠੀਕ ਹੈ ਨਾ, ਆਪਾਂ ਬੋਨਸ ਦੇ ਰਹੇ ਤਾਂ ਆਪਾਂ ਬੋਨਸ ਆਪਦੀ ਜੇਬ ਚੋਂ ਦੇਵਾਂਗੇ, ਆਪਾਂ ਕਿਸੇ ਕੋਲੋਂ ਲੈ ਕੇ ਥੋੜਾ ਦੇਵਾਂਗੇ। ਠੀਕ ਹੈ ਸਰ। ਠੀਕ ਹੈ, ਤਾਂ ਇੱਥੇ ਇਕੁਇਟੀ ਸ਼ੇਅਰ ਕੈਪੀਟਲ ਜਿਹੜੀ ਉਹ ਸੇਮ ਰਹੇਗੀ, ਨਾ ਵਧੇਗੀ ਨਾ ਘਟੇਗੀ। ਫਿਰ ਆਪਾਂ ਇਸ ਗੱਲ ਕੀਤੀ ਜੀ ਸਪਲਿਟ ਸ਼ੇਅਰ ਦੀ।
ਜਦੋਂ ਆਪਾਂ ਸ਼ੇਅਰ ਨੂੰ ਸਪਲਿਟ ਕਰਦੇ ਆ ਤਾਂ ਫੇਸ ਵੈਲਿਊ ਚੇਂਜ ਹੋਏਗੀ ਜਾਂ ਨਹੀਂ ਹੋਏਗੀ? ਹੋਏਗੀ, ਕਿਉਂਕਿ ਆਪਾਂ ਹਮੇਸ਼ਾ ਸਪਲਿਟ ਕਿਹੜੇ ਬੇਸਿਸ ਤੇ ਕਰਦੇ ਆ? ਫੇਸ ਵੈਲਿਊ ਦੇ ਬੇਸਿਸ ਤੇ। ਆਪਾਂ ਇਹ ਗੱਲ ਕੀਤੀ ਸੀ ਕਿ ਸਪਲਿਟ ਕਿੰਨੇ ਵਾਰੀ ਕੀਤਾ ਜਾ ਸਕਦਾ? ਜਿੰਨੀ ਉਸ ਕਿਸੇ ਕੰਪਨੀ ਦੀ ਫੇਸ ਵੈਲਿਊ ਹੈ। ਜਿਹਦੀ 10 ਫੇਸ ਵੈਲਿਊ ਹੈ ਤਾਂ ਸ਼ੇਅਰ ਨੂੰ 10 ਵਾਰੀ ਸਪਲਿਟ ਕੀਤਾ ਜਾ ਸਕਦਾ। ਜਿਹਦੀ 5 ਫੇਸ ਵੈਲਿਊ ਉਹਨੂੰ 5 ਵਾਰੀ ਸਰ ਸਪਲਿਟ ਇੱਕ ਕੀਤਾ ਜਾ ਡਾਊਟ ਸਕਦਾ। ਸੀਗਾ ਹਾਂਜੀ ਸਰ, ਜਿਵੇਂ ਉੱਪਰ ਸਰ ਜਦੋਂ ਕਿਹੜਾ ਜਦੋਂ ਬੋਨਸ ਦਊਗੀ ਸਰ, ਫਿਰ ਉਹਦਾ ਨੁਕਸਾਨ ਨਹੀਂ ਹੋਊਗਾ ਕੰਪਨੀ ਦਾ, ਫਿਰ ਇਕੁਇਟੀ ਡਿੱਗੂ ਵੀ ਨਹੀਂ? ਨਹੀਂ ਸਰ, ਇਕੁਇਟੀ ਦਾ ਤਾਂ ਕੋਈ ਫਰਕ ਹੀ ਨਹੀਂ ਪੈਣਾ ਨਾ। ਠੀਕ ਹੈ ਸਰ। ਠੀਕ ਹੈ, ਇਕੁਇਟੀ ਦੇ ਉੱਪਰ ਕੋਈ ਫਰਕ ਬੜੀ ਸਰ ਪਰਸੈਂਟੇਜ ਮਤਲਬ ਹਿੱਸੇਦਾਰੀ ਤਾਂ ਘਟ ਰਹੀ ਹੈ ਨਾ ਸਰ ਕੰਪਨੀ ਦੀ, ਵੈਸੇ ਜਦੋਂ ਠੀਕ ਹੈ ਬੋਨਸ ਸ਼ੇਅਰ ਦੇ ਰਹੀ ਹੈਗੀ ਹੈ, ਜੋ ਕੰਪਨੀ ਦਾ ਆਪਣਾ ਮਤਲਬ ਸਟੋਕ ਹੋਲਡ ਸੀ ਉਹ ਤਾਂ ਘਟੇ ਰਹੇ ਨਾ, ਹਿੱਸੇਦਾਰੀ ਤਾਂ ਕੰਪਨੀ ਦੀ ਆਪਣੀ ਤਾਂ ਘਟੇ ਰਹੀ ਹੈ ਨਾ ਹਾਂਜੀ ਜਦੋਂ ਬਿਲਕੁਲ। ਕੰਪਨੀ ਬੋਨਸ। ਹਾਂਜੀ ਓਕੇ ਸਰ, ਹੁਣ ਸਪਲਿਟ ਦੇ ਵਿੱਚ ਆਪਾਂ ਕਰਦੇ ਕਿ ਜਦੋਂ ਸਪਲਿਟ ਦੀ ਗੱਲ ਕੀਤੀ ਹੈ ਤਾਂ ਇਕੁਇਟੀ ਸ਼ੇਅਰ ਕੈਪੀਟਲ ਵਧੇਗੀ ਜਾਂ ਘਟੇਗੀ ਜਾਂ ਸੇਮ ਰਹੇਗੀ ਸਪਲਿਟ ਦੇ ਵਿੱਚ? ਸੇਮ ਰਹੂਗਾ, ਕੋਈ ਫਰਕ ਨਹੀਂ ਪਊਗਾ ਜੀ। ਜੇ ਕਾਮਨ ਜੀ ਗੱਲ ਹੈ, ਅਗੇਨ ਕੰਪਨੀ ਨੂੰ ਪੈਸਾ ਤਾਂ ਨਹੀਂ ਆ ਰਿਹਾ, ਕੰਪਨੀ ਨੇ ਤੁਹਾਡਾ ਸ਼ੇਅਰ ਸਪਲਿਟ ਕਰਤਾ, ਤੁਹਾਡੇ ਕੋਲ 10 ਰੁਪਏ ਦਾ ਨੋਟ ਸੀ, ਉਹ 1 ਰੁਪਏ ਦੇ ਸਿੱਕੇ ਕਰਦੇ 10 ਹੋ ਗਏ, ਕੰਪਨੀ ਨੂੰ ਤਾਂ ਕੋਈ ਪ੍ਰੋਫਿਟ ਨਹੀਂ ਹੋਇਆ ਉਹਦੇ ਵਿੱਚ, ਤਾਂ ਉਹਦੀ ਇਕੁਇਟੀ ਸ਼ੇਅਰ ਕੈਪੀਟਲ ਸੇਮ ਰਹੇਗੀ। ਫਿਰ ਆਪਾਂ ਕਰਦੇ ਹਾਂ ਵੈਲਿਊ ਆਫ ਸ਼ੇਅਰਸ, ਵੈਲਿਊ ਸੇਮ ਰਹੇਗੀ ਕਿ ਘੱਟ ਹੋ ਜਾਏਗੀ? ਸਰ ਵੈਲਿਊ ਸੇਮ ਰਹੇਗੀ, ਪਰ ਉਹਦਾ ਪ੍ਰਾਈਸ ਜਿਹੜਾ ਉਹ ਉੱਥੇ ਆ ਜਾਊਗਾ, ਜਿੱਦਾਂ ਜਿੱਦਾਂ ਤੁਸੀਂ ਕੱਲ ਐਗਜ਼ਾਮਪਲ ਦਿੱਤੀ ਸੀ ਵੀ 5 ਸ਼ੇਅਰ, ਇੱਕ ਸ਼ੇਅਰ ਦੇ 25 ਉਹਦਾ ਤੇ 5 ਸ਼ੇਅਰ। ਹਾਂਜੀ, ਵੈਲਿਊ ਸੇਮ ਰਹੇਗੀ, ਠੀਕ ਹੈ। ਇਹ ਤੋਂ ਬਾਅਦ ਉਹਦਾ ਪ੍ਰਾਈਸ ਕਿੱਥੇ ਚਲਾ ਜਾਂਦਾ, ਐਡਜਸਟ ਹੋ ਜਾਂਦਾ, ਉਹ ਗੱਲ ਬਾਤ ਦੀ ਹੈ। ਪਰ ਆਪਣੇ ਕੋਲੇ ਵੈਲਿਊ ਪਹਿਲਾਂ 10 ਰੁਪਏ ਦਾ ਇੱਕ ਨੋਟ ਸੀ, ਪਰ ਆਪਣੇ ਕੋਲੇ ਰੁਪਏ ਰੁਪਏ ਦੇ 10 ਸਿੱਕੇ ਹੋ ਗਏ, ਵੈਲਿਊ ਹਮੇਸ਼ਾ ਸੇਮ ਰਹਿੰਦੀ ਹੈ। ਕਲੀਅਰ ਹੈ ਜੀ? ਨੈਕਸਟ ਕਰਦੇ ਹਾਂ ਆਪਾਂ। ਫਿਰ ਇੱਕ ਚੀਜ਼ ਹੁੰਦੀ ਹੈ ਸਰ ਐਫਪੀਓ। ਹੁਣ ਐਫਪੀਓ ਕੀ ਚੀਜ਼ ਹੈ? ਫॉलो ऑन ਪਬਲਿਕ ਆਫਰ। ਇਹਦਾ ਮਤਲਬ ਕੀ ਹੈ? ਦੇਖੋ ਮੰਨ ਲਓ ਕਿਸੇ ਕੰਪਨੀ ਨੇ ਆਲਰੇਡੀ ਕੰਪਨੀ ਲਿਸਟਡ ਹੈਗੀ ਹੈ ਸਟਾਕ ਮਾਰਕੀਟ 'ਚ, ਉਹਨੇ ਆਪਦਾ ਆਈਪੀਓ ਕੱਢਿਆ ਸੀ, ਪਹਿਲੀ ਵਾਰੀ ਉਹਨੇ ਸ਼ੇਅਰ ਵੇਚੇ, ਪੈਸਾ ਲੈ ਲਿਆ ਮਾਰਕੀਟ ਤੋਂ, ਹਨਾ। ਹੁਣ ਕੰਪਨੀ ਨੂੰ ਦੁਬਾਰਾ ਜ਼ਰੂਰਤ ਪੈਂਦੀ ਹੈ ਪੈਸਾ ਚੱਕਣ ਦੀ, ਕਿ ਉਹ ਦੁਬਾਰਾ ਆਈਪੀਓ ਲਾਂਚ ਕਰੇਗੀ ਕਿ ਐਫਪੀਓ ਲਾਂਚ ਕਰੇਗੀ? ਵॉइस क्वालिटी नहीं है सर, आवाज क्लियर नहीं आ रही। ਬਾਕੀ ਨੂੰ ਕਲੀਅਰ ਹੈ ਜੀ? ਹਾਂਜੀ 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 ਸਰ। ਠੀਕ ਹੈ ਜੀ। ਓਕੇ, ਤਾਂ ਆਪਾਂ ਗੱਲ ਕੀਤੀ ਜਦੋਂ ਕੰਪਨੀ ਆਲਰੇਡੀ ਲਿਸਟਡ ਹੈ, ਜਿਵੇਂ ਹੁਣ ਫॉर एग्जांपल ਰਿਲਾਇੰਸ ਹੈ, ਆਲਰੇਡੀ नहीं आ रही सर, आवाज नहीं आ रही, वॉइस क्वालिटी है नहीं सर। ਓਕੇ ਜੀ, ਹੁਣ ਕਲੀਅਰ ਹੈ? ਹਾਂਜੀ ਓਕੇ, ਆਪਾਂ ਸਰ ਗੱਲ ਕਰ ਰਹੇ ਸੀਗੇ ਜੀ ਐਫਪੀਓ। ਕੰਪਨੀ ਆਲਰੇਡੀ ਕੀ ਹੈ, ਲਿਸਟਡ ਹੈ, ਉਹਨੂੰ ਦੁਬਾਰਾ ਪੈਸੇ ਦੀ ਜ਼ਰੂਰਤ ਪੈਂਦੀ ਹੈ। ਹੁਣ ਆਪਾਂ ਦੇਖਿਆ ਕੰਪਨੀ ਦੋ ਤਰ੍ਹਾਂ ਨਾਲ ਪੈਸਾ ਲੈ ਸਕਦੀ ਹੈ, ਜਾਂ ਤਾਂ ਬੈਂਕ ਤੋਂ ਲਏਗੀ ਜਾਂ ਫਿਰ ਮਾਰਕੀਟ ਤੋਂ ਲਏਗੀ। ਤਾਂ ਕੰਪਨੀ ਦੂਸਰੀ ਵਾਰੀ ਵੀ ਡਿਸਾਈਡ ਕਰਦੀ ਹੈ ਕਿ ਸਾਨੂੰ ਪੈਸੇ ਦੀ ਜ਼ਰੂਰਤ ਹੈ, ਅਸੀਂ ਬੈਂਕ ਕੋਲੇ ਨਹੀਂ ਜਾਣਾ, ਅਸੀਂ ਦੁਬਾਰਾ ਮਾਰਕੀਟ ਚੋਂ ਪੈਸਾ ਚੱਕਣਾ ਹੈ। ਤਾਂ ਹੁਣ ਉਹ ਫਿਰ ਕਿਵੇਂ ਪੈਸਾ ਚੱਕੇਗੀ? ਆਈਪੀਓ ਉਹਨੇ ਪਹਿਲਾਂ ਹੀ ਲਾਂਚ ਕਰਤਾ ਸੀ ਆਪਦਾ, ਹਨਾ। ਤੇ ਜੇ ਉਹਨੇ ਸੈਕਿੰਡ ਟਾਈਮ ਵੀ ਮਾਰਕੀਟ ਤੋਂ ਪੈਸਾ ਲੈਣਾ, ਉਹਨੂੰ ਆਪਾਂ ਕਹਿੰਦੇ ਆ ਐਫਪੀਓ, ਫॉलो ऑन ਪਬਲਿਕ ਆਫਰ। ठीक है, ਹੁਣ ਮੈਨੂੰ ਦੱਸੋ ਕਿ ਜਦੋਂ ਕੰਪਨੀ ਐਫਪੀਓ ਲੈ ਕੇ ਆਏਗੀ ਤਾਂ ਉਹਦੀ ਇਕੁਇਟੀ ਸ਼ੇਅਰ ਕੈਪੀਟਲ ਵਧੇਗੀ, सर ਘਟੇਗੀ? नहीं आ रही सर, आवाज सही नहीं आ रही, जसप्रीत सर आवाज नहीं आ रही सर सही। ਸਰ ਬਾਕੀ ਨੂੰ ਆਵਾਜ਼ ਆ ਰਹੀ ਹੈ ਜੀ? ਹਾਂਜੀ ਹਾਂਜੀ ਸਰ। ਹਾਂਜੀ ਸਰ ਤੁਸੀਂ ਨਾ ਆਪਣਾ ਇੱਕ ਵਾਰੀ ਨੈਟਵਰਕ ਚੈੱਕ ਕਰੋ ਜਾਂ ਰੂਮ ਚੋਂ ਥੋੜਾ ਜਿਹਾ ਬਾਹਰ ਆ ਜਾਓ। ਸਰ ਈਅਰਫੋਨ ਲਗਾਓ, ਫਿਰ ਕਲੀਅਰ ਆਊਗੀ ਆਵਾਜ਼। ਚਲੋ ਇਹ ਗੱਲ ਸਮਝ ਆਈ। ਹੁਣ ਮੈਨੂੰ ਦੱਸੋ ਜਦੋਂ ਕੰਪਨੀ ਐਫਪੀਓ ਲਾਂਚ ਕਰੇਗੀ ਸਰ, ਤਾਂ ਇਕੁਇਟੀ ਸ਼ੇਅਰ ਕੈਪੀਟਲ ਵਧੇਗਾ ਜਾਂ ਘਟੇਗਾ ਜਾਂ ਸੇਮ ਰਹੇਗਾ? ਵਧੂਗਾ ਸਰ। ਵਧੇਗਾ। ਵਧੂਗਾ, ਕਿਉਂਕਿ ਕੰਪਨੀ ਹੁਣ ਪੈਸਾ ਲੈ ਰਹੀ ਹੈ ਨਾ। ਹੁਣ ਕੰਪਨੀ ਦੀ ਜੇਬ 'ਚ ਪੈਸਾ ਜਾਊਗਾ ਕਿ ਨਹੀਂ ਜਾਊਗਾ? ਬਿਲਕੁਲ ਸਰ। ਜਾਏਗਾ। ਜਦੋਂ ਵੀ ਕੰਪਨੀ ਦੀ ਜੇਬ 'ਚ ਪੈਸਾ ਜਾਏਗਾ, ਉਦੋਂ ਇਕੁਇਟੀ ਸ਼ੇਅਰ ਕੈਪੀਟਲ ਵਧੇਗਾ। ਬੋਨਸ ਦੇ ਵਿੱਚ ਕੰਪਨੀ ਦੀ ਜੇਬ 'ਚ ਪੈਸਾ ਗਿਆ, ਸਪਲਿਟ ਦੇ ਕੇਸ 'ਚ ਪੈਸਾ ਗਿਆ ਨਹੀਂ, ਤਾਂ ਉੱਥੇ ਇਕੁਇਟੀ ਸ਼ੇਅਰ ਕੈਪੀਟਲ ਰਿਹਾ। ਐਫਪੀਓ ਦੇ ਵਿੱਚ ਕੰਪਨੀ ਦੀ ਜੇਬ 'ਚ ਪੈਸਾ ਜਾ ਰਿਹਾ, ਤਾਂ ਉਹ ਕੀ ਹੋਏਗਾ? ਇਕੁਇਟੀ ਸ਼ੇਅਰ। ਹੁਣ ਮਾਈਕ ਬੰਦ ਕਰੋ ਜੀ ਆਪਣਾ।
ਨੈਕਸਟ ਆ ਗਿਆ ਜੀ ਆਫਰ ਫॉर ਸੇਲ। ਹੁਣ ਆਫਰ ਫॉर ਸੇਲ ਕੀ ਹੈ ਸਰ, ਜਦੋਂ ਭਾਜੀ ਜਿਹੜਾ FPO ਹੈਗਾ ਹੈ, ਇਹ ਮਤਲਬ ਆਪਣਾ ਪਿਛਲਾ ਟਾਰਗੇਟ ਕੋਈ ਮੰਨ ਲਓ ਆਪਾਂ ਕੋਈ ਮਸ਼ੀਨਰੀ ਲੈਣੀ ਹੈ ਜਾਂ ਕਿਤੇ ਇਨਵੈਸਟਮੈਂਟ ਕਰਨੀ ਹੈ, ਇਹ ਉਦੋਂ ਤੱਕ ਕੰਪਲੀਟ ਨਹੀਂ ਹੋਇਆ ਤਾਂ FPO ਕੱਢ ਸਕਦੇ ਆ, ਕਿ ਦੁਬਾਰਾ ਕੋਈ ਹੋਰ ਟਾਰਗੇਟ ਹੋਵੇ ਉਹਦੇ ਲਈ FPO ਹੁੰਦਾ ਹੈ? ਕੰਪਨੀ ਕਿਸੇ ਵੀ ਚੀਜ਼ ਦੇ ਲਈ FPO ਨੂੰ ਲਾਂਚ ਕਰ ਸਕਦੀ ਹੈ। ਕੰਪਨੀ ਕਹਿੰਦੀ ਹੈ ਕਿ ਸਾਨੂੰ ਹੋਰ ਪੈਸਾ ਚਾਹੀਦਾ ਨਵੀਂ ਇਨਵੈਸਟਮੈਂਟ ਕਰਨ ਦੇ ਲਈ, ਜਾਂ ਉਹ ਕਹਿੰਦੀ ਹੈ ਕਿ ਸਾਡਾ ਆਲਰੇਡੀ ਪ੍ਰੋਜੈਕਟ ਚੱਲ ਰਿਹਾ, ਸਾਨੂੰ ਉਹਦੇ ਲਈ ਪੈਸਾ ਚਾਹੀਦਾ। ਫਿਰ ਕੰਪਨੀ ਦੱਸਦੀ ਵੀ ਇਹ, ਉਹ ਆਪਣੀ ਰਿਪੋਰਟ ਪੇਸ਼ ਕਰਦੀ ਹੈ ਕਿ ਅਸੀਂ ਆਹ ਵਾਲਾ ਕੰਮ ਕਰ ਰਹੇ ਹਾਂ, ਸਾਨੂੰ ਇੰਨੇ ਪੈਸੇ ਦੀ ਜ਼ਰੂਰਤ ਹੈ, ਜਿਹੜਾ ਵੀ ਅਸੀਂ ਪੈਸਾ ਮਾਰਕੀਟ ਚੋਂ ਚੱਕਾਂਗੇ ਉਹ ਅਸੀਂ ਇਸ ਚੀਜ਼ ਦੇ ਉੱਪਰ ਲਗਾਵਾਂਗੇ। ਮੇਬੀ ਉਹ ਇਹ ਕੰਪਨੀ ਕਹਦੇ ਕਿ ਅਸੀਂ ਰਿਸਰਚ ਦੇ ਉੱਪਰ ਜ਼ਿਆਦਾ ਪੈਸਾ ਲਗਾਉਣਾ ਚਾਹੁੰਦੇ ਹਾਂ, ਮੇਬੀ ਕੰਪਨੀ ਕਹਦੇ ਕਿ ਅਸੀਂ ਨਵਾਂ ਪਲਾਂਟ ਲਗਾਉਣਾ ਚਾਹੁੰਦੇ ਹਾਂ। ਕਿਸੇ ਵੀ ਕੰਮ ਲਈ ਕੰਪਨੀ ਪੈਸਾ ਚੱਕ ਸਕਦੀ ਹੈ, ਐਂਡ ਪਰ ਉਹ ਦੱਸਦੀ ਜ਼ਰੂਰ ਹੈ ਕਿ ਅਸੀਂ ਇਹ ਪੈਸਾ ਇਸ ਜਗ੍ਹਾ ਤੇ ਲਗਾਵਾਂਗੇ। ਠੀਕ ਹੈ। ਨੈਕਸਟ ਆ ਗਿਆ ਜੀ ਆਫਰ ਫॉर ਸੇਲ। ਆਫਰ ਫॉर ਸੇਲ ਦਾ ਮਤਲਬ ਕੀ ਹੁੰਦਾ ਹੈ, ਜਦੋਂ ਕੋਈ ਕੰਪਨੀ ਦਾ ਪ੍ਰਮੋਟਰ, ਕੰਪਨੀ ਨਹੀਂ ਕੰਪਨੀ ਦਾ ਪ੍ਰਮੋਟਰ, ਹੁਣ ਦੇਖੋ ਕੰਪਨੀ ਤੇ ਕੰਪਨੀ ਦਾ ਪ੍ਰਮੋਟਰ ਚ ਕੀ ਫਰਕ ਹੈ। ਪ੍ਰਮੋਟਰ ਆਪਾਂ ਕਿਹਨੂੰ ਕਹਿੰਦੇ ਹਾਂ ਜੀ? ਜਿਹੜੇ ਕੰਪਨੀ ਸਰ ਨੂੰ ਪ੍ਰਮੋਟ ਪ੍ਰਮੋਟ ਕਰਦੇ ਕਰਦੇ ਨੇ, ਚੀਜ਼ਾਂ ਜਿੱਦਾਂ ਕੰਪਨੀ ਉਹ ਇੰਡੀਵਿਜੂਅਲ ਲੋਕ, ਜਿਵੇਂ ਫॉर एग्जांपल ਜਿਵੇਂ ਆਪਾਂ ਰਕੇਸ਼ ਜੁੰਝੁਨਵਾਲਾ ਦੀ ਗੱਲ ਕੀਤੀ ਸੀਗੀ, ਹੁਣ ਉਹ ਟਾਈਟਨ ਕੰਪਨੀ ਦੇ ਪ੍ਰਮੋਟਰ ਹੈ, ਕੰਪਨੀ ਤਾਂ ਉਹਨਾਂ ਦੀ ਨਹੀਂ, ਉਹ ਚਲਾਉਂਦੇ ਤਾਂ ਨਹੀਂ, ਬਟ ਇੰਡੀਵਿਜੂਅਲ ਕਿਸੇ ਪਰਸਨ ਕੋਲੇ ਬਹੁਤ ਸਾਰੇ ਸ਼ੇਅਰ ਪਏ ਹੋਏ ਨੇ ਕਿਸੇ ਕੰਪਨੀ ਕੋਲੇ, ਠੀਕ ਹੈ, ਮੇਬੀ ਉਹਨਾਂ ਕੋਲ 9% 10% ਸ਼ੇਅਰ ਉਹਨਾਂ ਕੋਲੇ ਪਏ ਹੈ। ਉਹ ਕੰਪਨੀ ਦੇ ਓਨਰ ਨਹੀਂ ਹੈਗੇ, ਉਹ ਕੰਪਨੀ ਨੂੰ ਚਲਾ ਨਹੀਂ ਰਹੇਗੇ, ਪਰ ਉਹ ਪ੍ਰਮੋਟਰ ਹੈ, ਠੀਕ ਹੈ। ਤਾਂ ਜਦੋਂ ਵੀ ਪ੍ਰਮੋਟਰ ਨੇ ਆਪਣੇ ਸ਼ੇਅਰ ਵੇਚਣੇ ਹੁੰਦੇ ਆ ਤਾਂ ਉਹ ਡਾਇਰੈਕਟ ਮਾਰਕੀਟ ਦੇ ਵਿੱਚ ਆਪਣੇ ਸ਼ੇਅਰ ਨਹੀਂ ਵੇਚ ਸਕਦਾ। ਕਿਉਂ? ਕਿਉਂਕਿ ਜੋ ਡਾਇਰੈਕਟ ਮਾਰਕੀਟ 'ਚ ਸਾਰੇ ਸੇਲ ਕਰਨਗੇ ਤਾਂ ਨਾਲ ਦੀ ਨਾਲ ਉਹਦਾ ਕੀ ਹੋਏਗਾ, ਪ੍ਰਾਈਸ ਡਾਊਨ ਹੋ ਜਾਏਗਾ, ਕਿਉਂਕਿ ਸਪਲਾਈ ਵੱਧ ਜਾਏਗੀ, ਡਿਮਾਂਡ ਉਨੀ ਹੈ ਨਹੀਂ। ਤਾਂ ਜਦੋਂ ਵੀ ਪ੍ਰਮੋਟਰ ਆਪਣੇ ਸ਼ੇਅਰ ਵੇਚਦਾ ਹੈ, ਉਹਨੂੰ ਆਫਰ ਫॉर ਸੇਲ ਕਿਹਾ ਜਾਂਦਾ ਹੈ। ਪ੍ਰਮੋਟਰ ਪਹਿਲਾਂ ਪਰਮਿਸ਼ਨ ਲੈਂਦਾ ਸੇਬੀ ਦੀ, ਫਿਰ ਆਪਣੇ ਜਿਹੜੇ ਸ਼ੇਅਰ ਹੈ ਉਹ ਉਹਨਾਂ ਨੂੰ ਵੇਚ ਸਕਦਾ ਹੈ। ਕਲੀਅਰ ਜੀ? ਹੁਣ ਇੱਥੇ ਇੱਕ ਗੱਲ ਦੱਸੋ, ਜਦੋਂ ਪ੍ਰਮੋਟਰ ਆਪਣੇ ਸ਼ੇਅਰ ਵੇਚੂਗਾ ਤਾਂ ਜਿਹੜਾ ਪੈਸਾ ਹੈ ਉਹ ਪ੍ਰਮੋਟਰ ਦੇ ਕੋਲ ਗਿਆ ਕਿ ਕੰਪਨੀ ਦੇ ਕੋਲੇ ਗਿਆ? ਪ੍ਰਮੋਟਰ ਕੋਲ ਸਰ। ਪ੍ਰਮੋਟਰ ਕੋਲ। ਤਾਂ ਜਿਹੜੀ ਇਕੁਇਟੀ ਸ਼ੇਅਰ ਕੈਪੀਟਲ ਹੈ ਉਹ ਸੇਮ ਰਹੇਗੀ ਜਾਂ ਚੇਂਜ ਹੋਏਗੀ? ਸੇਮ ਸਰ, ਬਿਲਕੁਲ ਸੇਮ ਰਹੇਗੀ, ਕਿਉਂਕਿ ਜਿਹੜਾ ਪੈਸਾ ਹੈ ਉਹ ਕੰਪਨੀ ਦੀ ਜੇਬ 'ਚ ਨਹੀਂ ਗਿਆ। ਪ੍ਰਮੋਟਰ ਨੇ ਬਹੁਤ ਸਾਰੇ ਸ਼ੇਅਰ ਲੈ ਕੇ ਰੱਖੇ ਹੋਏ ਸੀ, ਅੱਜ ਉਹਨੇ ਆਪਦੇ ਉਹਨੂੰ ਜੀ ਕੀਤਾ, ਉਹਨੇ ਆਪਦੇ ਸ਼ੇਅਰ ਵੇਚਤੇ, ਤਾਂ ਪੈਸਾ ਪ੍ਰਮੋਟਰ ਦੀ ਜੇਬ 'ਚ ਹੈ। ਉਹ ਭਾਵੇਂ ਉਹਦੇ ਨਾਲ ਕੁਝ ਮਰਜ਼ੀ ਕਰੇ, ਉਹ ਕੰਪਨੀ ਦੀ ਮਾਲਕੀਅਤ ਨਹੀਂ ਨਾ, ਉਹ ਤਾਂ ਪ੍ਰਮੋਟਰ ਦੀ ਚੀਜ਼ ਹੈ। ਪ੍ਰਮੋਟਰ ਉਸ ਪੈਸੇ ਨੂੰ ਬਚਾ ਕੇ ਰੱਖੇ, ਉਡਾ ਦੇ, ਜੋ ਮਰਜ਼ੀ ਕਰ ਲੇ, ਉਹ ਪ੍ਰਮੋਟਰ ਦੀ ਮਰਜ਼ੀ ਹੈ। ਠੀਕ ਹੈ ਜੀ? ਨਹੀਂ ਤੇ ਜੋ ਪ੍ਰਮੋਟਰ ਸ਼ੇਅਰ ਵੇਚਦਾ ਹੈ ਜਾਂ ਕੋਈ ਇੰਡੀਵਿਜੂਅਲ ਵੀ ਸ਼ੇਅਰ ਵੇਚਦਾ, ਉਹਦੇ ਨਾਲ ਇਕੁਇਟੀ ਸ਼ੇਅਰ ਵੱਧ ਨਹੀਂ ਸਰ? ਦੇਖੋ ਸਰ, ਪ੍ਰਮੋਟਰ ਕੌਣ ਹੈ ਜੀ? ਜਿਹਦੇ ਕੋਲੇ ਬਹੁਤ ਸਾਰੇ ਸ਼ੇਅਰ ਪਏ ਹੈ, ਪਰ ਉਹ ਕੰਪਨੀ ਦਾ ਮਾਲਕ ਨਹੀਂ ਹੈ, ਉਹ ਕੰਪਨੀ ਦੇ ਹਿੱਸੇ 'ਚ ਸ਼ੇਅਰ ਨਹੀਂ ਵੇਚ ਰਿਹਾ, ਉਹ ਆਪਦੇ ਹਿੱਸੇ ਦੇ ਸ਼ੇਅਰ ਵੇਚ ਰਿਹਾ। ਠੀਕ ਹੈ। ਕਿਹਨੂੰ ਵੇਚ ਰਹੇ ਸਰ? ਆਵਾਜ਼ ਬੰਦ ਹੋ ਗਈ ਭਾਜੀ। ਦੇਖੋ ਸਰ, ਮੈਂ ਦੱਸਦਾ, ਹੁਣ ਮੰਨ ਲਓ ਮੁਕੇਸ਼ ਅੰਬਾਨੀ ਹੈ, ਉਹਦੀ ਕੰਪਨੀ ਕਿਹੜੀ ਹੈ ਜੀ? ਰਿਲਾਇੰਸ। ਤਾਂ ਕੁਝ ਸ਼ੇਅਰ ਰਿਲਾਇੰਸ ਕੋਲੇ ਪਏ ਨੇ, ਕੁਝ ਸ਼ੇਅਰ ਮੁਕੇਸ਼ ਅੰਬਾਨੀ ਕੋਲੇ ਪਏ ਨੇ। ਹੁਣ ਜਿਹੜਾ ਮੁਕੇਸ਼ ਅੰਬਾਨੀ ਹੈ, ਠੀਕ ਹੈ, ਉਹ ਪ੍ਰਮੋਟਰ ਹੈ ਬੇਸਿਕਲੀ, ਕਿਉਂਕਿ ਜਿਹੜਾ ਆਪਾਂ ਕਹਿੰਦੇ ਨਾ ਵੀ ਇੱਕ ਕੰਪਨੀ ਦਾ ਖਾਤਾ ਚੱਲ ਰਿਹਾ, ਕੰਪਨੀ ਦੇ ਖਾਤੇ 'ਚ ਮੰਨ ਲਓ 50% ਸ਼ੇਅਰ ਪਏ ਨੇ, ਉਹ ਕੰਪਨੀ ਦੇ ਨੇ। ਜਿਹੜੇ ਮੁਕੇਸ਼ ਅੰਬਾਨੀ ਕੋਲੇ 10% ਸ਼ੇਅਰ ਪਏ ਨੇ, ਉਹ ਕੀ ਉਹ ਰਿਲਾਇੰਸ ਕੰਪਨੀ ਦੇ ਹੈ ਕਿ ਮੁਕੇਸ਼ ਅੰਬਾਨੀ ਦੇ ਆ? ਮੁਕੇਸ਼ ਅੰਬਾਨੀ। ਮੁਕੇਸ਼ ਅੰਬਾਨੀ। ਉਹ ਕੰਪਨੀ ਦੇ ਨਹੀਂ ਨਾ, ਉਹ ਤਾਂ ਮੁਕੇਸ਼ ਅੰਬਾਨੀ ਦੇ ਆਪਦੇ ਸ਼ੇਅਰ ਹੈ। ਜਿਨ੍ਹਾਂ ਕੋਲੇ ਵੀ ਆਪਾਂ ਪ੍ਰਮੋਟਰ ਕਿਹਨੂੰ ਕਹਿੰਦੇ ਆ, ਜਿਨ੍ਹਾਂ ਕੋਲੇ ਮੈਜੋਰਿਟੀ ਸਟੇਕ ਹੋਲਡਰ ਜਿਹੜੇ ਹੁੰਦੇ ਆ, ਜਿਨ੍ਹਾਂ ਕੋਲੇ ਮੈਜੋਰਿਟੀ ਆਫ ਸਟਾਕਸ ਪਏ ਆ। ਹੁਣ ਮੰਨ ਲਓ ਆਪਣੇ ਕੋਲੇ ਵੀ ਰਿਲਾਇੰਸ ਦੇ ਸਟਾਕ ਪਏ ਆ, ਮੰਨ ਲਓ ਮੇਰੇ ਕੋਲੇ 100 ਸਟਾਕ ਪਿਆ ਰਿਲਾਇੰਸ ਦਾ, ਕੀ ਮੈਂ ਪ੍ਰਮੋਟਰ ਹੈ? ਮੈਂ ਸਿਰਫ ਸ਼ੇਅਰ ਹੋਲਡਰ ਹਾਂ, ਮੈਂ ਪ੍ਰਮੋਟਰ ਨਹੀਂ ਗਾ। ਪ੍ਰਮੋਟਰ ਕਿਹਨੂੰ ਕਹਿੰਦੇ ਆ? ਜਿਹਦੇ ਕੋਲੇ ਮੰਨ ਲਓ ਕਿਸੇ ਬੰਦੇ ਕੋਲੇ 20 ਲੱਖ ਸ਼ੇਅਰ ਪਿਆ ਰਿਲਾਇੰਸ ਦਾ, ਠੀਕ ਹੈ, 20 ਲੱਖ ਸ਼ੇਅਰ ਪਿਆ ਮੁਕੇਸ਼ ਅੰਬਾਨੀ ਕੋਲੇ, ਉਹ ਕੌਣ ਹੈ? ਪ੍ਰਮੋਟਰ ਹੈ ਉਹ। ਕਲੀਅਰ? ਬੇਸਿਕਲੀ ਜਦੋਂ ਸਭ ਤੋਂ ਵੱਧ ਸ਼ੇਅਰ ਮੰਨ ਲਓ ਜਿੱਦਾਂ ਬੋਰਡ ਮੀਟਿੰਗ ਸੀ ਜਿਹੜੇ ਜਾਂਦੇ ਉਹ ਪ੍ਰਮੋਟਰ ਹੋ ਗਏ। ਹਾਂਜੀ ਸਰ। ਤੇ ਜਦੋਂ ਮੁਕੇਸ਼ ਅੰਬਾਨੀ, ਮੈਂ ਦੱਸਦਾ, ਹੁਣ ਜਦੋਂ ਮੁਕੇਸ਼ ਅੰਬਾਨੀ ਆਪਦੇ ਸ਼ੇਅਰ ਵੇਚਣਾ ਚਾਹੁੰਦਾ, ਠੀਕ ਹੈ, ਕੀ ਉਹ ਪੈਸਾ ਕੰਪਨੀ ਨੂੰ ਦੇਊਗਾ ਸ਼ੇਅਰ ਵੇਚ ਕੇ ਕਿ ਆਪਦੇ ਕੋਲੇ ਰੱਖੂਗਾ? ਆਪਦੇ ਕੋਲ ਸਰ। ਆਪਦੇ ਕੋਲ। ਨਾ ਕੰਪਨੀ ਕੋਲੇ ਤਾਂ ਨਹੀਂ ਗਿਆ ਉਹ ਪੈਸਾ। ਤਾਂ ਵਿੱਚੂ ਪਤਾ ਸਰ ਇਹਦੇ ਵਿੱਚ ਅਕਾਊਂਟ ਵਿੱਚ ਹੈ ਨਾ, ਐਂਜਲ ਵਨ ਵਗੈਰਾ ਚ।
ਸਰ ਵੇਚਣਾ ਤਾਂ ਉਹਦੀ ਆਪਦੀ ਮਰਜ਼ੀ ਹੈ ਕਿ ਉਹ ਵੇਚਣਾ ਚਾਹੁੰਦਾ ਹੈ। नहीं सर, बाय कौन करेगा मार्केट से? ਨਹੀਂ ਸਰ, रेट बनते हैं। ਬਾਏ ਕੋਈ ਵੀ ਕਰ ਸਕਦਾ ਹੈ, ਪਰ ਉਹ ਕੀ ਕਰੂਗਾ, ਡਾਇਰੈਕਟ ਜਿਹੜੀ ਉਹਦੀ ਡੀਲ ਹੋਏਗੀ ਉਹ ਮੁਕੇਸ਼ ਅੰਬਾਨੀ ਨਾਲ ਹੋਏਗੀ। ਨਹੀਂ SEBI ਸਰ, ਤੋਂ ਜਿਵੇਂ ਉਹਨੇ permission 20 ਲੈਣੀ ਹੈ। ਲੱਖ ਸ਼ੇਅਰ ਲਿੱਤੇ ਆ ਸਰ, ਮਾਰਕੀਟ 'ਚ ਲਿੱਤੇ ਹੋਣਗੇ ਜਾਂ ਡਾਇਰੈਕਟ ਵੀ ਲੈ ਸਕਦਾ? ਸਰ ਡਾਇਰੈਕਟ ਵੀ ਲੈ ਸਕਦਾ ਜੀ। नहीं सर, ਤੁਸੀਂ ਕਿਹਾ ਮਤਲਬ ਸਿੱਧਾ ਮਾਰਕੀਟ 'ਚ ਨਹੀਂ ਵੇਚ ਸਕਦਾ ਕਿਉਂਕਿ ਫਿਰ ਉਹ ਮਤਲਬ ਡਿੱਗ ਜੂਗੀ, ਹਾਂਜੀ ਪਰ ਮਤਲਬ ਵੇਚ ਮਾਰਕੀਟ ਹੀ ਸਕਦਾ ਪਰ ਪਰਮਿਸ਼ਨ ਲੈਣੀ ਪਏਗੀ, ਇਹ ਕਹਿ ਰਹੇ ਹੋ? ਬਿਲਕੁਲ ਸਰ, ਸੇਬੀ ਦੀ ਪਰਮਿਸ਼ਨ ਲੈਣੀ ਪਏਗੀ, ਠੀਕ ਹੈ, ਸੇਬੀ ਨੂੰ ਪਰਮਿਸ਼ਨ ਦੇਗੀ ਤਾਂ ਆਪ ਫਿਰ ਉਹ ਆਪਦੇ ਜਿਹੜੇ ਸ਼ੇਅਰ ਆ ਉਹ ਵੇਚ ਸਕਦਾ ਹੈ। ਠੀਕ ਹੈ ਸਰ। ਇੱਕ ਕੱਲ ਇੱਕ ਫਾਰਮੈਲਿਟੀ ਹੈ, ਹੋਰ ਕੁਝ ਨਹੀਂਗਾ ਵੀ ਹਾਂ ਮੈਂ ਇੰਨੇ ਜ਼ਿਆਦਾ ਸ਼ੇਅਰ ਵੇਚਣ ਲੱਗਿਆ ਇੱਕਦਮ, ਤਾਂ ਸੇਬੀ ਫਿਰ ਉਹਨੂੰ ਪਰਮਿਸ਼ਨ ਦਿੰਦੀ ਹੈ। ਸਰ ਉਹਦੇ ਨਾਲ ਵੀ ਤਾਂ ਵੈਲਿਊ ਗਿਰੂ। ਹਾਂਜੀ ਇਹ ਸਰ ਡਿਕਲੇਅਰ ਕਰਨਾ ਪੈਂਦਾ ਇਹਨਾਂ ਨੂੰ ਵੀ ਇਹਨਾਂ ਨੇ ਬਿਲਕੁਲ ਇੰਨੇ ਸ਼ੇਅਰ ਵੇਚੇ ਆ ਜਾਂ ਇੰਨੇ ਖਰੀਦੇ, ਸਰ ਕਿਤੇ ਇਨਫੋਰਮੇਸ਼ਨ ਨਿਕਲ ਆਉਂਦੀ ਹੈ? ਹਾਂਜੀ ਬਿਲਕੁਲ ਨਿਕਲ ਜਾਂਦੀ ਸਰ। ਐਨਐਸਏ ਦੀ ਜਦੋਂ ਆਪਾਂ ਸਾਈਟ ਤੇ ਜਾਂਦੇ ਹਾਂ ਉੱਥੇ ਅਨਾਉਂਸਮੈਂਟਸ ਹੁੰਦੀਆਂ ਤਾਂ ਉੱਥੇ ਆਪਾਂ ਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਕਿ ਕਿਹੜੇ ਪ੍ਰਮੋਟਰ ਨੇ ਕਿੰਨੇ ਸ਼ੇਅਰ ਆਪਦੇ ਵੇਚਦੇ ਆ। ਸਰ ਅਪਰਚੂਨਿਟੀ ਜਿੱਦਾਂ ਮਤਲਬ ਬਹੁਤ ਜ਼ਿਆਦਾ ਹੀ ਸਰ ਹੋਰ ਸ਼ੇਅਰਾਂ ਦੀ, ਜਿਵੇਂ ਹੁਣ ਸਰ ਸਪਲਾਈ ਹੈ ਉਹ ਵੱਧ ਗਈ, ਫਿਰ ਸਰ ਉਹਦਾ ਪ੍ਰਾਈਸ ਘਟਦਾ ਜੀ? ਸਰ ਆਪਾਂ ਇਹੀ ਤਾਂ ਚੱਕਰ 'ਚ ਆਪਾਂ ਇਹ ਗੱਲ ਕਹਿ ਰਹੇ ਹਾਂ ਨਾ ਕਿ ਇਹ ਇੱਕ ਕੀ ਚੀਜ਼ ਹੈ, ਇੱਕ ਆਈਪੀਓ ਦੀ ਤਰ੍ਹਾਂ ਹੀ ਚੀਜ਼ ਹੈ। ਤੁਸੀਂ ਇਹਨੂੰ ਸਬਸਕ੍ਰਾਈਬ ਕਰਦੇ ਹੋ, ਜਿਨ੍ਹਾਂ ਨੇ ਸ਼ੇਅਰ ਲੈਣੇ ਹੁੰਦੇ ਆ, ਇਹਨੂੰ ਸਿੱਧਾ ਮਾਰਕੀਟ 'ਚ ਉਦਾਂ ਨਹੀਂ ਸੇਲ ਕੀਤਾ ਜਾਂਦਾ ਕਿ ਮਾਰਕੀਟ 'ਚ ਮੈਂ ਸੇਲ ਆਰਡਰ ਲਾਤਾ, ਠੀਕ ਹੈ। ਇਹਨਾਂ ਨੂੰ ਸਬਸਕ੍ਰਾਈਬ ਜਦੋਂ ਕੋਈ ਆਫਰ ਫॉर ਸੇਲ ਆਉਂਦੀ ਹੈ, ਜਿਵੇਂ ਆਪਾਂ ਆਈਪੀਓ ਨੂੰ ਸਬਸਕ੍ਰਾਈਬ ਕਰਦੇ ਆ, ਉਸੇ ਤਰ੍ਹਾਂ ਹੀ ਆਫਰ ਫॉर ਸੇਲ ਨੂੰ ਸਬਸਕ੍ਰਾਈਬ ਕੀਤਾ ਜਾਂਦਾ ਹੈ। ਮੰਨ ਲਓ ਮੁਕੇਸ਼ ਅੰਬਾਨੀ ਕਹਿੰਦਾ ਮੈਂ 10% ਸ਼ੇਅਰ ਵੇਚਣੇ ਆ, ਜੋ ਸਿੱਧਾ ਮਾਰਕੀਟ 'ਚ ਵੇਚੇਗਾ ਤਾਂ ਮਾਰਕੀਟ ਤੇ ਗਿਰ ਜਾਏਗੀ, ਤਾਂ ਉਹ ਆਈਪੀਓ ਦੀ ਤਰ੍ਹਾਂ ਸਬਸਕ੍ਰਾਈਬ ਹੁੰਦੇ ਆ। ਪਰ ਗੱਲ ਇਹ ਹੈ ਕਿ ਆਈਪੀਓ ਦਾ ਪੈਸਾ ਕਿੱਥੇ ਜਾਂਦਾ, ਕੰਪਨੀ ਕੋਲੇ। ਐਫਪੀਓ ਦਾ ਪੈਸਾ ਕਿੱਥੇ ਜਾਂਦਾ, ਕੰਪਨੀ ਕੋਲੇ। ਪਰ ਆਫਰ ਫॉर ਸੇਲ ਦਾ ਪੈਸਾ ਕਿਹਦੇ ਕੋਲੇ ਜਾਏਗਾ, ਪ੍ਰਮੋਟਰ ਦੇ ਕੋਲੇ, ਨਾ ਕਿ ਕੰਪਨੀ ਦੇ ਕੋਲੇ। ਕਲੀਅਰ ਜੀ? ਹਾਂ ਸਰ ਜੇ ਸੈਬੀ ਤੋਂ ਪਰਮਿਸ਼ਨ ਲੈ ਕੇ ਵੀ ਵੇਚੇ, ਫਿਰ ਵੀ ਤਾਂ ਸ਼ੇਅਰ ਦੀ ਵੈਲਿਊ ਘਟੂਗੀ ਹੋਈ। ਸਰ ਸ਼ੇਅਰ ਦੀ ਵੈਲਿਊ ਉਦੋਂ ਘਟਦੀ ਹੈ ਜੀ ਜਦੋਂ ਆਪਾਂ ਡਿਮਾਂਡ ਤੇ ਸਪਲਾਈ ਦੀ ਗੱਲ ਕੀਤੀ ਸੀ। ਮਾਰਕੀਟ ਦੇ ਵਿੱਚ ਸ਼ੇਅਰ ਨਹੀਂ ਨਾ ਆਇਆ। ਸ਼ੇਅਰ ਕਿੱਥੇ ਆਇਆ, ਸ਼ੇਅਰ ਸਿੱਧਾ ਇਨਵੈਸਟਰਸ ਦੇ ਕੋਲ ਗਿਆ ਜਦੋਂ ਆਪਾਂ ਉਹਨੂੰ ਸਬਸਕ੍ਰਾਈਬ ਕੀਤਾ। ਠੀਕ ਹੈ ਜੀ। ਇੱਕ ਪ੍ਰੋਪਰ ਪਾਰਟਿਕੂਲਰ ਇੱਕ ਚਲੋ ਪ੍ਰੋਸੈਸ ਹੈ ਜਿਹਨੂੰ ਆਪਾਂ ਫੋਲੋ ਕਰਦੇ ਹਾਂ, ਇਸੇ ਕਰਕੇ ਤਾਂ ਕਰਦੇ ਹਾਂ। ਇੱਕ ਪ੍ਰਾਈਸ ਬੈਂਡ ਰੱਖਿਆ ਜਾਂਦਾ, ਠੀਕ ਹੈ, ਲੋਕੀ ਉਹਨੂੰ ਸਬਸਕ੍ਰਾਈਬ ਕਰਦੇ ਆ। ਜਿਹਦਾ ਆਈਪੀਓ ਦਾ ਹੁੰਦਾ ਕਿ ਆਪਾਂ ਕਹਿੰਦੇ ਵੀ 14,000 ਦੇ ਸ਼ੇਅਰ ਮਿਲਣਗੇ ਤੁਹਾਨੂੰ ਹਰ ਇੱਕ ਬੰਦੇ ਨੂੰ, ਉਸੇ ਤਰ੍ਹਾਂ ਵੇਚਣ ਵਾਲਾ ਵੇਚੇਗਾ, ਪ੍ਰਮੋਟਰ ਖਰੀਦਣ ਵਾਲੇ ਨੂੰ ਸਬਸਕ੍ਰਾਈਬ ਕਰਨਗੇ ਲੋਟ ਵਾਈਜ਼ ਕਿ ਅਸੀਂ ਇੰਨੀ ਲੋਟ ਲੈ ਲਾਂਗੇ ਤੁਹਾਡੇ ਤੋਂ, ਠੀਕ ਹੈ। ਤਾਂ ਜਿਹੜਾ ਪ੍ਰਾਈਸ ਹੈ ਉਹ ਸੇਮ ਰਹੂਗਾ। ਉਹ ਇਸੇ ਕਰਕੇ ਤਾਂ ਸੇਬੀ ਇਹਨੇ ਕੰਮ ਕੀਤਾ ਹੋਇਆ। ਤੁਸੀਂ ਡਾਇਰੈਕਟ ਜਾ ਕੇ ਮਾਰਕੀਟ 'ਚ ਕਿਸੇ ਨੂੰ ਨਹੀਂ ਵੇਚ ਸਕਦੇ, ਪਹਿਲਾਂ ਲੋਕੀ ਸਬਸਕ੍ਰਾਈਬ ਕਰਨਗੇ ਉਸ ਪ੍ਰਾਈਸ ਰੇਟ ਦੇ ਉੱਪਰ, ਫਿਰ ਉਹਨਾਂ ਨੂੰ ਉਸੇ ਪ੍ਰਾਈਸ ਤੇ ਉਹ ਚੀਜ਼ ਮਿਲੇਗੀ। ਕਲੀਅਰ ਹੈ ਜੀ? ਠੀਕ ਹੈ ਜੀ। ਹਾਂਜੀ। ਹੁਣ ਆਪਾਂ ਗੱਲ ਸਰ ਕਰਦੇ ਹਾਂ ਜੀ ਰਾਈਟਸ ਇਸ਼ੂ। ਰਾਈਟ ਇਸ਼ੂ ਕੀ ਸੀ ਕਿ ਕੰਪਨੀ ਜਿਹੜੇ ਆਪਦੇ ਸਟੇਕ ਉਹਨਾਂ ਦੇ ਹੈਗੇ ਸਟਾਕ ਹੋਲਡਰਸ ਹੈ, ਉਹਨਾਂ ਨੂੰ ਹੀ ਕੰਪਨੀ ਹੋਰ ਸ਼ੇਅਰ ਵੇਚ ਰਹੀ ਹੈ, ਪਰ ਵੇਚ ਰਹੀ ਹੈ, ਠੀਕ ਹੈ ਨਾ। ਉਹਨਾਂ ਨੂੰ ਮੁਫਤ ਨਹੀਂ ਦੇ ਰਹੀ, ਉਹਨਾਂ ਨੂੰ ਬੋਨਸ ਨਹੀਂ ਦੇ ਰਹੀ। ਉਹ ਕਹਿੰਦੀ ਕਿ ਜੇ ਸਾਡੇ ਜਿਹੜੇ ਕੰਪਨੀ ਦੇ ਸ਼ੇਅਰ ਹੈ ਕਿਸੇ ਕੋਲੇ ਪਏ ਆ ਤਾਂ ਅਸੀਂ ਉਹਨੂੰ ਇੱਕ ਜਾਂ ਦੋ ਸ਼ੇਅਰ ਹੋਰ ਦੇ ਦਾਂਗੇ, ਪਰ ਇੰਨੇ ਰੇਟ ਤੇ। ਤੇ ਜਦੋਂ ਉਹ ਕੰਪਨੀ ਸ਼ੇਅਰ ਦੇ ਰਹੀ ਹੈ ਆਪਦੇ ਸਟੇਕ ਹੋਲਡਰਸ ਨੂੰ ਪੈਸੇ ਲੈ ਕੇ, ਤਾਂ ਫਿਰ ਇਕੁਇਟੀ ਸ਼ੇਅਰ ਕੈਪੀਟਲ ਵਧੇਗਾ ਜਾਂ ਘਟੇਗਾ? ਵਧੂਗਾ ਸਰ। ਆਬਵੀਅਸਲੀ ਜੀ ਵਧੂਗਾ, ਕਿਉਂਕਿ ਕੰਪਨੀ ਦੀ ਜੇਬ 'ਚ ਪੈਸਾ ਆ ਗਿਆ। ਕਲੀਅਰ ਨਹੀਂ ਗੱਲ? ਹਾਂਜੀ। ਅੱਗੇ ਚਲੀਏ ਜੀ ਹੁਣ ਆਪਾਂ। ਹੁਣ ਸਰ ਲਾਸਟ ਟਰਮ ਹੈ ਜੀ ਬਾਏਬੈਕ। ਬਾਏਬੈਕ ਦਾ ਮਤਲਬ ਕੀ ਹੈ? ਕਿਸੇ ਵਾਰੀ ਮੰਨ ਲਓ ਕੰਪਨੀ ਨੇ, ਮੰਨ ਲਓ ਜਿਵੇਂ TCS ਦਾ ਬਾਏਬੈਕ ਆਇਆ ਹੋਇਆ। ਬਾਏਬੈਕ ਦਾ ਮਤਲਬ ਕੀ ਹੈ ਕਿ TCS ਚਾਹੁੰਦੀ ਹੈ ਕਿ ਅਸੀਂ ਆਪਦੇ ਜਿਹੜੇ ਸ਼ੇਅਰ ਕਦੇ ਵੇਚੇ ਸੀ ਹਨਾ, ਜਦੋਂ ਆਈਪੀਓ ਲਾਂਚ ਕੀਤਾ ਸੀ ਉਹਨਾਂ ਨੇ ਆਪਦੇ ਸ਼ੇਅਰ ਵੇਚਦੇ ਸੀ, ਹੁਣ ਕੰਪਨੀ ਕਹਿੰਦੀ ਹੈ ਕਿ ਅਸੀਂ ਉਹ ਸ਼ੇਅਰ ਵਾਪਸ ਲੈਣੇ ਆ। ਕਲੀਅਰ? ਕੰਪਨੀ ਨੂੰ ਲੱਗਿਆ ਕਿ ਸਾਡੀ ਕੰਪਨੀ ਵਧੀਆ ਪਰਫਾਰਮ ਕਰ ਰਹੀ ਹੈ, ਅਸੀਂ ਆਪਦੇ ਸ਼ੇਅਰ ਵਾਪਸ ਲੈਣਾ ਚਾਹੁੰਦੇ ਹਾਂ, ਸਾਡੇ ਕੋਲ ਪੈਸਾ ਆ ਗਿਆ ਹੈਗਾ, ਅਸੀਂ ਕਮਾ ਲਿਆ ਪੈਸਾ, ਹੁਣ ਅਸੀਂ ਆਪਦੇ ਜਿਹੜੇ ਉਹ ਸ਼ੇਅਰ ਹੈ ਉਹ ਵਾਪਸ ਲੈਣੇ ਆ। ਤਾਂ ਕੰਪਨੀ ਕੀ ਕਰਦੀ ਹੈ, ਬਾਏਬੈਕ ਲੈ ਕੇ ਆਉਂਦੀ ਹੈ। ਹੁਣ ਬਾਏਬੈਕ ਆਫਰ ਦੇ ਵਿੱਚ ਕੀ ਹੁੰਦਾ ਹੈ
ਕਿ ਕੰਪਨੀ ਮਾਰਕੀਟ ਚੋਂ ਸ਼ੇਅਰ ਵਾਪਸ ਲੈ ਲੇਗੀ। ਜਦੋਂ ਕੰਪਨੀ ਮਾਰਕੀਟ ਚੋਂ ਸ਼ੇਅਰ ਵਾਪਸ ਲਵੇਗੀ ਤਾਂ ਉਹ ਪੈਸਾ ਦੇਵੇਗੀ ਕਿ ਲਏਗੀ? ਦੇਗੀ ਸਰ। ਹੈ ਨਾ? ਤੇ ਜਦੋਂ ਪੈਸਾ ਦੇਊਗੀ ਤਾਂ ਫਿਰ ਜਿਹੜਾ ਇਕੁਇਟੀ ਸ਼ੇਅਰ ਕੈਪੀਟਲ ਹੈ ਉਹ ਵਧੇਗਾ ਜਾਂ ਘਟੇਗਾ? ਕਿ ਘਟੇਗਾ। ਘਟੇਗਾ, ਕਿਉਂਕਿ ਹੁਣ ਕੰਪਨੀ ਦੀ ਜੇਬ 'ਚ ਪੈਸਾ ਆਇਆ ਤਾਂ ਨਹੀਂ, ਕੰਪਨੀ ਦੀ ਜੇਬ 'ਚੋਂ ਪੈਸਾ ਗਿਆ ਹੈ, ਤਾਂ ਉੱਥੇ ਜਿਹੜਾ ਇਕੁਇਟੀ ਸ਼ੇਅਰ ਕੈਪੀਟਲ ਹੈ ਉਹ ਘਟ ਜਾਏਗਾ। ਹੁਣ ਕੰਪਨੀ ਆਪਦੇ ਹੀ ਸ਼ੇਅਰ ਆਪੇ ਖਰੀਦ ਰਹੀ ਹੈ, ਇਹ ਚੀਜ਼ ਪੋਜ਼ਿਟਿਵ ਹੈ ਕਿ ਨੈਗੇਟਿਵ ਹੈ? ਪੋਜ਼ਿਟਿਵ। ਕਿਉਂਕਿ ਕੰਪਨੀ ਨੂੰ ਆਪਦੇ ਤੇ ਭਰੋਸਾ ਹੈ, ਹੁਣ ਕੰਪਨੀ ਨੂੰ ਪਤਾ ਕਿ ਕੱਲ ਨੂੰ ਸਾਡੇ ਸ਼ੇਅਰ ਦੀ ਕੀਮਤ ਹੋਰ ਵਧਣੀ ਹੈ, ਅਸੀਂ ਪਹਿਲਾਂ ਹੀ ਆਪਦੇ ਕੋਲੇ ਇਹਨਾਂ ਨੂੰ ਹੋਰ ਲੈ ਕੇ ਰੱਖ ਲੈਂਦੇ ਹਾਂ। ਤੇ ਜਦੋਂ ਵੀ ਕਿਸੇ ਕੰਪਨੀ ਦਾ ਬਾਇਬੈਕ ਆਉਂਦਾ ਹੈ ਤੇ ਇਹਨੂੰ ਬੜਾ ਪੋਜ਼ਿਟਿਵ ਮੰਨਿਆ ਜਾਂਦਾ ਹੈਗਾ, ਠੀਕ ਹੈ। ਤੇ ਉਹਦੇ ਵਿੱਚ ਕੀ ਹੋਏਗਾ, ਕੰਪਨੀ ਪੈਸਾ ਦੇ ਰਹੀ ਹੈ ਲੋਕਾਂ ਨੂੰ ਕਿ ਤੁਸੀਂ ਸਾਨੂੰ ਸ਼ੇਅਰ ਦੇ ਦਿਓ, ਅਸੀਂ ਤੁਹਾਡੇ ਤੋਂ ਸ਼ੇਅਰ ਚੱਕ ਰਹੇ ਹਾਂ, ਤੇ ਉਹਨੂੰ ਆਪਾਂ ਬਾਇਬੈਕ ਕਹਿੰਦੇ ਹਾਂ। ਇਕੁਇਟੀ ਸ਼ੇਅਰ ਕੈਪੀਟਲ ਘਟ ਜਾਂਦੀ ਹੈ, ਹੋ ਸਕਦਾ ਹੈ ਕਿ ਫਿਰ ਉਦੋਂ ਪ੍ਰਾਈਸ ਜ਼ਿਆਦਾ ਹੋਊਗਾ ਨਾ ਥੋੜਾ ਜਿਹਾ। ਹਾਂਜੀ, ਮਾਰਕੀਟ ਨਾਲੋਂ ਥੋੜਾ ਜਿਹਾ ਜ਼ਿਆਦਾ ਹੁੰਦਾ ਪ੍ਰਾਈਸ, ਤਾਂ ਹੀ ਤਾਂ ਲੋਕੀ ਫਿਰ ਕੰਪਨੀ ਨੂੰ ਵਾਪਸ ਕਰਨਗੇ ਨਾ। ਜੋ ਮਾਰਕੀਟ ਰੇਟ ਤੇ ਕਰਨਗੇ, ਦੇਖੋ ਕੰਪਨੀ ਨੇ ਅਨਾਉਂਸ ਕਰਤਾ ਬਾਇਬੈਕ, ਹੁਣ ਲੋਕਾਂ ਨੂੰ ਲੱਗਦਾ ਵੀ ਕੰਪਨੀ ਜੇ ਵਧੀਆ ਪਰਫਾਰਮ ਕਰ ਰਹੀ ਹੈ ਤਾਂ ਸ਼ੇਅਰ ਦੀ ਵੈਲਿਊ ਵਧਣ ਵਾਲੀ ਹੈ, ਕਿਉਂ ਦੇਣਗੇ ਕੰਪਨੀ ਨੂੰ ਵਾਪਸ? ਉਹ ਕਹਿੰਦੇ ਅਸੀਂ ਨਹੀਂ ਦੇਣੇ ਜੀ ਤੁਹਾਨੂੰ ਸ਼ੇਅਰ। ਤਾਂ ਕੰਪਨੀ ਲਾਲਚ ਦੇਣ ਦੇ ਲਈ ਕੀ ਕਰਦੀ ਹੈ, ਮਾਰਕੀਟ ਰੇਟ ਤੋਂ ਵੱਧ ਤੇ ਬਾਇਬੈਕ ਕਰ ਲੈਂਦੀ। ਕਹਿੰਦੀ ਮਾਰਕੀਟ ਮੰਨ ਲਓ ਕਹਿੰਦੇ 4000 ਦਾ ਸ਼ੇਅਰ ਚੱਲ ਰਿਹਾ, ਅਸੀਂ 4500 ਦਾ ਲੈਣ ਨੂੰ ਤਿਆਰ ਹਾਂ, ਫਿਰ ਵੀ ਲੋਕ ਉਹਨਾਂ ਨੂੰ ਦੇਣਗੇ ਨਹੀਂ, ਠੀਕ ਹੈ। ਥੋੜੇ ਜਿਹੇ ਲੋਕ ਜਿਹੜੇ ਦੇ ਦੇਣਗੇ, ਲੋਕ ਕੀ ਕਹਿਣਗੇ, ਜੇ ਕੰਪਨੀ 4500 ਦਾ ਲੈ ਕੇ ਵੀ ਇਹ ਸੋਚ ਰਹੀ ਹੈ ਵੀ ਇਹ ਸਾਡਾ ਸ਼ੇਅਰ ਹੋਰ ਵੱਧ ਜੂਗਾ ਤਾਂ ਅਸੀਂ ਰੱਖ ਲੈਂਦੇ ਹਾਂ। ਤਾਂ ਉਹਨਾਂ ਨੂੰ ਲਾਲਚ ਦੇਣ ਦੇ ਚੱਕਰ 'ਚ ਕੰਪਨੀ ਮਾਰਕੀਟ ਰੇਟ ਤੋਂ ਥੋੜੇ ਜਿਹੇ ਵੱਧ ਪੈਸਿਆਂ ਦੇ ਸ਼ੇਅਰ ਵਾਪਸ ਲੈਂਦੀ ਹੈ। ਜਦੋਂ ਉਹਦੇ ਵਿੱਚ ਲਿਮਿਟ ਵੀ ਹੁੰਦੀ ਹੈ ਸਰ, ਜਿਵੇਂ ਆਈਪੀਓ 'ਚ ਲਿਮਿਟ ਹੁੰਦੀ ਹੈ ਕਿ ਇੰਨੇ ਸ਼ੇਅਰ ਲੈਣੇ ਆ? ਹਾਂਜੀ ਸਰ, ਬਿਲਕੁਲ ਲਿਮਿਟ ਵੀ ਹੁੰਦੀ ਹੈ ਜੀ। ਇਹ ਡਿਪੈਂਡ ਕਰਦਾ, ਉਹੀ ਰੇਸ਼ੋ ਦੇ ਬੇਸਿਸ ਤੇ ਕਰਦਾ ਕਿ ਕੰਪਨੀ ਕਹਿੰਦੀ ਹੈ ਜੀ, ਕੰਪਨੀ ਇਹ ਕਹਿੰਦੀ ਹੈ ਕਿ ਅਸੀਂ ਇੰਨੇ, ਜੇ ਤੁਹਾਡੇ ਕੋਲ ਇੰਨੇ ਸ਼ੇਅਰ ਹੈ ਤਾਂ ਤੁਹਾਨੂੰ ਇੱਕ ਬੰਦੇ ਤੋਂ ਅਸੀਂ ਮੰਨ ਲਓ 40 ਸ਼ੇਅਰ ਲੈ ਸਕਦੇ ਹਾਂ, ਜੇ ਅਸੀਂ 35 ਸ਼ੇਅਰ ਲੈ ਲਾਂਗੇ ਤਾਂ ਇੱਕ ਲਿਮਿਟ ਰੱਖ ਲੈਂਦੇ ਆ। ਠੀਕ ਹੈ ਸਰ। ਤੇ ਭਾਜੀ ਇਹ ਧੱਕੇ ਵਾਲਾ ਕੰਮ ਹੁੰਦਾ ਕਿ ਆਪਣੀ ਮਰਜ਼ੀ ਹੁੰਦੀ ਹੈ? ਸਿਰਫ ਆਪਣੀ ਮਰਜ਼ੀ ਹੈ ਜੀ, ਆਪਣੇ ਨਾਲ ਧੱਕਾ ਨਹੀਂ ਕੋਈ ਵੀ ਕਰ ਸਕਦਾ। ਆਪਣੀ ਮਰਜ਼ੀ ਆਪਾਂ ਦੇਈਏ ਜਾਂ ਨਾ ਦੇਈਏ। ਹੁਣ ਮੰਨ ਲਓ ਕੰਪਨੀ ਕਹਿੰਦੀ ਅਸੀਂ 100 ਸ਼ੇਅਰ ਵਾਪਸ ਲੈਣਾ, ਹੋ ਸਕਦਾ ਕੰਪਨੀ ਨੂੰ 80 ਸ਼ੇਅਰ ਵਾਪਸ ਮਿਲਣ। ਅੱਛਾ, ਉਹ ਤਿਆਰ ਹੋ ਗਏ ਵਾਪਸ ਕਰਨ ਲਈ, ਵੀ ਨਹੀਂ ਮੰਨੀ, ਨਹੀਂ ਮੰਨੀ, ਧੱਕਾ ਨਹੀਂ ਕਰ ਸਕਦਾ ਕੋਈ ਵੀ ਉਹਨਾਂ ਨਾਲ, ਠੀਕ ਹੈ। ਠੀਕ ਹੈ। ਇਹ ਨਹੀਂ ਗਾ ਕਿ ਕੰਪਨੀ ਨੇ 100 ਕਹਿ ਦਿੱਤਾ 100 ਵਾਪਸ ਮਿਲਣਗੇ। ਜਿਹੜੇ ਲੋਕਾਂ ਨੇ ਐਪਲੀਕੇਸ਼ਨ ਪਾਈ ਕਿ ਹਾਂਜੀ ਸਾਡੇ ਤੋਂ ਸ਼ੇਅਰ ਵਾਪਸ ਲੈ ਲਓ, 4500 ਚ ਅਸੀਂ ਰੈਡੀ ਹਾਂ, ਉਹਨਾਂ ਤੋਂ ਲੈ ਲੈਣਗੇ। ਜਿਨ੍ਹਾਂ ਨੇ ਨਹੀਂ ਰੈਡੀ ਉਹਨਾਂ ਤੋਂ ਨਹੀਂ ਲੈਣਗੇ। ਓਕੇ ਸਰ ਮੇਰਾ ਮਤਲਬ ਕੁਐਸਚਨ ਸੀਗਾ, ਮਤਲਬ ਸ਼ੇਅਰ ਦਾ ਪ੍ਰਾਈਸ ਵਧਣ ਘਟਣ ਦੇ ਨਾਲ ਮਤਲਬ ਕੰਪਨੀ ਦੀ ਜਿਹੜੀ ਵੈਲਥ ਹੈਗੀ ਉਹਦੇ ਕੀ ਅਸਰ ਪੈਂਦਾ ਹੈਗਾ ਜੀ? ਮਤਲਬ ਕਿ ਅੱਜ ਕੰਪਨੀ ਨੇ ਇਕੁਇਟੀ ਹੈ ਜੀ ਇਸ਼ੂ ਕਰਤੀ ਹੈ ਜੀ ਅੱਜ, ਹੈ ਨਾ ਜੀ, ਮੰਨ ਲਓ ਮਾਰਕੀਟ ਦੀ ਸ਼ੇਅਰ, ਹਾਂਜੀ, ਕੰਪਨੀ ਕੋਲੇ ਮੰਨ ਲਓ 50 ਸ਼ੇਅਰ, ਮੇਰੀ ਕੰਪਨੀ ਹੈ ਉਹਦੇ ਟੋਟਲ 100 ਸ਼ੇਅਰ ਹੈ, ਠੀਕ ਹੈ। ਮੇਰੇ ਕੋਲ ਮੇਰੀ ਕੰਪਨੀ, ਮੰਨ ਲਓ ਮੇਰੀ ਕੰਪਨੀ ਰਿਚ ਰੋਬਸਟ ਹੈ, ਆਪਾਂ ਗੱਲ ਕੀਤੀ ਸੀ ਕਿ ਮੈਂ 100 ਸ਼ੇਅਰ ਦਾ ਮਾਲਿਕ ਹੈ, ਠੀਕ ਹੈ। ਇੱਕ ਸ਼ੇਅਰ ਦੀ ਕੀਮਤ ਹੈ 10 ਰੁਪਏ, ਮੇਰੇ ਕੋਲ 100 ਸ਼ੇਅਰ ਹੈ, ਇੱਕ ਸ਼ੇਅਰ ਦੀ ਕੀਮਤ 10 ਰੁਪਏ ਸੀਗੀ, ਮੇਰੀ 1000 ਮੇਰੀ ਨੈਟਵਰਥ ਹੋ ਗਈ ਕੰਪਨੀ ਦੀ। ਆਪਾਂ ਇਹ ਗੱਲ ਕੀਤੀ ਸੀ ਕਿ ਜਿੰਨੇ ਸ਼ੇਅਰ ਉਹਨੂੰ ਮਲਟੀਪਲਾਈ ਕਰ ਦਿਓ ਪ੍ਰਾਈਸ ਨਾਲ। ਹੁਣ ਕੀ ਹੋਇਆ, ਹੌਲੀ ਹੌਲੀ ਟਾਈਮ ਦੇ ਨਾਲ ਕੀ ਹੋਇਆ, ਮੈਂ ਆਈਪੀਓ ਲਾਂਚ ਕੀਤਾ, ਸਾਡੇ 20 ਸ਼ੇਅਰ ਵੇਚਦੇ, 80 ਮੇਰੇ ਕੋਲੇ ਪਏ। ਜਿਹੜੇ ਮੈਂ ਸ਼ੇਅਰ 10 ਰੁਪਏ ਦੇ ਵੇਚੇ ਸੀ, ਇੱਕ ਸ਼ੇਅਰ 10 ਰੁਪਏ ਦਾ ਵੇਚਿਆ ਸੀ, ਹੁਣ ਉਹਨਾਂ ਦੀ ਕੀਮਤ ਵੱਧ ਕੇ ਮੰਨ ਲਓ 20 ਰੁਪਏ ਹੋ ਗਈ। ਸ਼ੇਅਰ ਦੀ ਕੀਮਤ ਵੱਧਦੀ ਰਹਿੰਦੀ ਹੈ ਹਰ ਵਾਰ, ਕੰਪਨੀ ਵਧੀਆ ਪਰਫਾਰਮ ਕਰ ਰਹੀ ਹੈ, ਪ੍ਰੋਫਿਟ ਚ ਚੱਲ ਰਹੀ ਹੈ, ਅਰਨਿੰਗ ਪਰ ਸ਼ੇਅਰ ਹਰ ਵਾਰ ਵੱਧ ਰਿਹਾ, ਤਾਂ ਕੰਪਨੀ ਦਾ ਸ਼ੇਅਰ ਵੱਧ ਗਿਆ। ਜਿਹੜਾ ਹੁਣ ਮੇਰੇ ਕੋਲੇ 80 ਸ਼ੇਅਰ ਸੀ, ਕਿ ਉਹਨਾਂ ਦੀ ਵੀ ਵੈਲਿਊ 10 ਤੋਂ 20 ਰੁਪਏ ਹੋਏਗੀ ਕਿ ਨਹੀਂ ਹੋਏਗੀ? ਹੋਏਗੀ ਸਰ, ਹੋਏਗੀ। ਮੈਨੂੰ ਇਹ ਫਾਇਦਾ ਹੋਏਗੀ ਕਿ ਜਦੋਂ ਮੈਂ 20 ਮਾਰਕੀਟ 'ਚ ਸ਼ੇਅਰ ਉਤਾਰੇ, ਉਹਨਾਂ ਦੀ ਵੈਲਿਊ ਵਧੀ, ਉਹ 10 ਤੋਂ 20 ਰੁਪਏ ਦੇ ਹੋ ਗਏ, ਤੇ ਜਿਹੜੇ ਮੇਰੇ ਕੋਲੇ 80 ਸ਼ੇਅਰ ਪਏ ਸੀ ਉਹ ਆਟੋਮੈਟਿਕ ਹੀ 20 ਰੁਪਏ ਦੇ ਹੋ ਗਏ। ਜੇ ਮੈਂ ਅੱਜ ਉਹਨਾਂ ਨੂੰ ਮਾਰਕੀਟ 'ਚ ਵੇਚਾਂ ਤਾਂ ਮੈਨੂੰ 20 ਰੁਪਏ ਦਾ ਵਿਕੂਗਾ ਮੇਰਾ। ਹਾਂਜੀ ਹਾਂਜੀ ਹਾਂਜੀ। ਜਦੋਂ ਵੀ ਆਪਾਂ, ਇੱਕ ਮਿੰਟ ਆਪਾਂ ਇਹ ਕਹਿੰਦੇ ਸਰ ਕਿ ਕਿਉਂਕਿ ਨਾਲੋਂ ਬੜਾ, ਜਿਵੇਂ ਆਪਾਂ ਕਹਿੰਦੇ ਜੀ ਜੈਫ ਬੇਜ਼ੋਸ ਆ ਉਹ ਪਹਿਲੇ ਨੰਬਰ ਦਾ ਅਮੀਰ ਬੰਦਾ ਹੈ, ਬਿਲ ਗੇਟਸ ਆ ਉਹ ਦੂਜੇ ਨੰਬਰ ਵਾਲਾ ਅਮੀਰ ਬੰਦਾ ਹੈ। ਆਪਾਂ ਉਹਨਾਂ ਦੀ ਵੈਲਿਊ ਕਿੱਥੋਂ ਕੱਢਦੇ ਹਾਂ? ਆਪਾਂ ਵੈਲਿਊ ਮੋਸਟ ਸ਼ੇਅਰ ਬੇਸਿਸ ਤੋਂ ਵੈਲਿਊ ਕੱਢੀ ਜਾਂਦੀ ਹੈ ਕਿ ਜਿੰਨੇ ਵੀ ਉਹਨਾਂ ਕੋਲ ਸ਼ੇਅਰ ਹੈ, ਅੱਜ ਉਹਨਾਂ ਦੀ ਵੈਲਿਊ ਇੰਨੀ ਰਹੇਗੀ, ਕਿਸੇ ਦੇ ਸ਼ੇਅਰ ਦੀ ਵੈਲਿਊ ਇੰਨੀ ਰਹੇਗੀ, ਤਾਂ ਉੱਥੋਂ ਆਪਾਂ ਨੂੰ ਪਤਾ ਲੱਗਦਾ ਕਿ ਉਹ ਨੰਬਰ 1 ਕੌਣ ਹੈ, ਨੰਬਰ 2 ਕੌਣ ਹੈ, ਠੀਕ ਹੈ ਜੀ।
ਇਹਦਾ ਮਤਲਬ ਕੁਐਸਚਨ ਇਹ ਸੀਗਾ ਜੀ, ਮਤਲਬ ਆਪਾਂ ਨੇ ਮਤਲਬ 20 ਸ਼ੇਅਰ ਮਤਲਬ ਆਪਾਂ ਇਸ਼ੂ ਕਰਤੇ ਆ ਜੀ ਮਾਰਕੀਟ ਦੇ ਵਿੱਚ, ਹੈ ਨਾ ਜੀ, ਮਤਲਬ ਤੇ ਮਤਲਬ ਕੁਛ ਸਮੇਂ ਬਾਅਦ ਉਹਦਾ ਜਿਹੜਾ ਪ੍ਰਾਈਸ ਰਾਈਜ਼ ਹੋ ਗਿਆ, ਹੈ ਨਾ ਜੀ, ਤੇ ਫਿਰ ਕੀ ਹੋਇਆ ਜੀ, ਮਤਲਬ ਮੈਂ ਪੁੱਛ ਰਿਹਾ ਜੀ ਜਿਹੜੀ ਪ੍ਰਾਈਸ ਦੇ ਵਿੱਚ ਮਤਲਬ ਬੂਮ ਆਇਆ ਹੈਗਾ ਜੀ, ਉਸ ਮਾਰਕੀਟ ਜਿਹੜੀ ਆਪਣੀ ਕੰਪਨੀ ਦੀ ਵੈਲਥ ਨੂੰ ਕੀ ਅਸਰ ਪੈ ਰਿਹਾ, ਉਹ ਸਰ ਉਦੋਂ ਪਊਗਾ ਜਦੋਂ ਆਪਣਾ ਨੈਕਸਟ ਕਿਊਟੀ ਦਾ ਜਿਹੜਾ ਮਤਲਬ ਲੋਟ ਹੈਗਾ ਜੀ ਲਾਂਚ ਕਰੂਗਾ ਜੀ। ਨਹੀਂ ਸਰ, ਮੇਰੇ ਕੋਲੇ ਸ਼ੇਅਰ ਪਏ ਨੇ, ਬੂਮ ਆ ਗਿਆ ਮਾਰਕੀਟ 'ਚ, ਹਾਂਜੀ ਜਿਹੜੇ 20 ਸ਼ੇਅਰ ਮਾਰਕੀਟ 'ਚ ਹਾਂ- ਸੀਗੇ ਉਹਨਾਂ ਦਾ ਰੇਟ ਵੱਧ ਗਿਆ, ਹਾਂਜੀ ਤਾਂ ਹਾਂਜੀ ਜਿਹੜੇ ਮੇਰੇ ਕੋਲ ਸ਼ੇਅਰ ਹੈ ਉਹ ਮੇਰੀ ਇੱਕ ਵੈਲਥ ਹੈ, ਬਿਲਕੁਲ 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 ਹਾਂਜੀ ਤਾਂ ਆਟੋਮੈਟਿਕ ਮੇਰੀ ਵੈਲਥ ਵਧੀ ਕਿ ਨਹੀਂ ਵਧੀ? ਬਿਲਕੁਲ ਵਧੀਆ ਜੀ। ਇਹ ਹਾਂਜੀ ਚੀਜ਼ ਕੰਪਨੀ ਨੂੰ ਉਸ ਚੀਜ਼ ਦਾ ਪ੍ਰੋਫਿਟ ਹੋਇਆ ਨਾ, ਜੇ ਉਹਦੇ 20 ਸ਼ੇਅਰ ਜਿਹੜੇ ਮਾਰਕੀਟ 'ਚ ਫਿਰਦੇ ਸੀ ਉਹ ਵੱਧ ਗਏ, ਤਾਂ ਮੇਰੇ ਕੋਲ ਜਿਹੜੇ ਬਾਕੀ 80 ਪਏ ਆ ਉਹ ਮੇਰੀ ਵੈਲਥ ਹੈ, ਉਹ ਵੀ ਤਾਂ ਵੱਧ ਗਈ ਨਾ, ਕੰਪਨੀ ਦੀ ਵੈਲਥ ਵੱਧ ਗਈ, ਕੰਪਨੀ ਦੀ ਨੈਟਵਰਕ ਵੱਧ ਗਈ। ਜੀ 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 ਠੀਕ ਹੈ ਠੀਕ। ਓਕੇ ਸਰ, ਹੁਣ ਆਪਾਂ ਕੀ ਕਰਦੇ ਹਾਂ ਜੀ? ਇੱਕ ਕੁਐਸਚਨ ਸੀ ਸ਼ੇਅਰ ਦੇ ਸਰ, ਜਿਹੜੇ ਭਾਜੀ ਸ਼ੇਅਰਸ ਆਊਟਸਟੈਂਡਿੰਗ ਹੁੰਦੇ ਆ ਉਹ ਜਿਹੜੇ ਟੋਟਲ ਕੰਪਨੀ ਮਾਰਕੀਟ 'ਚ ਲਿਆਉਂਦੀ ਉਹਨੂੰ ਸਰ ਸ਼ੇਅਰ ਆਊਟਸਟੈਂਡਿੰਗ ਕਹਿੰਦੇ ਆ? ਸ਼ੇਅਰ ਹਾਂਜੀ ਸਰ, ਇੰਨਾ ਕਲੀਅਰ ਹੈ ਤਾਂ ਵੀ ਆਪਾਂ ਅੱਗੇ ਚੱਲੀਏ ਅੱਜ। ਯੈਸ ਸਰ। ਚਲੋ ਜੀ, ਹੁਣ ਆਪਾਂ ਵਾਪਸ ਮਨੀ ਕੰਟਰੋਲ ਤੇ ਹੀ ਜਾਣਾ ਹੈਗਾ। ਉਹੀ ਆਪਾਂ ਕਾਰਪੋਰੇਟ ਐਕਸ਼ਨ 'ਚ ਆਪਣਾ ਥੋੜਾ ਜਿਹਾ ਕੰਮ ਰਹਿ ਗਿਆ ਸੀ, ਆਪਾਂ ਅੱਜ ਉਹਨੂੰ ਕੰਪਲੀਟ ਕਰ ਲੈਂਦੇ ਹਾਂ। ਗੂਗਲ ਤੇ ਜਾਓ, ਮਨੀ ਕੰਟਰੋਲ ਨੂੰ ਸਰਚ ਕਰੋ, ਮਨੀ ਕੰਟਰੋਲ ਦੇ ਉੱਪਰ ਜਿਹੜਾ ਸਰਚ ਬਾਰ ਹੈ ਉੱਥੇ ਲਿਖੋ ਜੀ ਪਿਡੀਲਾਈਟ, ਆਪਾਂ ਪਿਡੀਲਾਈਟ ਦੀ ਸਰਚ ਕਰ ਰਹੇ ਸੀਗੇ। ਓਕੇ, ਪਿਡੀਲਾਈਟ ਤੋਂ ਬਾਅਦ ਆਪਾਂ ਕੱਲ ਜੋ ਕੀਤਾ ਸੀਗਾ, ਆਪਾਂ ਰੇਸ਼ੀਓਜ਼ ਦੇਖੀਆਂ ਸੀਗੀਆਂ ਜਿਹੜੀਆਂ 12 ਮੰਥ ਵਾਲੀਆਂ ਸੀਗੀਆਂ। ਇਸ ਤੋਂ ਬਾਅਦ ਆਪਾਂ ਕਾਰਪੋਰੇਟ ਐਕਸ਼ਨ 'ਚ ਚਲੇ ਗਏ। ਸਰ ਕਾਰਪੋਰੇਟ ਐਕਸ਼ਨ 'ਚ ਆਪਾਂ ਕੀ ਕੀਤਾ ਜੀ, ਓਵਰਵਿਊ, ਸੌਰੀ ਆਪਾਂ ਕੱਲ ਜੋ ਕੀਤਾ ਸੀ, ਆਪਾਂ ਕੰਪਨੀ ਦਾ ਬੋਰਡ ਮੀਟਿੰਗਸ ਦੇਖੀਆਂ, ਅਨਾਉਂਸਮੈਂਟਸ ਦੇਖੀਆਂ, ਠੀਕ ਹੈ। ਅੱਜ ਜੋ ਆਪਾਂ ਚੀਜ਼ ਕਰਨੀ ਹੈ ਉਹ ਆਪਾਂ ਦੇਖ ਸਰ ਸ਼ੇਅਰ ਹੋਲਡਰ ਪੈਟਰਨ ਕਰਨਾ ਜੀ। ਦੇਖੋ ਦਿਖ ਰਿਹਾ ਸਭ ਨੂੰ? ਹਾਂਜੀ ਠੀਕ ਹੈ, ਹੁਣ ਆਪਾਂ ਨੂੰ ਥੋੜਾ ਜਿਹਾ ਸ਼ੇਅਰ ਬਾਰੇ ਨੌਲੇਜ ਹੋਈ ਨਾ, ਕੰਪਨੀ ਕੋਲੇ ਕਿੰਨੇ ਸ਼ੇਅਰ ਪਏ ਆ, ਪ੍ਰਮੋਟਰ ਕੋਲੇ ਕਿੰਨੇ ਪਏ ਆ। ਹੁਣ ਆਪਾਂ ਇੱਥੋਂ ਇੱਕ ਚੀਜ਼ ਦੇਖਣੀ ਹੈ, ਜਦੋਂ ਵੀ ਆਪਾਂ ਕਿਸੇ ਕੰਪਨੀ ਦੇ ਸ਼ੇਅਰ ਹੋਲਡਰ ਪੈਟਰਨ ਦੀ ਗੱਲ ਕਰਦੇ ਹਾਂ, ਠੀਕ ਹੈ, ਇੱਥੇ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਪ੍ਰਮੋਟਰਸ, ਸਭ ਨੂੰ ਨਜ਼ਰ ਆ ਰਿਹਾ ਜੀ? ਹਾਂਜੀ ਓਕੇ, ਤਾਂ ਆਪਾਂ ਸਰ ਇੱਥੋਂ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਕਿ ਪ੍ਰਮੋਟਰ ਕੋਲੇ ਉਸ ਕੰਪਨੀ ਜਾਂ ਕਹ ਲਓ ਕੰਪਨੀ ਦੇ ਟੋਟਲ ਤੇ ਪ੍ਰਮੋਟਰਸ ਕੋਲੇ ਕਿੰਨੇ ਜਿਹੜੇ ਸ਼ੇਅਰ ਹੈ ਉਹ ਪਏ ਹੈਗੇ ਆ। ਹੁਣ 70% ਜਿਹੜੇ ਸ਼ੇਅਰਸ ਹੈ ਉਹ ਕੰਪਨੀ ਦੇ ਪ੍ਰਮੋਟਰਸ ਕੋਲੇ ਪਏ ਆ। ਇਹ ਚੀਜ਼ ਚੰਗੀ ਹੈ ਜਾਂ ਮਾੜੀ ਹੈ? ਜਿਹੜੀ ਕੰਪਨੀ ਮਾੜੀ ਹੈ ਸਰ। ਚੰਗੀ ਹੈ ਸਰ। ਚੰਗੀ ਹੈ ਜੀ। ਕੰਪਨੀ ਦੇ ਮੇਨ ਬੰਦਿਆਂ ਨੂੰ ਆਪਦੀ ਕੰਪਨੀ ਦੇ ਉੱਪਰ ਇੰਨਾ ਭਰੋਸਾ ਹੈ ਕਿ ਉਹਨਾਂ ਨੇ ਉਹਨਾਂ ਦੇ ਸ਼ੇਅਰ ਆਪਦੇ ਕੋਲੇ ਹੀ ਰੱਖੇ ਹੋਏ ਆ, ਇਸੇ ਆਸ 'ਚ ਕਿ ਕੰਪਨੀ ਵਧੀਆ ਪਰਫਾਰਮ ਕਰ ਰਹੀ ਹੈ, ਇਹ ਸ਼ੇਅਰ ਵੱਧਦੇ ਰਹਿਣਗੇ ਹਮੇਸ਼ਾ, ਠੀਕ ਹੈ। ਆਪ ਕੋਈ ਵੀ ਬੰਦਾ ਸ਼ੇਅਰ ਕਦੋਂ ਵੇਚਦਾ ਹੈ? ਕੰਪਨੀ ਨੂੰ ਛੱਡ ਕੇ, ਮੰਨ ਲਓ ਪ੍ਰਮੋਟਰ ਹੈ, ਜੇ ਉਹਨੂੰ ਲੱਗਦਾ ਕਿ ਯਾਰ ਇਹ ਸ਼ੇਅਰ ਤੁਹਾਨੂੰ ਡੁੱਬੂਗਾ, ਮੈਂ ਇਹਨੂੰ ਵੇਚ ਦਿਆਂ। ਪਰ ਜੇ ਉਹਨੂੰ ਲੱਗਦਾ ਹੈ, ਹੁਣ ਜਿਵੇਂ ਆਪਾਂ ਮੁਕੇਸ਼ ਅੰਬਾਨੀ ਦੀ ਗੱਲ ਕੀਤੀ ਸੀ, ਜੇ ਉਹਨੂੰ ਲੱਗਦਾ ਕਿ ਰਿਲਾਇੰਸ ਕੰਪਨੀ ਵਧੀਆ ਕੰਮ ਕਰ ਰਹੀ ਹੈ, ਮੈਂ ਇਹਦੇ ਸ਼ੇਅਰ ਨਾ ਵੇਚਾਂ, ਲੈ ਕੇ ਰੱਖਾਂ, ਇਹ ਚੰਗੀ ਗੱਲ ਹੈ ਕਿ ਮਾੜੀ ਗੱਲ ਹੈ? ਚੰਗੀ ਗੱਲ ਹੈ। ਠੀਕ ਹੈ, ਤਾਂ ਜਿਹੜੇ ਕੰਪਨੀ ਦੇ 50% ਤੋਂ ਉੱਪਰ ਸ਼ੇਅਰ ਪ੍ਰਮੋਟਰਸ ਕੋਲ ਪਏ ਹੈਗੇ ਆ, ਤਾਂ ਆਪਾਂ ਇਹਨੂੰ ਵਧੀਆ ਮੰਨ ਕੇ ਚੱਲਦੇ ਹਾਂ, ਠੀਕ ਹੈ। 40-50% ਜਿਹੜਾ ਸ਼ੇਅਰ ਦਾ ਹਿੱਸਾ ਹੈਗਾ ਉਹ ਕੰਪਨੀ ਦੇ ਪ੍ਰਮੋਟਰਸ ਕੋਲੇ ਹੈ, ਤਾਂ ਆਪਾਂ ਇਹਨੂੰ ਵਧੀਆ ਮੰਨ ਕੇ ਚੱਲਦੇ ਹਾਂ ਕਿ ਕੰਪਨੀ ਅੱਛੀ ਹੈ, ਕੰਪਨੀ ਪ੍ਰਮੋਟਰਸ ਨੂੰ ਆਪਣੀ ਕੰਪਨੀ ਦੇ ਉੱਪਰ ਪੂਰਾ ਵਿਸ਼ਵਾਸ ਹੈ, ਉਹ ਇਹਦੇ ਸ਼ੇਅਰਸ ਨੂੰ ਵੇਚ ਨਹੀਂ ਰਹੇ, ਉਹ ਆਪਦੇ ਕੋਲੇ ਰੱਖ ਰਹੇ ਹੈ, ਠੀਕ ਹੈ ਜੀ। ਫਿਰ ਆਪਾਂ ਗੱਲ ਕਰਦੇ ਹਾਂ ਸਰ, ਇੱਥੇ ਇੱਕ ਚੀਜ਼ ਹੋਰ ਦੇਖੋ ਜੀ, ਹੋਲਡਿੰਗ ਦੇ ਵਿੱਚ ਇਤਨੇ ਜੇ ਕਈ ਵਾਰੀ ਇਹ ਵੀ ਹੁੰਦਾ ਹੈ ਕਿ ਕੰਪਨੀ ਦੇ ਨਾ ਮੰਨ ਲਓ 40% 50% ਸ਼ੇਅਰ ਉਹਦੇ ਕੋਲੇ ਪ੍ਰਮੋਟਰਸ ਕੋਲ ਪਏ ਆ, ਪਰ ਉਹਨਾਂ ਨੇ ਪਲੇਜ ਕੀਤੇ ਹੋਏ ਆ, ਜਿਹੜਾ ਹਰਾ ਰੰਗ ਤੁਹਾਨੂੰ ਦਿਖ ਰਿਹਾ, ਜੇ ਬਾਈ ਚਾਂਸ ਕੰਪਨੀ ਦੇ ਜਿਹੜੇ ਸ਼ੇਅਰ ਹੈ ਉਹ ਪਲੇਜ ਦੇ ਵਿੱਚ ਆ ਜਾਣ, ਇੱਥੇ ਇੱਕ ਹਰੇ ਰੰਗ ਦਾ ਹੋਰ ਬਾਰ ਨਜ਼ਰ ਆਏਗਾ ਤੁਹਾਨੂੰ, ਇਹਦਾ ਮਤਲਬ ਹੈ ਕਿ ਕੰਪਨੀ ਨੇ ਸ਼ੇਅਰ ਤਾਂ ਪਏ ਆ ਪ੍ਰਮੋਟਰ ਕੋਲੇ, ਪਰ ਉਹਨਾਂ ਨੇ ਸਾਰੇ ਕੀ ਕੀਤਾ, ਉਹਨਾਂ ਨੂੰ ਪਲੇਜ ਕੀਤਾ ਹੋਇਆ, ਉਹਨਾਂ ਦੇ ਉੱਪਰ ਲੋਨ ਲਿਆ ਹੋਇਆ, ਜਿੰਨੇ ਵੀ ਸ਼ੇਅਰ ਸੀ। ਪ੍ਰਮੋਟਰ ਕੋਲੇ ਸ਼ੇਅਰ ਹੋਣਾ ਚੰਗੀ ਗੱਲ ਹੈ,
ਪਰ ਜੇ ਉਹਨਾਂ ਨੇ ਸਾਰਿਆਂ ਨੇ ਲੋਨ ਲਿਆ ਹੋਇਆ, ਕੀ ਇਹ ਚੰਗੀ ਗੱਲ ਹੈ ਉਹਦੇ ਉੱਪਰ? ਨਹੀਂ। ਠੀਕ ਹੈ, ਤਾਂ ਆਪਾਂ ਇਹ ਵੀ ਦੇਖਣਾ ਕਿ ਕਿਤੇ ਇਹ ਤਾਂ ਨਹੀਂ ਕਿ ਪ੍ਰੋਮੋਟਰ ਕੋਲੇ ਸਰ share ਪ੍ਰਮੋਟਰਾਂ ਨੇ ਲੋਨ ਦਿੱਤਾ ਹੈ ਜਾਂ ਕਿਸੇ ਹੋਰ ਨੇ? ਹਾਂਜੀ ਸਰ, ਪ੍ਰੋਮੋਟਰਸ ਨੇ। ਠੀਕ। ਠੀਕ ਹੈ, ਤਾਂ ਆਪਾਂ ਜਿਵੇਂ ਯੈਸ ਬੈਂਕ ਆਪਾਂ ਦੇਖ ਰਹੇ ਸੀ, ਯੈਸ ਬੈਂਕ 'ਚ ਪਤਾ ਕੀ ਹੋਇਆ ਸੀਗਾ ਕਿ ਕੰਪਨੀ ਦੇ ਕੋਲੇ ਜਾਂ ਪ੍ਰੋਮੋਟਰ ਦੇ ਕੋਲੇ ਸ਼ੇਅਰ ਤਾਂ ਪਏ ਸੀ, ਪਰ ਸਾਰੇ ਪਲੈਜ ਕੀਤੇ ਹੋਏ ਸੀਗੇ। ਇਸੇ ਕਰਕੇ ਯੈਸ ਬੈਂਕ ਡੁੱਬ ਗਿਆ, ਜਾਂ ਕਹ ਲਓ ਉਹਦੇ ਸ਼ੇਅਰ ਇੰਨੇ ਨੀਚੇ ਆ ਗਏ, ਕਿਉਂਕਿ ਜਦੋਂ ਉਹਨਾਂ ਤੋਂ ਆਗੇ ਉਹ ਛੁਡਾਏ ਗਏ ਨਹੀਂ, ਤੇ ਜਿਹੜੇ ਬੰਦੇ ਕੋਲੇ ਪਲੈਜ ਸੀ ਉਹਨੇ ਕੀ ਕੀਤਾ, ਓਪਨ ਮਾਰਕੀਟ 'ਚ ਸਾਰੇ ਸ਼ੇਅਰ ਵੇਚਤੇ। ਉਸੇ ਕਰਕੇ ਉਹਦਾ ਪ੍ਰਾਈਸ ਇੰਨਾ ਡਾਊਨ ਹੋ ਗਿਆ ਸੀਗਾ। ਤਾਂ ਆਪਾਂ ਇਹ ਵੀ ਜ਼ਰੂਰ ਧਿਆਨ ਰੱਖਣਾ ਕਿ ਕੰਪਨੀ ਦੇ ਜਿਹੜੇ ਪ੍ਰੋਮੋਟਰਸ ਉਹਦੇ ਕੋਲੇ ਕਿੰਨੇ ਸ਼ੇਅਰ ਹੈ, ਤੇ ਕਿਤੇ ਇਹ ਤਾਂ ਨਹੀਂ ਕਿ ਉਹ ਸਾਰੇ ਪਲੈਜ ਕੀਤੇ ਹੋਏ ਆ। ਜੇ ਪਲੈਜ ਕੀਤੇ ਹੋਏ ਆ ਤੇ ਬੁਰੀ ਗੱਲ ਹੈ। ਠੀਕ ਹੈ ਜੀ। ਨੈਕਸਟ ਆ ਗਿਆ ਸਰ ਆਪਣੇ ਕੋਲੇ FII, ਜਿਹੜੀਆਂ ਫੋਰਨ ਦੀਆਂ ਕੰਪਨੀਆਂ ਹੈ, ਫੋਰਨ ਇਨਵੈਸਟਮੈਂਟ ਇੰਸਟੀਟਿਊਟਸ ਹੈ। ਆਪਾਂ ਇਹ ਦੇਖਦੇ ਹਾਂ ਕਿ ਉਹਨਾਂ ਨੇ ਕਿੰਨਾ ਪੈਸਾ ਇਸ ਕੰਪਨੀ 'ਚ ਲਗਾਇਆ ਹੋਇਆ, ਜਾਂ ਉਹਨਾਂ ਨੇ ਕਿੰਨੇ % ਜਿਹੜੇ ਸ਼ੇਅਰਸ ਹੈ ਖਰੀਦੇ ਹੋਏ ਆ। ਹੁਣ ਕਾਮਨ ਜੀ ਗੱਲ ਹੈ, ਜਦੋਂ ਆਪਾਂ ਗੱਲ ਕਰਦੇ ਹਾਂ ਫੋਰਨ ਇੰਸਟੀਟਿਊਟਸ ਦੀ, ਜੇ ਉਹ ਕਿਸੇ ਕੰਪਨੀ ਦੇ ਵਿੱਚ ਇਨਵੈਸਟ ਕਰ ਰਹੇ ਆ ਤੇ ਚੰਗੀ ਗੱਲ ਹੈ ਜਾਂ ਮਾੜੀ ਗੱਲ ਹੈ? ਚੰਗੀ ਗੱਲ ਹੈ। ਚੰਗੀ ਗੱਲ। ਆਪਾਂ ਦੇਖਿਆ ਕਿ ਹਰ ਇੱਕ ਮਾੜੀ ਮੋਟੀ ਕੰਪਨੀ 'ਚ ਤਾਂ FII ਇਨਵੈਸਟ ਨਹੀਂ ਕਰੇਗੀ। ਜਿਹੜੀਆਂ ਚੰਗੀਆਂ ਕੰਪਨੀਆਂ ਹੋਣਗੀਆਂ, ਪ੍ਰੋਫਿਟ ਮੇਕਿੰਗ ਕੰਪਨੀਆਂ ਹੋਣਗੀਆਂ, ਉਹਨਾਂ 'ਚ FII ਇਨਵੈਸਟ ਕਰੇਗੀ। ਤਾਂ ਆਪਾਂ ਇਹ ਸਰ ਦੇਖਦੇ ਹਾਂ ਜੀ ਕਿ ਆਲਮੋਸਟ ਇਹਦੇ ਵਿੱਚ ਕੀ ਹੋਇਆ, ਆਪਾਂ ਦਸੰਬਰ 2020 ਤੋਂ ਲੈ ਕੇ ਦਸੰਬਰ 2021 ਤੱਕ ਦੇਖਿਆ ਕਿ ਜਿਹੜੀ ਆਲਮੋਸਟ ਹੋਲਡਿੰਗ ਥੋੜੀ ਬਹੁਤ ਘਟਦੀ ਵੱਧਦੀ ਰਹਿੰਦੀ ਹੈ, ਅਦਰਵਾਈਜ਼ ਉਹ ਆਲਮੋਸਟ ਸੇਮ ਜੀ ਹੈ। ਠੀਕ ਹੈ, 11.5 ਤੋਂ ਲੈ ਕੇ 12 ਦੇ ਵਿੱਚ ਹੈਗੀ ਹੈ। ਤਾਂ ਆਪਾਂ ਇਹਨੂੰ ਦੇਖਦੇ ਹਾਂ, ਇਹ ਅਗਰ ਇਹ ਚੀਜ਼, ਇਹ ਰੇਸ਼ੋ ਹਰ ਵਾਰ ਘਟਣੀ ਸ਼ੁਰੂ ਹੋ ਜਾਏ, ਤਾਂ ਯਾਨੀ ਕਿ FII ਆਪਦਾ ਪੈਸਾ ਉਸ ਕੰਪਨੀ ਚੋਂ ਕੱਢ ਰਹੀ ਹੈ। ਤੇ ਇਹ ਚੰਗਾ ਸਿਗਨਲ ਹੈ ਕਿ ਬੁਰਾ ਸਿਗਨਲ ਹੈ? ਬੁਰਾ। ਤਾਂ ਆਪਾਂ ਦੇਖਣਾ ਕਿ ਜਿਹੜੀ ਕੰਪਨੀ 'ਚ FII ਆਪਣਾ ਪੈਸਾ ਵਧਾ ਰਹੀ ਹੈ, ਆਪਾਂ ਵੀ ਉਸੇ ਕੰਪਨੀ 'ਚ ਆਪਣਾ ਪੈਸਾ ਵਧਾ ਸਕਦੇ ਹਾਂ। ਪਰ ਇਹ ਨਹੀਂ ਕਿ ਆਪਾਂ ਟੋਟਲੀ ਉਹਨੂੰ ਅੱਖਾਂ ਬੰਦ ਕਰਕੇ ਫੋਲੋ ਕਰਨਾ। ਜਿਵੇਂ ਆਪਾਂ ਗੱਲ ਕੀਤੀ ਸੀ ਸਮਾਰਟ ਮਨੀ ਦੀ, ਹੁਣ ਆਪਾਂ ਨੂੰ ਇੱਥੋਂ ਪਤਾ ਲੱਗ ਸਕਦਾ ਹੈ ਕਿ FII ਨੇ ਕਿੱਥੇ ਸ਼ੇਅਰ ਖਰੀਦੇ ਹੈ, ਕਿੱਥੇ ਨਹੀਂ ਖਰੀਦੇ, ਹਨਾ। ਉਸੇ ਤਰ੍ਹਾਂ ਆਪਾਂ DII ਦੇਖਦੇ ਹਾਂ। ਹੁਣ DII 'ਚ ਕੀ ਹੁੰਦਾ, ਜਿਹੜੀਆਂ ਆਪਣੀਆਂ ਡੋਮੈਸਟਿਕ ਦੀਆਂ ਇੰਸਟੀਟਿਊਸ਼ਨਸ ਹੈਗੀਆਂ, ਇਨਵੈਸਟਿੰਗ ਇੰਸਟੀਟਿਊਟਸ ਹੈ, ਜਿਵੇਂ LIC ਹੈ। ਤਾਂ ਆਪਾਂ ਦੇਖਿਆ ਕਿ ਇਹਦੇ ਵਿੱਚ ਕੀ ਹੋਇਆ, ਪਹਿਲਾਂ 8.25% ਹਿੱਸਾ ਸੀਗਾ DII ਦਾ, ਫਿਰ ਘਟਿਆ, ਫਿਰ ਹੋਰ ਘਟਿਆ, ਪਰ ਦੁਬਾਰਾ ਫਿਰ ਵਧਣਾ ਸ਼ੁਰੂ ਹੋ ਗਿਆ। ਤੇ ਚੰਗੀ ਗੱਲ ਹੈ, FII ਵੀ ਆਪਣਾ ਪੈਸਾ ਵਧਾ ਰਹੀ ਹੈ, DII ਵੀ ਆਪਣਾ ਪੈਸਾ ਵਧਾ ਰਹੀ ਹੈ ਕੰਪਨੀ 'ਚ, ਤੇ ਯਾਨੀ ਕਿ ਕੰਪਨੀ ਅੱਛੀ ਹੈ। ਆਪਾਂ ਨੂੰ ਵੀ ਇਸੇ ਨੂੰ ਫੋਲੋ ਕਰਨਾ ਚਾਹੀਦਾ ਹੈ। ਠੀਕ ਹੈ ਜੀ। ਸਰ DI ਦੁਬਾਰਾ ਦੱਸ ਦਿਓ। ਸਰ DII ਕੀ, ਦੇਖੋ FII ਕੀ ਹੈ ਜੀ, ਜਿਹੜੀਆਂ ਫੋਰਨ ਦੀਆਂ ਕੰਪਨੀ ਨੇ ਇਨਵੈਸਟਮੈਂਟ ਵਾਲੀਆਂ। DII ਕੀ ਹੈ, ਜਿਹੜੀਆਂ ਆਪਣੀਆਂ ਡੋਮੈਸਟਿਕ ਕੰਪਨੀਆਂ ਨੇ। ਹੁਣ ਇੰਡੀਆ ਦੀ ਸਭ ਤੋਂ ਵੱਡੀ ਡੋਮੈਸਟਿਕ ਕੰਪਨੀ ਜਿਹੜੀ ਕਰਦੀ ਹੈ, ਜਿਵੇਂ ਮਿਊਚੁਅਲ ਫੰਡਸ ਵਗੈਰਾ ਹੋ ਗਏ, LIC ਹੈ। ਹਾਂਜੀ। ਠੀਕ ਹੈ ਨਾ। ਤਾਂ ਆਪਾਂ ਉਹਨਾਂ ਨੂੰ ਦੇਖਦੇ ਹਾਂ ਕਿ ਜੇ FII ਤੇ DII ਆਪਦਾ ਪੈਸਾ ਕਿਸੇ ਕੰਪਨੀ 'ਚ ਵਧਾ ਰਹੀਆਂ ਨੇ, ਉਹਦੇ ਵੱਧ ਸ਼ੇਅਰ ਖਰੀਦ ਰਹੀਆਂ ਨੇ, ਤੇ ਚੰਗੀ ਗੱਲ ਹੈ ਕਿ ਬੁਰੀ ਗੱਲ ਹੈ? ਚੰਗੀ ਗੱਲ ਹੈ। ਚੰਗੀ ਗੱਲ ਹੈ। ਠੀਕ ਹੈ। ਫਿਰ ਆਪਾਂ ਪਬਲਿਕ ਦੇ ਉੱਪਰ ਆ ਜਾਂਦੇ ਹਾਂ ਕਿ ਪਬਲਿਕ ਦੇ ਕੋਲੇ ਇਹਦੇ ਕਿੰਨੇ ਸ਼ੇਅਰਸ ਪਏ ਨੇ। ਠੀਕ ਹੈ, ਆਪਾਂ ਨੂੰ ਇੱਥੋਂ ਸਾਰਾ ਕੁਝ ਡਿਟੇਲ 'ਚ ਪਤਾ ਲੱਗ ਜਾਂਦਾ ਕਿ ਪ੍ਰੋਮੋਟਰਸ ਕੋਲੇ ਕਿੰਨੇ ਸ਼ੇਅਰ ਪਏ ਨੇ ਜੀ, FII ਕੋਲੇ ਕਿੰਨੇ ਸ਼ੇਅਰਸ ਹੈ, DII ਕੋਲੇ ਕਿੰਨੇ ਆ, ਤੇ ਪਬਲਿਕ ਦੇ ਕੋਲੇ ਕਿੰਨੇ ਆ। ਫਿਰ ਥੋੜਾ ਬਹੁਤ ਅਦਰਸ ਆ ਜਾਂਦੇ ਆ ਕਿ ਉਹਨਾਂ ਕੋਲੇ ਕਿੰਨੇ ਆ, ਕੋਈ ਸ਼ੇਅਰ ਨਹੀਂ ਹੈ ਉਹਨਾਂ ਕੋਲ। ਕਲੀਅਰ ਹੈ ਇੰਨੀ ਗੱਲ ਸਭ ਨੂੰ? ਹਾਂਜੀ। ਆਪਾਂ ਜਦੋਂ ਵੀ ਕਿਸੇ ਕੰਪਨੀ ਦੀ ਬੈਲੈਂਸ ਸ਼ੀਟ ਚੈੱਕ ਕਰਦੇ ਹਾਂ ਨਾ, ਆਪਾਂ ਕੀ ਕੀਤਾ, ਉਹਦੀ ਬੈਲੈਂਸ ਸ਼ੀਟ ਚੈੱਕ ਕੀਤੀਆਂ। ਸਭ ਤੋਂ ਪਹਿਲਾਂ ਤੁਸੀਂ ਦੋ ਚੀਜ਼ਾਂ ਧਿਆਨ ਨਾਲ ਜੇ ਦੇਖ ਲਓ, ਬੈਲੈਂਸ ਸ਼ੀਟ ਦੀਆਂ ਆਪਣੀਆਂ ਤਿੰਨ ਚੀਜ਼ਾਂ ਜਿਹੜੀਆਂ ਆਪਾਂ ਪਹਿਲਾਂ ਕੀਤੀ ਸੀ, ਇਕੁਇਟੀ, ਸ਼ੇਅਰ ਕੈਪੀਟਲ, ਰਿਜ਼ਰਵਸ ਤੇ ਡੈਟ। ਇਸ ਤੋਂ ਬਾਅਦ ਡਾਇਰੈਕਟ ਆ ਜਾਓ ਸ਼ੇਅਰ ਹੋਲਡਰ ਤੇ। ਜੇ ਤੁਹਾਨੂੰ ਲੱਗਦਾ ਕਿ ਕੰਪਨੀ ਦੇ ਜਿਹੜੇ ਸ਼ੇਅਰਸ ਹੈ, ਠੀਕ ਹੈ, ਉਹ ਪ੍ਰੋਮੋਟਰਸ ਕੋਲੇ ਵਧੀਆ ਕੁਆਂਟੀਟੀ ਦੇ ਵਿੱਚ ਪਏ ਨੇ, FII ਪੈਸਾ ਵਧਾ ਰਹੀ ਹੈ, DII ਪੈਸਾ ਵਧਾ ਰਹੀ ਹੈ, ਠੀਕ ਹੈ, ਉਹ ਪਲੈਜ ਦੇ ਵਿੱਚ ਨਹੀਂ ਪਏ ਹੋਏ, ਤਾਂ ਆਪਾਂ ਨੂੰ ਉੱਥੇ ਇੱਕ ਆਈਡੀਆ ਹੋ ਜਾਂਦਾ ਕਿ ਕੰਪਨੀ ਵਧੀਆ ਹੈ। ਇਸ ਤੋਂ ਬਾਅਦ ਉਹਦੀ ਪ੍ਰੋਪਰ ਬੈਲੈਂਸ ਸ਼ੀਟ ਪੜੋ, ਫਿਰ ਪ੍ਰੋਪਰ ਰੇਸ਼ੀਓਜ਼ ਕੱਢੋ, ਤਾਂ ਆਪਾਂ ਨੂੰ ਉਹ ਕੰਪਨੀ ਵਧੀਆ ਇੱਕ ਲੱਗ ਜਾਂਦੀ ਹੈ। ਠੀਕ ਹੈ ਜੀ। ਹਾਂਜੀ। ਇੱਥੇ ਤੱਕ ਵੀ ਕਿਸੇ ਨੂੰ ਕੋਈ ਡਾਊਟ ਹੋਵੇ? ਨਹੀਂ ਸਰ ਇਹ ਪਤਾ ਕਿਵੇਂ ਲੱਗਦਾ ਜੀ ਵੀ ਪਲੈਜ 'ਚ ਹੈਗੇ ਨੇ ਜਾਂ ਨਹੀਂ ਹੈਗੇ ਜੀ? ਸਰ ਆਪਾਂ ਹੁਣੇ ਗੱਲ ਕੀਤੀ ਸੀਗੀ ਜੀ, ਆਪਾਂ ਨੂੰ ਪਤਾ ਕਿੱਥੋਂ ਲੱਗਦਾ ਹੈ, ਜਦੋਂ ਆਪਾਂ ਸ਼ੇਅਰ ਹੋਲਡਰ ਪੈਟਰਨ ਦੇਖਦੇ ਹਾਂ, ਜਿੰਨਾ ਜਦੋਂ ਕਿ ਪ੍ਰੋਮੋਟਰਸ ਹੈ ਨਾ, ਇੱਥੇ ਜਿਹੜੀ ਇਹ ਵਾਲਾ ਬਾਰ ਬਣਿਆ ਹੋਇਆ, ਇਹ ਹੈ ਪ੍ਰੋਮੋਟਰ ਦੀ ਹੋਲਡਿੰਗ। ਜੇ ਪਲੈਜ ਦੇ ਵਿੱਚ ਪਏ ਹੋਣ ਤਾਂ ਇੱਥੇ ਇੱਕ ਗ੍ਰੀਨ ਬਾਰ ਬਣ ਜਾਂਦਾ, ਦੇਖੋ ਤੇ ਗ੍ਰੀਨ ਲਿਖਾ ਨਾ ਪਲੈਜ। ਹਾਂਜੀ। ਠੀਕ ਹੈ, ਤਾਂ ਇੱਥੇ ਕੀ ਹੁੰਦਾ, ਇੱਕ ਗ੍ਰੀਨ ਬਾਰ ਬਣ ਜਾਂਦਾ। ਜਿੰਨੇ % ਪਲੈਜ ਕੀਤੇ ਹੁੰਦੇ ਸ਼ੇਅਰ, ਓਡਾ ਵੱਡਾ ਹੀ ਇੱਥੇ ਬਾਰ ਬਣ ਜਾਂਦਾ। ਠੀਕ ਹੈ, ਜੇ ਤੇ ਗ੍ਰੀਨ ਬਾਰ ਬਣਿਆ ਹੋਇਆ
ਤਾਂ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਪਲੈਜ ਹੈ ਸ਼ੇਅਰ। ਹੁਣ ਇਹਨਾਂ ਦਾ ਕੋਈ ਵੀ ਸ਼ੇਅਰ ਪਲੈਜ ਨਹੀਂਗਾ ਤੇ ਇੱਥੇ ਕੋਈ ਵੀ ਗ੍ਰੀਨ ਬਾਰ ਨਹੀਂ ਬਣਿਆ ਹੋਇਆ। ਠੀਕ ਹੈ ਜੀ। ठीक है सर, हम जो अपना आज कर रहे हैं, ठीक है, शेयर होल्डर पैटर्न तो बाद ये बहुत इंपॉर्टेंट चीज है, इन्हों तुसी बहुत ध्यान नाल सुनना है, ठीक है। थोड़ी डाउट मैं इस सारा करवाउण तो बाद लऊंगा, विच भी कोई डिस्टर्ब ना करो, पहले एक बार मेनू सारा कर लें दो, क्योंकि जे लै टुट गई ना तो तुहानूं ये चीज़ां समझ नहीं आउणियां इहदे विच। जो तो ऑलरेडी ट्रेडिंग कर रहे हैं उन्हां लई ये चीज़ ईजी है, पर जिहड़े नवे ने ट्रेडिंग च उन्हां लई ये चीज़ थोड़ी जी टफ हो सकती है। सो पहले ही मैं कहना कि एक बार पहले मैनूं आपदा सारा पूरा कर लेण दो, ठीक है जी। सर मैं इंटरप्शन दे रही जी। सर अपना कितने टाइम का लेक्चर है पेंडिंग अपना? और सर आपको बस 10 मिनट और लेने जी। ओके ओके, थैंक यू। ओके, देखो सर हम आप जो आज चीज कर रहे हैं ना, आप जो भी मार्केट चो पैसा कमाने या आप जो शेयर मार्केट की गल करते हैं तो नॉर्मल अपना व्यू की हुंदा है कि शेयर नूं सस्ते रेट ते खरीदो ते महंगे दे बेच दो। कॉमन जी गल है, आप सारे यही करते हैं कि सस्ती चीज खरीदो महंगी बेच दो ते दोबारा अपना प्रॉफिट ले लो। किसी बंदे ने 100 रुपए का शेयर खरीदिया, वो 110 रुपए ते हो गया, उन्हें उत्थे जाके सेल करता ते की होया, उन्हें 10 रुपए का प्रॉफिट हो गया। पर आपां कई बार ये चीज भी सुनते हैं कि मार्केट गिर रही सी, ठीक है, शेयर के सारे प्राइस नीचे नूं जा रही सी, फिर भी बंदे ने प्रॉफिट कर लिया। इदां किदां हो सकदा है कि मार्केट तो गिर रही सी, आपां बहुत बारी सुनिया कि लोकी जो मार्केट क्रैश हो जांदियां ने, गिर इकोदम गिरनियां शुरू होंदियां तो बहुत बहुत पैसा कमा लेंदे हैं। तो असल दे विच अपने कोले सर दो तरीके होंदे हैं जी पैसा कमाउण दे। आपां चढ़दी मार्केट च भी पैसा कमा सकते हैं, आपां गिरदी हुई मार्केट च भी पैसा कमा सकते हैं, ठीक है। जो आप चढ़दी मार्केट च पैसा कमाउने हैं तो आपां उहनूं की कहंदे हैं, आपां नूं लॉन्ग कहंदे हैं, लॉन्ग लेके चलदे हैं। आपां नूं पहले सिंपली कहंदे कि बाय कर लो, इस तो बाद जो प्राइस बढ़ गया सेल कर दो। पर ਜਦੋਂ ਆਪਾਂ ਗਿਰਦੀ ਮਾਰਕੀਟ 'ਚ ਪੈਸਾ ਕਮਾਉਂਦੇ ਆ ਉਹਨੂੰ ਆਪਾਂ ਸ਼ਾਰਟ ਕਹਿੰਦੇ ਆ ਕਿ ਅਸੀਂ ਨਾ ਸ਼ਾਰਟ ਕਰਤਾ। ਸ਼ਾਰਟ ਕਰਨ ਦਾ ਮਤਲਬ ਕੀ ਹੁੰਦਾ ਸਰ ਕਿ ਆਪਾਂ ਕਿਸੇ ਵੀ ਸ਼ੇਅਰ ਨੂੰ ਪਹਿਲਾਂ ਸੈਲ ਕਰਤਾ ਤੇ ਸ਼ਾਮ ਨੂੰ ਜਾ ਕੇ ਜਦੋਂ ਉਹਦਾ ਪ੍ਰਾਈਸ ਸਸਤਾ ਹੋ ਗਿਆ ਉਦੋਂ ਬਾਏ ਕਰ ਲਿਆ। ਪਹਿਲਾਂ ਸੈਲ ਕੀਤਾ, ਫਿਰ ਬੇਸਿਕ ਕਨਸੈਪਟ ਉਹੀ ਹੈ ਕਿ ਆਪਾਂ ਹਾਈ ਰੇਟ ਤੇ ਉਹਨੂੰ ਸੇਲ ਕਰਤਾ, ਲੋ ਰੇਟ ਤੇ ਬਾਏ ਕਰ ਲਿਆ। ਪਰ ਹੁਣ ਮੇਨ ਗੱਲ ਇਹ ਹੁੰਦੀ ਹੈ कि जे थोड़े को शेयर है ही नहीं, थोड़े अकाउंट च पिया ही नहीं, थोड़े पोर्टफोलियो च है ही नहीं गा, कि तुसी उस शेयर नूं सेल कर सकते हो? तो इसदा आंसर है जी यस। थोड़े को शेयर नहीं भी है अकाउंट च तां भी तुसी उहनूं पहलां सेल कर सकते हो ते शाम तक दा थोड़े कोल टाइम होएगा कि तुसी उहनूं बाय कर लो। किदां? हुण एक एग्जांपल नाल समझो। मान लो मेरी कोई इलैक्ट्रॉनिक की शॉप है, ठीक है, मेरे को कोई इलैक्ट्रॉनिक की शॉप है जी। मेरे को एक पर्सन बंदा आंदा, वो कहंदा यार मैनूं ना आईफोन 13 चाहिदा, पर चाहिदा ब्लैक कलर च। तो मैं देखा भी सर मेरे को जेडे जी आईफोन पए तो हैगे आ, कोई पिंक कलर च पिया, कोई ग्रे च पिया, पर ब्लैक च नहीं हैगा। हुण दसो मैनूं वापस भेज दियां कि तो मैं पैसे लेके रख ला भी शाम नूं आई ते आईफोन ले जी? तुसीं दसो मैनूं की करना चाहिए? शाम वाला सिस्टम जी, है ना। मैं वापस क्यों भेजूंगा? जो बंदा मैनूं लाख रुपया दे रहा है, मैनूं पता भी कीमत लाख रुपया हैगी है नॉर्मली जो मार्केट च विकदा है, तो मैं की कीता, मैं उहनूं कहा सर ठीक है जी तुसीं इदां करो, जिहड़ी भी कीमत है मान लो लाख रुपया कीमत है, तुसीं मैनूं दे दिओ, ठीक है, तो मैं शाम नूं आके तुसीं आपदा जिहड़ा ग्रे कलर दा फोन तुहानूं चाहीदा वो ले जाओ। हुण मैं तो लाख रुपया ले लिया, बेसिकली मैं उहनूं फोन सेल करता कि नहीं कीता? बट डिलीवरी मैं उहनूं तो जो पैसे ले ले, बस मैंने फोन की डिलीवरी नहीं दी, अल्टीमेटली मैं सेल तो करती। हुण की होगा, मैनूं पता मैं तो होलसेलर है ना, या मान लो मैं तो होलसेलर तो बंदे तो फोन लेना, मैनूं वो फोन 80,000 का मिल जाना, मैनूं सुबह लाख रुपए का बेचता, उन्होंने कहता भी शाम नूं आके लैनी, मैं शाम नूं वही फोन 80,000 रुपए का होलसेलर तो लिया, लाख रुपए तो मैं सुबह ही वो तो फड़ लिया सी। हुण दसो इहदे विच मेरा प्रॉफिट होया कि नहीं होया? हो गया जी, हो गया जी। 20,000 का। हाँ 20,000 का प्रॉफिट हो गया। मेरे को फोन नहीं सी, मैं फिर भी उन्होंने की कीता, सेल करता। पर की हुण मैं ये कह सकदा भी मैं शाम नूं भज जा भी जाओ मैं तो बाय करके दिंदा नहीं, मतलब लाख रुपया ले लिया, ठीक है मैं तो लाख ही खा दूंगा। ये भी हो सकता जी, हो सकता कि नहीं? नहीं हाँ सर जी। मैं शॉप चला रहा हूं, जब मैं एक बार ये चीज करती दोबारा मेरे को कौन आऊगा जी? ठीक है, मेरी शॉप में ज्यादा लग जाना, ठीक है ना। ਭੱਜਣ ਵਾਲੀਆਂ ਚੀਜ਼ਾਂ ਨਹੀਂ ਸੋਚਣੀਆਂ ਆਪਾਂ, ਇੱਕੋ ਵਾਰੀ ਲੱਖ ਰੁਪਇਆ ਨਹੀਂ ਖਾਣਾ ਆਪਾਂ, ਵਾਰੀ ਵਾਰੀ 20,000 ਖਾਵਾਂਗੇ।
ਆਪਾਂ ਕੀ ਕਰਨਾ ਹੈਗਾ, ਪਰ ਉਹੀ ਨਾ ਜਦੋਂ ਮੈਨੂੰ ਸੇਲ ਕਰਤਾ ਮੈਂ ਜ਼ੁਬਾਨ ਦੇਤੀ ਨਾ ਵੀ ਤੈਨੂੰ ਸ਼ਾਮ ਨੂੰ ਫੋਨ ਮਿਲ ਜੂਗਾ, ਠੀਕ ਹੈ। ਹੁਣ ਸ਼ਾਮ ਨੂੰ ਮੈਂ ਜਿੱਥੋਂ ਮਰਜ਼ੀ ਅਰੇਂਜ ਕਰਾਂ, ਮੈਂ ਸ਼ਾਮ ਨੂੰ ਉਹਨੂੰ ਉਹ ਫੋਨ ਲੈ ਕੇ ਆਉਂਦਾ 80,000 ਦਾ, ਉਹ ਤੋਂ ਮੈਂ ਲੱਖ ਰੁਪਏ ਸੁਬਹ ਦਾ ਫੜਿਆ ਹੋਇਆ ਸੀ, ਮੈਂ ਤਾਂ 20,000 ਵਿੱਚ ਰੱਖੂੰਗਾ, ਤੁਹਾਨੂੰ ਫੋਨ ਮਿਲ ਜੂਗਾ। ਗੱਲ ਸਮਝ ਆਈ ਜੀ? ਹਾਂਜੀ। ਫਿਰ ਇਹ ਚੀਜ਼ ਮਤਲਬ ਸ਼ਾਮ ਨੂੰ ਕਰਨਾ ਪੈਣਾ ਜਾਂ ਅਗਲੇ ਦਿਨ ਵੀ ਤੱਕ ਟਾਲ ਸਕਦੇ ਆ? ਨਹੀਂ ਸਰ, ਇਹ ਇੱਕੋ ਦਿਨ ਦੀ ਹੁੰਦੀ ਹੈ। ਜਦੋਂ ਵੀ ਆਪਾਂ ਸ਼ਾਰਟ ਸੈਲਿੰਗ ਕਰਦੇ ਆ ਨਾ, ਇਹ ਸਿਰਫ ਇੰਟਰਾਡੇ ਚ ਹੁੰਦੀ ਹੈ। ਜਿਹੜਾ ਤੁਸੀਂ ਪਹਿਲਾਂ ਬਾਏ ਕਰਕੇ ਬਾਅਦ ਚ ਸੇਲ ਕਰਨਾ, ਉਹ ਅਨਲਿਮਿਟਡ ਟਾਈਮ ਦਾ ਹੁੰਦਾ, ਭਾਵੇਂ ਤੁਸੀਂ ਉਹਨੂੰ 2 ਸਾਲ ਰੱਖੋ, ਭਾਵੇਂ 20 ਸਾਲ ਰੱਖ ਲਓ, ਭਾਵੇਂ ਸਾਰੀ ਉਮਰ ਰੱਖ ਲਓ, ਠੀਕ ਹੈ। ਪਰ ਜਦੋਂ ਆਪਾਂ ਕਿਸੇ ਸ਼ੇਅਰ ਨੂੰ ਸ਼ਾਰਟ ਕਰਦੇ ਆ, ਜੇ ਆਪਾਂ ਨੂੰ ਸਵੇਰ ਸੇਲ ਕਰਤਾ ਤਾਂ ਤੁਹਾਨੂੰ ਸ਼ਾਮ ਤੱਕ ਮਾਰਕੀਟ ਦੇ ਐਂਡ ਹੋਣ ਤੋਂ ਪਹਿਲਾਂ 3:30 ਤੋਂ ਪਹਿਲਾਂ ਉਹ ਬਾਏ ਕਰਨਾ ਹੀ ਪੈਣਾ, ਤੁਸੀਂ ਉੱਥੋਂ ਭੱਜ ਨਹੀਂ ਸਕਦੇ। ਤੁਸੀਂ ਪਹਿਲਾਂ, ਠੀਕ ਹੈ, 3 ਵਜੇ ਤੋਂ ਬੇਸਿਕਲੀ ਪਹਿਲਾਂ, ਕਿਉਂਕਿ ਨਹੀਂ ਤਾਂ ਫਿਰ ਇਹ ਇੱਕ ਅਲੱਗ ਪ੍ਰੋਸੀਜਰ ਹੈ। ਨਾਰਮਲੀ ਤੁਸੀਂ ਆਪਦਾ ਟਾਈਮ ਸੋਚ ਕੇ ਇਹ ਨਾ ਕਹੋ ਵੀ ਮਾਰਕੀਟ 3:30 ਬੰਦ ਹੁੰਦੀ ਹੈ, ਅਸੀਂ 3:30 ਹੀ ਵੇਖਾਂਗੇ। 3 ਵਜੇ ਤੱਕ ਤੁਸੀਂ ਆਪਦਾ ਇਹ ਕੰਟਰੈਕਟ ਬੰਦ ਕਰ ਦੇਣਾ ਹੁੰਦਾ। ਤੁਸੀਂ ਸਵੇਰ ਸੇਲ ਕੀਤਾ, ਭਾਵੇਂ 9 ਵਜੇ, 9:15 ਕੀਤਾ, 10 ਵਜੇ ਕਰਤਾ, 12 ਵਜੇ, ਪਰ 3 ਵਜੇ ਤੋਂ ਪਹਿਲਾਂ ਉਹ ਚੀਜ਼ ਖਰੀਦ ਕੇ ਤੁਸੀਂ ਵਾਪਸ ਕਰ ਦੇਣੀ ਹੁੰਦੀ ਹੈ ਬੰਦੇ ਨੂੰ। ਇੰਨੀ ਗੱਲ ਸਮਝ ਆਈ? ਹਾਂਜੀ। ਹੁਣ ਇਹਦੇ ਵਿੱਚ ਸਰ ਚੀਜ਼ ਹੋਰ ਹੈ ਜੀ, ਜਿਹੜੀ ਆਪਾਂ ਧਿਆਨ ਦੇਣੀ ਹੈ। ਪਹਿਲਾਂ ਇਹ ਦੱਸੋ, ਇਹ ਗੱਲ ਸਭ ਤੇ ਖਾਣੇ 'ਚ ਪੈ ਗਈ ਕਿ ਜਦੋਂ ਵੀ ਆਪਣੇ ਕੋਲ ਜੇ ਸਟਾਕ ਨਹੀਂ ਵੀ ਤਾਂ ਵੀ ਆਪਾਂ ਨੂੰ ਸੇਲ ਕਰ ਸਕਦੇ ਹਾਂ, ਕਿ ਹਜੇ ਵੀ ਕਿਸੇ ਨੂੰ ਕੋਈ ਕਨਫਿਊਜ਼ਨ ਹੈ? ਚਲੋ ਬੇਸਿਕਲੀ ਜਿਹੜਾ ਲੌਂਗ ਸ਼ਾਰਟ ਕਰਦੇ ਆਪਾਂ ਉਹੀ ਚੀਜ਼ ਹੈ ਨਾ? ਹਾਂਜੀ ਸਰ, ਉਹੀ ਹੈ ਜੀ। ਬਸ ਜਦੋਂ ਆਪਾਂ ਪਹਿਲਾਂ ਸੇਲ ਕਰ ਦਿੰਦੇ ਉਹਨੂੰ ਸ਼ਾਰਟ ਕਹਿੰਦੇ ਆ, ਜਦੋਂ ਆਪਾਂ ਪਹਿਲਾਂ ਬਾਏ ਕਰਦੇ ਆ ਬਾਅਦ ਸੇਲ ਕਰਦੇ ਆ ਉਹਨੂੰ ਆਪਾਂ ਲੌਂਗ ਕਹਿੰਦੇ ਆ। ਪਹਿਲਾਂ ਆਪਾਂ ਸੇਲ ਕਰਤਾ, ਠੀਕ ਹੈ, ਫਿਰ ਆਪਾਂ ਨੂੰ ਬਾਏ ਕਰ ਲਿਆ, ਆਪਾਂ ਉਹਨੂੰ ਸ਼ਾਰਟ ਕਹਿੰਦੇ ਆ। ਹੁਣ ਇੱਕ ਐਗਜ਼ਾਮਪਲ ਦੇਖੋ, ਮੰਨ ਲਓ ਟਾਟਾ ਮੋਟਰਸ ਹੈ, ਮੈਨੂੰ ਪਤਾ ਹੈ ਕਿ ਅੱਜ ਨਾ ਟਾਟਾ ਮੋਟਰਸ ਨੇ ਗਿਰਨਾ ਹੈ। ਮੰਨ ਲਓ ਕੋਈ ਨਿਊਜ਼ ਆਈ ਹੋਈ ਹੈ ਜਾਂ ਕੁਝ ਹੋਰ ਹੋ ਗਿਆ, ਤਾਂ ਮੈਨੂੰ ਪਤਾ, ਮੈਂ ਦੇਖਿਆ ਨਾ, ਉਹਦਾ ਚਾਰਟ ਦੇਖਿਆ ਜਾਂ ਵਟਐਵਰ ਜੋ ਵੀ ਕੀਤਾ, ਮੈਨੂੰ ਪਤਾ ਹੈ ਕਿ ਉਹ ਗਿਰਨਾ ਹੈ। ਤਾਂ ਹੁਣ ਮੈਂ ਉਹਦੇ ਚੋਂ ਪੈਸਾ ਕਮਾਉਣ ਦੀ ਗੱਲ ਸੋਚਾਂ ਕਿ ਬਸ ਮੈਨੂੰ ਗਿਰਦੇ ਨੂੰ ਦੇਖਦਾ ਰਹਾਂ? ਪੈਸਾ ਕਮਾਉਣ ਮੈਂ ਪੈਸਾ ਕਮਾਉਣ ਦੀ ਸੋਚੂਗਾ ਨਾ, ਮੈਨੂੰ ਪਤਾ ਵੀ ਗਿਰਨਾ ਹੈ। ਹੁਣ ਗਿਰਨਾ ਤਾਂ ਮੈਂ ਕੀ ਕਰੂੰਗਾ, ਮੈਨੂੰ ਪਤਾ ਕਿ ਅੱਜ ਇਹ ਸਟਾਕ ਨੇ ਗਿਰਨਾ ਹੀ ਗਿਰਨਾ ਹੈ, ਮੈਨੂੰ ਦੇਖਿਆ, ਠੀਕ ਹੈ। ਮੰਨ ਲਓ ਰਾਈਟ ਨਾਓ ਉਹ ਸ਼ੇਅਰ 500 ਰੁਪਏ ਤੇ ਹੈ, ਤਾਂ ਮੈਂ ਕੀ ਕਰਾਂ? ਜੇ ਉਹਨੇ ਗਿਰਨਾ ਹੈ ਤਾਂ ਉਹਨੂੰ ਸੇਲ ਕਰਾਂ ਕਿ ਬਾਏ ਕਰਕੇ ਰੱਖਣਾ? ਸੇਲ ਕਰਦਾ ਹੈ ਨਾ। ਤਾਂ ਆਪਾਂ ਕੀ ਕੀਤਾ ਜੀ, ਸਵੇਰ ਉਸ ਸ਼ੇਅਰ ਨੂੰ 500 ਰੁਪਏ ਤੇ ਸੇਲ ਕਰਤਾ। ਹੁਣ ਮੈਨੂੰ ਇਨਫੋਰਮੇਸ਼ਨ ਸੀਗੀ, ਮੈਨੂੰ ਪਤਾ ਸੀ ਕਿ ਸ਼ੇਅਰ ਨੇ ਗਿਰਨਾ ਹੈ, ਮੈਂ ਨਿਊਜ਼ ਸੁਣੀ ਸੀ ਜਾਂ ਕੋਈ ਵਟਐਵਰ ਜੋ ਵੀ ਆਪਾਂ ਨੂੰ ਪਤਾ ਲੱਗਿਆ। ਸ਼ਾਮ ਨੂੰ ਆਉਂਦੇ ਕੀ ਹੋ ਗਿਆ, ਮੰਨ ਲਓ 2 ਵਜੇ 2:30 ਵਜੇ ਉਹ ਗਿਰ ਕੇ ਨਾ ਸ਼ੇਅਰ 480 ਰੁਪਏ ਤੇ ਆ ਗਿਆ। ਹੁਣ ਦੱਸੋ ਮੈਨੂੰ ਇੱਥੇ ਬਾਈ ਕਰ ਲੈਣਾ ਚਾਹੀਦਾ ਕਿ ਨਹੀਂ? ਕਰ ਲੈਣਾ ਚਾਹੀਦਾ, ਠੀਕ ਹੈ। ਮੈਂ ਸਵੇਰ ਹੀ ਉਹਨੂੰ ਸੇਲ ਕਰਤਾ, ਮੈਂ ਉਹਨੂੰ ਗਿਰਦੇ ਨੂੰ ਦੇਖਿਆ ਨਹੀਂ, ਮੈਂ ਉਹਦੇ ਚੋਂ ਵੀ ਪੈਸਾ ਕਮਾਉਣ ਦੀ ਗੱਲ ਸੋਚੀ ਕਿ ਮੈਂ ਇਦਾਂ ਕਰਨਾ, ਕਿਸੇ ਨੂੰ 500 ਰੁਪਏ ਦਾ ਸੇਲ ਕਰ ਦਿੰਦਾ, ਉਸ ਤੋਂ ਬਾਅਦ ਸ਼ਾਮ ਨੂੰ ਜਦੋਂ ਦਾ ਰੇਟ ਲੋ ਹੋਏਗਾ, ਉਹ ਹੋਇਆ ਵੀ 480 ਰੁਪਏ ਤੇ ਆ ਗਿਆ, ਮੈਂ ਉਹਨੂੰ ਕੀ ਕੀਤਾ, ਮੈਨੂੰ ਬਾਈ ਕਰ ਲਿਆ। ਇੰਨੀ ਗੱਲ ਸਮਝ ਆ ਗਈ ਜੀ? ਹਾਂਜੀ ਸਰ। ਹੁਣ ਇੱਕ ਚੀਜ਼ ਦੇਖੋ, ਮੈਨੂੰ ਸਵੇਰ 500 ਤੇ ਸੇਲ ਕਰਤਾ, ਬਾਈ ਚਾਂਸ ਕੀ ਹੋ ਗਿਆ ਕਿ ਜਿਹੜੀ ਆਪਾਂ ਨਿਊਜ਼ ਸੁਣੀ ਸੀ ਜਾਂ ਮੰਨ ਲਓ ਆਪਣਾ ਵਿਊ ਸੀ ਉਹ ਉਲਟਾ ਚਲਾ ਗਿਆ, ਉਹ 500 ਤੋਂ ਉੱਪਰ ਜਾਣਾ ਸ਼ੁਰੂ ਹੋ ਗਿਆ। ਹੁਣ ਆਪਾਂ ਨੂੰ ਪ੍ਰੋਫਿਟ ਹੋਏਗਾ ਕਿ ਲਾਸ ਹੋਏਗਾ? ਲਾਸ ਹੋਏਗਾ। ਕਿਉਂ? ਕਿਉਂਕਿ ਆਪਾਂ ਨੂੰ ਪਤਾ ਹੈ ਕਿ ਮੈਂ 500 ਤੇ ਸੇਲ ਕੀਤਾ ਸੀ, ਜੇ ਤੂੰ ਸਸਤਾ ਮਿਲੂਗਾ ਤਾਂ ਹੀ ਮੈਨੂੰ ਪ੍ਰੋਫਿਟ ਹੋਏਗਾ, ਠੀਕ ਹੈ। ਇਦਾਂ ਹੀ ਹੁੰਦਾ ਨਾ ਕਈ ਵਾਰੀ ਕਿ ਜਦੋਂ ਹੋਇਆ ਕਿ ਮੈਨੂੰ ਪਤਾ ਲੱਗਿਆ 500 ਰੁਪਏ ਦਾ ਮੈਂ ਸੇਲ ਕਰਤਾ, ਇਸ ਤੋਂ ਬਾਅਦ ਸ਼ੇਅਰ ਗਿਰਿਆ ਹੀ ਨਹੀਂ, ਉੱਪਰ ਹੀ ਜਾਣਾ ਸ਼ੁਰੂ ਹੋ ਗਿਆ, ਅਖੀਰੀ ਮੈਨੂੰ ਖਰੀਦ ਕੇ ਤਾਂ ਦੇਣਾ ਪਊਗਾ। ਆਪਾਂ ਪਹਿਲੇ ਗੱਲ ਕੀਤੀ ਸੀ ਕਿ ਆਪਾਂ ਭੱਜ ਨਹੀਂ ਸਕਦੇ। ਜਦੋਂ ਮੈਂ ਇਹ ਗੱਲ ਕੀਤੀ ਕਿ ਮੰਨ ਲਓ ਮੈਂ ਲੱਖ ਰੁਪਏ ਲੈ ਲਿਆ ਉਸ ਬੰਦੇ ਤੋਂ ਵੀ ਤੈਨੂੰ ਮੈਂ ਫੋਨ ਦੇ ਦੂੰਗਾ ਸ਼ਾਮ ਨੂੰ, ਹੋਇਆ ਕਿ ਮੈਂ ਜਦੋਂ ਵਾਪਸ ਹੋਲਸੇਲਰ ਕੋਲ ਗਿਆ, ਉਹ ਕਹਿੰਦਾ ਜੀ ਰੇਟ ਤਾਂ ਚੇਂਜ ਹੋ ਗਏ, ਹੁਣ ਤਾਂ 1,10,000 ਦਾ ਤਾਂ ਹੋਲਸੇਲ 'ਚ ਹੀ ਮਿਲਦਾ, ਕੀ ਮੈਂ ਉਸ ਬੰਦੇ ਨੂੰ ਵਾਪਸ ਭੇਜ ਦੂੰਗਾ? ਜ਼ਬਾਨ ਹੋ ਗਈ ਹੈ, ਲੱਖ ਰੁਪਇਆ ਫੜ ਲਿਆ, ਫਿਰ ਭਾਵੇਂ ਘਾਟਾ ਪਵੇ, ਠੀਕ ਹੈ। ਤਾਂ ਇਹ ਚੀਜ਼ ਹੁੰਦੀ ਹੈ ਜਦੋਂ ਆਪਾਂ ਗੱਲ ਕੀਤੀ ਕਿ ਬਾਏ ਚਾਂਸ ਜੇ ਉਹ ਸ਼ੇਅਰ ਉੱਪਰ ਚੱਲਦਾ ਤਾਂ ਫਿਰ ਤੁਹਾਨੂੰ ਲਾਸ ਵੀ ਹੋਏਗਾ। ਸੇਮ ਉਹੀ ਬਾਇਰ ਸੈਲ ਵਾਲੇ ਆਰਡਰ 'ਚ ਜਦੋਂ ਆਪਾਂ ਪਹਿਲਾਂ ਬਾਏ ਕਰਦੇ ਹਾਂ, ਆਪਾਂ ਨੂੰ ਇਹ ਉਮੀਦ ਹੁੰਦੀ ਹੈ ਕਿ ਸ਼ੇਅਰ ਉੱਪਰ ਜਾਊਗਾ, ਪਰ ਬਾਏ ਚਾਂਸ ਜੇ ਸ਼ੇਅਰ ਨੀਚੇ ਚਲਾ ਗਿਆ ਫਿਰ ਲਾਸ ਹੈ, ਫਿਰ ਲਾਸ ਹੋਏਗਾ। ਪਰ ਉੱਥੇ ਕਈ ਚੀਜ਼ ਇਹ ਹੁੰਦੀ ਹੈ ਕਿ ਆਪਾਂ ਨੂੰ ਪਤਾ ਵੀ ਚਲੋ ਅੱਜ ਹੀ ਨੀਚੇ ਗਿਆ, ਕੱਲ ਨੂੰ ਤਾਂ ਇਹਨੇ ਦੁਬਾਰਾ ਉੱਪਰ ਚੜ ਜਾਣਾ, ਆਪਾਂ ਨੂੰ ਰੱਖ ਵੀ ਸਕਦੇ ਆ, ਆਪਾਂ ਨਹੀਂ ਵੀ ਸੇਲ ਕਰਾਂਗੇ। ਪਰ ਜੇ ਤੁਸੀਂ ਪਹਿਲਾਂ ਸ਼ਾਰਟ ਕੀਤਾ ਹੋਇਆ
ਤਾਂ ਤੁਸੀਂ ਉਹਨੂੰ ਰੱਖ ਨਹੀਂ ਸਕਦੇ। ਇਹ ਨਹੀਂ ਕਿ ਸਰ ਅਸੀਂ ਕੱਲ ਨੂੰ ਬਾਏ ਕਰਕੇ ਦੇ ਦਾਂਗੇ ਜੀ, ਤੁਹਾਨੂੰ ਸ਼ਾਮ ਨੂੰ 3 ਵਜੇ ਤੋਂ ਪਹਿਲਾਂ ਬਾਏ ਕਰਨਾ ਹੀ ਪੈਣਾ, ਫਿਰ ਭਾਵੇਂ ਲਾਸ ਹੋਵੇ ਭਾਵੇਂ ਪ੍ਰੋਫਿਟ ਹੋਵੇ। ਕਲੀਅਰ? ਹਾਂਜੀ ਸਰ ਜੇ ਇੰਟਰਾਡੇ ਚ ਸਰ ਪਹਿਲਾਂ ਬਾਏ ਕਰ ਲਈਏ ਬਾਅਦ ਚ ਸੈਲ ਕਰੀਏ ਸਰ, ਬਾਅਦ ਚ ਉਹਨੂੰ ਡਿਲੀਵਰ ਚ ਕਨਵਰਟ ਕਰ ਸਕਦੇ ਹਾਂ ਸ਼ਾਮ ਨੂੰ ਜੇ ਆਪਾਂ ਨੂੰ ਹਾਂਜੀ, ਹੁਣ ਆਪਾਂ ਉਸੇ ਚੀਜ਼ ਤੇ ਹੁੰਦੇ ਆ, ਆਪਾਂ ਨੂੰ ਕਰ ਸਕਦੇ ਹਾਂ। ਇੰਨੀ ਗੱਲ ਸਮਝ ਆ ਗਈ ਜੀ ਵੀ ਆਪਾਂ ਪਹਿਲਾਂ ਸੈਲ ਕਰ ਸਕਦੇ ਹਾਂ। ਤੁਹਾਡੇ ਕੋਲ ਅਕਾਊਂਟ 'ਚ ਨਹੀਂ ਵੀ ਹੈ ਸ਼ੇਅਰ ਤਾਂ ਵੀ ਤੁਸੀਂ ਉਹਨੂੰ ਸੈਲ ਕਰ ਸਕਦੇ ਹੋ। ਹਾਂਜੀ ਸਰ ਜਿਹੜਾ ਆਟੋ ਰਾਉਂਡ ਆਫ ਦਾ ਕਨਸੈਪਟ ਹੁੰਦਾ ਵੀ ਆਪਣੇ ਆਪ ਬਾਏ ਹੋ ਜਾਂਦੇ, ਇਹ ਇਸੇ ਦਾ ਹੀ ਹੁੰਦਾ ਜੀ? ਕਿੱਦਾਂ ਸਰ? ਲਾਈਕ ਆਪਾਂ ਨਹੀਂ ਲਏ ਜਾਂ ਕੋਈ ਇਸ਼ੂ ਹੋ ਗਿਆ, ਐਪ ਬੰਦ ਹੋ ਗਈ, ਨੈਟ ਬੰਦ ਹੋ ਗਿਆ, ਹਾਂਜੀ ਤਾਂ ਉਹ ਆਟੋਮੈਟਿਕ ਬਾਏ ਹੋ ਜਾਣਗੇ ਜੀ? ਹਾਂਜੀ ਸਰ, ਆਟੋਮੈਟਿਕ ਬਾਏ ਹੋ ਜਾਣਗੇ, ਪਰ ਫਿਰ ਉਹਦੇ ਚਾਰजेस ਅਲੱਗ ਤੋਂ ਪੈਂਦੇ ਆ। ਕੋਈ ਇੱਕ ਵਾਈਟ ਟੌਪਿਕ ਹੈ, ਉਹ ਜਦੋਂ ਵੀ ਤੁਹਾਨੂੰ ਬ੍ਰੋਕਰ ਤੁਹਾਨੂੰ ਉਹ ਚੀਜ਼ ਖਰੀਦ ਕੇ ਦੇਊਗਾ, ਇੱਕ ਤਾਂ ਤੁਸੀਂ ਆਪਣੇ ਆਪ ਖਰੀਦੀ, ਠੀਕ ਹੈ, ਇੱਕ ਕੀ ਹੋਇਆ ਕਿ ਤੁਸੀਂ ਭੁੱਲ ਗਏ ਆਪਦਾ ਕੰਮ ਕਰਨਾ, ਹੁਣ ਤੁਹਾਡੇ ਬਿਹਾਫ ਤੇ ਬ੍ਰੋਕਰ ਤੁਹਾਡਾ ਕੰਮ ਕਰ ਰਿਹਾ, ਉਹ ਪੈਸੇ ਲਊਗਾ ਕਿ ਨਹੀਂ ਲਊਗਾ ਤੁਹਾਡੇ ਤੋਂ? ਲਏਗਾ। ਉਹਦੇ ਚਾਰजेस ਫਿਰ ਐਕਸਟਰਾ ਪੈ ਜਾਂਦੇ ਆ। ਓਕੇ, ਹੁਣ ਆਪਾਂ ਸਰ ਗੱਲ ਕਰਦੇ ਹਾਂ ਜੀ, ਇਹਦੇ ਵਿੱਚ ਇੱਕ ਚੀਜ਼ ਹੋਰ ਹੈ। ਤੁਸੀਂ ਮੰਨ ਲਓ ਕੋਈ ਵੀ ਸ਼ੇਅਰ ਹੈ, ਠੀਕ ਹੈ, ਤੁਸੀਂ ਆਪਾਂ ਪੋਜੀਸ਼ਨਸ ਕਿੱਦਾਂ ਕ੍ਰੀਏਟ ਕਰਦੇ ਹਾਂ, ਇਹ ਚੀਜ਼ ਵੀ ਧਿਆਨ ਨਾਲ ਸਮਝੋ। ਜੋ ਕਈ ਵਾਰੀ ਨਾ ਬੰਦੇ ਇੱਥੇ ਬਹੁਤ ਜ਼ਿਆਦਾ ਉਹਦਾ ਲਾਸ ਕਰਵਾ ਲੈਂਦੇ ਆ ਸਿਰਫ ਪੋਜੀਸ਼ਨ ਨੂੰ ਕ੍ਰੀਏਟ ਕਰਨ ਤੇ ਕੱਟਣ ਦੇ ਵਿੱਚ। ਤੁਸੀਂ ਕੋਈ ਸ਼ੇਅਰ ਹੈ, ਸਰ ਇੱਕ ਡਾਊਟ ਹੋ, ਹਾਂਜੀ ਮਤਲਬ ਸਰ ਜਿੰਨਾ ਲਾਸ ਹੋਏਗਾ ਉਹਨੇ ਡੀਮੈਟ 'ਚ ਹੋਣੇ ਹੀ ਚਾਹੀਦੇ ਆ? ਹਾਂਜੀ ਸਰ, ਬਿਲਕੁਲ। ਓਕੇ, ਹੁਣ ਤੁਸੀਂ ਮੰਨ ਲਓ ਕੋਈ ਵੀ ਸ਼ੇਅਰ ਖਰੀਦ ਰਹੇ ਹੋ, ਠੀਕ ਹੈ, ਤੁਸੀਂ ਜਦੋਂ ਵੀ ਸ਼ੇਅਰ ਦੇ ਉੱਪਰ ਕਲਿੱਕ ਕਰੋਗੇ ਨਾ, ਤੁਸੀਂ ਮੰਨ ਲਓ ਉਹਦੀ ਜਿਹੜੀ ਵਾਚ ਲਿਸਟ ਹੁੰਦੀ ਹੈ ਆਪਣੀ, ਤੁਸੀਂ ਦੇਖਿਆ ਹੋਣਾ ਤੁਹਾਡੀ ਜਿਹੜੀ ਤੁਹਾਡੇ ਅਕਾਊਂਟ ਉੱਤੇ ਇੱਕ ਵਾਚ ਲਿਸਟ ਆ ਜਾਂਦੀ ਹੈ ਕਿ ਹਾਂ ਆਹ ਵਾਲੇ ਸ਼ੇਅਰ ਅੱਜ ਇੰਨੇ ਰੇਟ ਤੇ ਚੱਲ ਰਹੇ, ਇੰਨੇ ਤੇ ਚੱਲ ਰਿਹਾ। ਜੋ ਤੁਸੀਂ ਉਹਨੂੰ ਕਲਿੱਕ ਕਰੋਗੇ ਤਾਂ ਉੱਥੇ ਦੋ ਚੀਜ਼ਾਂ ਹੁੰਦੀਆਂ ਨੇ ਕਿ ਤੁਸੀਂ ਬਾਏ ਕਰਨਾ ਜਾਂ ਸੈਲ ਕਰਨਾ, ਠੀਕ ਹੈ। ਕੋਈ ਨਹੀਂ ਕਹਿੰਦਾ ਕਿ ਤੁਸੀਂ ਸੈਲ ਨਹੀਂ ਕਰ ਸਕਦੇ, ਤੁਹਾਡੇ ਕੋਲ ਹੈ ਨਹੀਂਗਾ, ਉੱਥੇ ਦੋਵੇਂ ਚੀਜ਼ਾਂ ਲਿਖੀਆਂ ਆ ਜਾਂਦੀਆਂ ਕਿ ਜਾਂ ਬਾਏ ਕਰ ਲਓ ਜਾਂ ਸੈਲ ਕਰ ਲਓ। ਹੁਣ ਮੰਨ ਲਓ ਆਪਾਂ ਸ਼ੇਅਰ ਨੂੰ ਬਾਏ ਕਰ ਲਿਆ ਜੀ, ਜਦੋਂ ਆਪਾਂ ਉਹਨੂੰ ਬਾਏ ਕਰ ਲਿਆ ਤਾਂ ਆਪਾਂ ਕੀ ਕਰਾਂਗੇ, ਉਹ ਜਿਹੜਾ ਸ਼ੇਅਰ ਆਪਣੇ ਪੋਰਟਫੋਲੀਓ 'ਚ ਜਾਂ ਆਪਣੀ ਜਿਹੜੀ ਹੋਲਡਿੰਗਸ ਹੈ ਉਹਦੇ ਵਿੱਚ ਸ਼ੇਅਰ ਆਪਣਾ ਸ਼ੋ ਹੋਣਾ ਸ਼ੁਰੂ ਹੋ ਜਾਏਗਾ ਕਿ ਤੁਸੀਂ ਮੰਨ ਲਓ ਇਹ 10 ਕੁਆਂਟੀਟੀ ਹੈ, ਇਹ ਤੁਸੀਂ ਬਾਏ ਕੀਤੀ ਹੋਈ ਹੈ ਤੇ ਇਹਦੇ ਤੇ ਇੰਨਾ ਪ੍ਰੋਫਿਟ ਜਾਂ ਲਾਸ ਹੋ ਰਿਹਾ ਤੁਹਾਨੂੰ। ਹੁਣ ਸ਼ਾਮ ਦਾ ਟਾਈਮ ਆ ਗਿਆ, ਉਹੀ 3 ਵਜ ਗਏ, ਆਪਾਂ ਨੂੰ ਪ੍ਰੋਫਿਟ ਹੋ ਰਿਹਾ, ਮੰਨ ਲਓ ਆਪਾਂ 100 ਰੁਪਏ ਦਾ ਸ਼ੇਅਰ ਖਰੀਦਿਆ ਸੀ, ਸ਼ਾਮ ਤੱਕ ਆਉਂਦੇ ਹੁੰਦੇ 105 ਰੁਪਏ 110 ਰੁਪਏ ਹੋ ਗਿਆ, ਆਪਾਂ ਨੂੰ ਪ੍ਰੋਫਿਟ ਹੋ ਰਿਹਾ। ਹੁਣ ਆਪਾਂ ਨੂੰ ਸੈਲ ਕਰਨਾ ਹੈ, ਆਪਾਂ ਸੈਲ ਕਿੱਥੋਂ ਕਰਾਂਗੇ? ਜਿੱਥੋਂ ਆਪਾਂ ਬਾਏ ਕੀਤਾ ਸੀ ਉੱਥੋਂ ਹੀ ਸੈਲ ਕਰਾਂਗੇ ਦੁਬਾਰਾ ਵਾਪਸ ਜਾ ਕੇ, ਜਾਂ ਜਿਹੜੀ ਆਪਣੀ ਪੋਜੀਸ਼ਨ ਚੱਲ ਰਹੀ ਹੈ ਉੱਥੋਂ ਜਾ ਕੇ ਆਪਾਂ ਨੂੰ ਐਗਜ਼ਿਟ ਕਰਾਂਗੇ? ਸਰ ਜਿੱਥੇ ਪੋਜੀਸ਼ਨ ਚੱਲ ਰਹੀ ਹੈ। ਹਾਂਜੀ, ਇਹ ਗੱਲ ਸਾਰੇ ਬਹੁਤ ਧਿਆਨ ਨਾਲ ਸਮਝੋ ਕਿ ਜਦੋਂ ਤੁਸੀਂ ਕਿਸੇ ਸ਼ੇਅਰ ਨੂੰ ਬਾਏ ਕਰ ਲੈਂਦੇ ਹੋ, ਉਹ ਤੁਹਾਡੀ ਇੱਕ ਪੋਜੀਸ਼ਨ ਕ੍ਰੀਏਟ ਕਰ ਦਿੰਦਾ, ਉੱਥੇ ਤੁਹਾਡੇ 10 ਸ਼ੇਅਰਾਂ ਦਾ ਲੇਖਾ ਜੋਖਾ ਆਉਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਵੀ ਤੁਸੀਂ ਉਹਨੂੰ ਬਾਏ ਕੀਤਾ ਹੋਇਆ ਦੁਬਾਰਾ ਸੈਲ ਕਰਨਾ ਹੈ, ਠੀਕ ਹੈ, ਤਾਂ ਤੁਸੀਂ ਬੇਸਿਕਲੀ ਆਪਾਂ ਨੂੰ ਸੈਲ ਨਹੀਂ ਕਹਿੰਦੇ, ਆਪਾਂ ਨੂੰ ਕਹਿੰਦੇ ਆ ਐਗਜ਼ਿਟ, ਕਿ ਅਸੀਂ ਇੱਕ ਪੋਜੀਸ਼ਨ ਕ੍ਰੀਏਟ ਕਰ ਲਈ ਸੀਗੀ, ਅਸੀਂ ਬਾਏ ਕਰ ਲਿਆ ਸੀ, ਇੱਥੇ ਸਾਡਾ ਲੇਖਾ ਜੋਖਾ ਚੱਲ ਰਿਹਾ, ਇੰਨਾ ਪ੍ਰੋਫਿਟ ਹੋ ਰਿਹਾ, ਇੰਨਾ ਲਾਸ ਹੋ ਰਿਹਾ। ਉੱਥੇ ਜਦੋਂ ਉਹਨਾਂ 10 ਸ਼ੇਅਰਾਂ ਵਾਲੇ ਲੇਖੇ ਜੋਖੇ ਤੇ ਆਪਾਂ ਦੁਬਾਰਾ ਕਲਿੱਕ ਕਰਾਂਗੇ, ਉੱਥੇ ਆ ਜਾਊਗਾ ਐਗਜ਼ਿਟ, ਤਾਂ ਆਪਾਂ ਉੱਥੋਂ ਐਗਜ਼ਿਟ ਕਰਨਾ ਹੈ। ਇਹ ਨਾ ਹੋਵੇ ਕਿ ਤੁਸੀਂ ਨਵੀਂ ਵਾਚ ਲਿਸਟ 'ਚ ਜਾ ਕੇ 10 ਸ਼ੇਅਰ ਸੈਲ ਕਰ ਦਿਓ, ਉਹ ਤੁਹਾਡਾ ਇੱਕ ਨਵਾਂ ਸ਼ੁਰੂ ਹੋ ਜਾਊਗਾ। ਇਹ ਗਲਤੀ ਕਿਸੇ ਨੇ ਨਹੀਂ ਕਰਨੀ। ਜਿੱਥੇ ਆਪਣਾ ਪੋਜੀਸ਼ਨ ਚੱਲ ਰਹੀ ਹੋਏਗੀ, ਜਿੱਥੇ ਪ੍ਰੋਫਿਟ ਲਾਸ ਸ਼ੋ ਹੋ ਰਿਹਾ ਹੋਏਗਾ, ਉੱਥੋਂ ਜਾ ਕੇ ਐਗਜ਼ਿਟ ਕਰਨਾ ਹੈ। ਉਸ ਤੋਂ ਪਹਿਲਾਂ ਦੁਬਾਰਾ ਰਿਪੀਟ ਕਰ ਦਿਓ ਇੱਕ ਵਾਰੀ। ਹਾਂਜੀ ਸਰ, ਆਪਾਂ ਵਾਚ ਲਿਸਟ ਦੇ ਵਿੱਚ ਗਏ, ਮੰਨ ਲਓ ਤੁਹਾਡਾ ਜੋ ਮੂਡ ਹੈ ਕਿ ਟਾਟਾ ਮੋਟਰਸ ਕੀ ਹੈ, ਗਿਰਨ ਵਾਲਾ ਸ਼ੇਅਰ, ਆਪਾਂ ਦੇਖਿਆ ਜੀ ਟਾਟਾ ਮੋਟਰਸ ਗਿਰਨ ਵਾਲਾ, ਤਾਂ ਮੈਂ ਕੀ ਕਿਹਾ, ਟਾਟਾ ਮੋਟਰਸ ਦਾ ਮੈਂ ਜਦੋਂ ਸ਼ੇਅਰ ਕਲਿੱਕ ਕੀਤਾ ਉੱਥੇ ਆ ਗਿਆ ਵੀ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਕਿ ਸੈਲ ਕਰਨਾ ਚਾਹੁੰਦੇ ਹੋ। ਸਭ ਕੋਲ ਡੀਮੈਟ ਹੈਗਾ ਨਾ? ਹਾਂਜੀ ਹੈਗਾ। ਹਾਂਜੀ ਸਰ। ਸਰ ਉਹੀ ਤੁਹਾਨੂੰ ਮੈਂ ਕਹਿਣਾ ਸਰ, ਉਹ ਮੇਰਾ ਉਹਨਾਂ ਨੇ ਐਂਜਲ ਵਨ ਮਾਡੇ ਨੇ ਅਜੇ ਤੱਕ ਓਪਨ ਕਰਕੇ ਦਿੱਤਾ ਨਹੀਂ ਕੁਝ ਵੀ ਸਰ, ਫਿਰ ਮੈਂ ਜਰੋਡਾ ਤੇ ਕਰਾ ਲਾਂ ਓਪਨ, ਉਹ ਛੇਤੀ ਉੱਤੇ ਜੇ ਹੋ ਜਾਂਦਾ ਤੇ। ਸਰ ਤੁਸੀਂ ਸਕਰੀਨਸ਼ਾਟ ਭੇਜਿਆ ਸੀ ਮੈਨੂੰ ਜੀ, ਜੋ ਤੁਹਾਡੀ ਪ੍ਰੋਬਲਮ ਆ ਰਹੀ ਹੈ? ਸਰ ਉਹ ਮੈਨੂੰ ਕਨਫਰਮੇਸ਼ਨ ਮੇਰੇ ਤੋਂ ਫੋਟੋ ਹੈਗੀ ਸੀ ਜਦੋਂ ਆਨਲਾਈਨ ਵੈਰੀਫਿਕੇਸ਼ਨ ਹੋ ਗਈ ਸੀ ਵੀਡੀਓ ਵਾਲੀ, ਤੇ ਉਸ ਤੋਂ ਬਾਅਦ ਚੋਂ ਅਜੇ ਤੱਕ ਕੁਝ ਆਇਆ ਹੀ ਨਹੀਂ, ਇਹ ਵੀਕ ਤੋਂ ਉੱਪਰ ਹੋ ਚੱਲਿਆ। ਮੈਂ ਖੁਲਵਾਇਆ ਸੀ ਭਾਜੀ, ਮੇਰਾ ਤਾਂ ਇੱਕ ਅੱਧੇ ਦਿਨ ਚ ਖੋਲਤਾ ਉਹਨਾਂ ਨੇ, ਮੈਂ ਪਿਛਲੇ ਹਫਤੇ ਹੀ ਖੁਲਵਾਇਆ ਜਦ ਕਲਾਸ ਸਰ ਸੀ। ਤੁਸੀਂ ਇਹਦੀ ਮੇਲ ਚੈੱਕ ਕੀਤੀ ਜੀ? ਹਾਂਜੀ ਸਰ, ਮੈਂ ਮੇਲ ਵੀ ਚੈੱਕ ਕੀਤੀ, ਉਹਨਾਂ ਨੂੰ ਕਾਲ ਵੀ ਕੀਤੀ ਆ, ਤੇ ਉਹ ਹਰ ਵਾਰੀ ਕਹਿ ਦਿੰਦੇ ਆ ਵੀ ਅਸੀਂ ਸਰ ਕੋਈ ਪ੍ਰੋਬਲਮ ਚੱਲਦੀ ਸੀ, ਮੇਰੇ ਫਰੰਟ ਲਿੰਕ ਚਲਾਇਆ ਸੀਗਾ, ਮੈਨੂੰ ਲੱਗ ਰਿਹਾ ਕੋਈ ਪ੍ਰੋਬਲਮ ਚੱਲ ਰਹੀ ਹੈ ਇਹਨਾਂ ਦੇ ਉਹ ਸਿਸਟਮ ਚੱਲ ਰਿਹਾ। ਜੀ ਆਪਾਂ ਕਲਾਸ ਤੋਂ ਬਾਅਦ ਡਿਸਕਸ ਕਰ ਲੈਂਦੇ ਹਾਂ। ਜਿਹੜਾ ਸ਼ੇਅਰ ਤੁਹਾਡਾ ਨਹੀਂ ਖੁੱਲਿਆ ਨਾ ਅਕਾਊਂਟ, ਜਿਹੜਾ ਵੀ ਐਲਪੀਵੀ ਲਿੰਕ ਵਗੈਰਾ ਹੈ ਮੈਨੂੰ ਤਾਂ ਉਹ ਸੈਂਡ ਕਰ ਦਿਓ ਪ੍ਰੋਪਰ, ਜਾਂ ਮੈਂ ਤੁਹਾਨੂੰ ਇੱਕ ਵਾਰੀ ਸੈਂਡ ਕਰ ਦੂੰਗਾ, ਤੁਸੀਂ ਉਹਦੇ ਤੇ ਦੁਬਾਰਾ ਕਲਿੱਕ ਕਰਕੇ ਦੇਖਿਓ।
ਠੀਕ ਸਰ, ਤੇ ਕਲਾਸ ਲਾ ਲਓ, ਫਿਰ ਆਪਾਂ ਬਾਅਦ ਚ ਡਿਸਕਸ ਕਰ ਲੈਂਦੇ ਹਾਂ। ਓਕੇ, ਹੁਣ ਸਰ ਆਪਾਂ ਗੱਲ ਕੀਤੀ ਕਿ ਜਦੋਂ ਆਪਾਂ ਵਾਚ ਲਿਸਟ ਦੇ ਵਿੱਚ ਗਏ, ਮੈਨੂੰ ਪਤਾ ਕਿ ਟਾਟਾ ਮੋਟਰਸ ਨੇ ਅੱਜ ਗਿਰਨਾ ਹੈ, ਠੀਕ ਹੈ। ਤਾਂ ਮੈਂ ਕੀ ਕੀਤਾ, ਉੱਥੇ ਨੂੰ ਟਾਟਾ ਮੋਟਰਸ ਨੂੰ ਕਲਿੱਕ ਕੀਤਾ, ਉੱਥੇ ਉਹਨੂੰ ਪੁੱਛੇਗਾ ਤੁਹਾਨੂੰ ਆਰਡਰ ਲਗਾਉਣ ਤੋਂ ਪਹਿਲਾਂ ਕਿ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਜਾਂ ਸੈਲ ਕਰਨਾ ਚਾਹੁੰਦੇ ਹੋ। ਤਾਂ ਮੈਂ ਦੱਸੋ ਕੀ ਕਰੂੰਗਾ, ਬਾਈ ਕਰੂੰਗਾ ਜਾਂ ਸੈਲ ਕਰੂੰਗਾ? ਸੈਲ ਕਰ ਦੂੰਗਾ। ਹੁਣ ਜਦੋਂ ਸੈਲ ਕਰਤਾ ਤਾਂ ਉਹਦੀ ਇੱਕ ਪੋਜੀਸ਼ਨ ਕ੍ਰੀਏਟ ਹੋ ਜਾਏਗੀ ਆਪਣੇ ਉਸੇ ਚਲੋ ਅਕਾਊਂਟ ਦੇ ਵਿੱਚ ਨਾ, ਇੱਕ ਜਗ੍ਹਾ ਤੇ ਆ ਜਾਏਗਾ ਵੀ ਤੁਸੀਂ 10 ਸ਼ੇਅਰ ਜਿਹੜੇ ਹੈਗੇ ਜੀ ਉਹ ਸੈਲ ਕੀਤੇ ਹੋਏ ਆ, ਤੇ ਰਾਈਟ ਨਾਓ ਤੁਹਾਨੂੰ ਇੰਨਾ ਪ੍ਰੋਫਿਟ ਹੋ ਰਿਹਾ ਜਾਂ ਇੰਨਾ ਲਾਸ ਹੋ ਰਿਹਾ। ਹੁਣ ਸ਼ਾਮ ਨੂੰ 3 ਵਜ ਗਏ, ਮੈਂ ਦੇਖਿਆ ਕਿ ਮੈਂ ਆਪਣੀ ਪੋਜੀਸ਼ਨ ਨੂੰ ਬੰਦ ਕਰਨਾ ਹੈ, ਠੀਕ ਹੈ। ਜੇ ਮੈਂ ਆਪਣੀ ਪੋਜੀਸ਼ਨ ਨੂੰ ਬੰਦ ਕਰਨਾ ਹੈਗਾ ਤਾਂ ਮੈਂ ਕੀ ਕਰੂੰਗਾ, ਦੁਬਾਰਾ ਮੈਂ ਸੈਲ ਕਰ ਚੁੱਕਿਆ, ਮੈਂ ਦੁਬਾਰਾ ਉਹਨਾਂ ਨੂੰ ਬਾਏ ਕਰੂੰਗਾ ਉੱਥੇ ਵਾਚ ਲਿਸਟ ਚੋਂ ਜਾ ਕੇ, ਜਾਂ ਜਿੱਥੇ ਮੇਰਾ ਪ੍ਰੋਫਿਟ ਲਾਸ ਚੱਲ ਰਿਹਾ ਉੱਥੋਂ ਉਹਨੂੰ ਕਲਿੱਕ ਕਰਕੇ ਐਗਜ਼ਿਟ ਹੋ ਜਾਊਗਾ। ਜਿੱਥੇ ਪ੍ਰੋਫਿਟ ਲਾਸ ਚੱਲ ਰਿਹਾ, ਜਿੱਥੇ ਮੇਰਾ ਪ੍ਰੋਫਿਟ ਲਾਸ ਚੱਲ ਰਿਹਾ ਹੋਏਗਾ ਨਾ 10 ਸ਼ੇਅਰਾਂ ਦਾ, ਉੱਥੋਂ ਮੈਨੂੰ ਕਲਿੱਕ ਕਰੂੰਗਾ ਤਾਂ ਉੱਥੇ ਲਿਖਿਆ ਆ ਜਾਊਗਾ ਐਗਜ਼ਿਟ, ਠੀਕ ਹੈ। ਆਪਾਂ ਨਵਾਂ ਕੁਝ ਚੀਜ਼ ਬਾਏ ਨਹੀਂ ਕਰ ਲੈਣੀ ਜਾਂ ਨਵੀਂ ਕੋਈ ਚੀਜ਼ ਸੈਲ ਨਹੀਂ ਕਰ ਦੇਣੀ। ਜਿੱਥੇ ਮੇਰਾ ਅਕਾਊਂਟ 'ਚੋਂ ਸਾਰਾ ਸਿਸਟਮ ਚੱਲ ਰਿਹਾ ਹੋਗਾ ਕਿ 10 ਸ਼ੇਅਰ ਤੁਸੀਂ ਲਏ ਸੀਗੇ ਜੀ, 10 ਸ਼ੇਅਰ ਤੁਸੀਂ ਵੇਚੇ ਸੀਗੇ, ਤਾਂ ਤੁਸੀਂ ਉਹਨਾਂ ਨੂੰ ਐਗਜ਼ਿਟ ਕਰਨਾ ਚਾਹੁੰਦੇ ਹੋ, ਆਪਾਂ ਉੱਥੋਂ ਐਗਜ਼ਿਟ ਹੋਵਾਂਗੇ, ਨਾ ਕਿ ਕੋਈ ਨਵਾਂ ਆਰਡਰ ਲਾਵਾਂਗੇ। ਇੰਨੀ ਗੱਲ ਸਮਝ ਆਈ ਜੀ ਸਭ ਨੂੰ? ਹਾਂਜੀ ਠੀਕ ਹੈ। ਹੁਣ ਬਸ ਜਾਂਦੇ ਜਾਂਦੇ ਇੱਕ ਬੜੀ ਛੋਟੀ ਜਿਹੀ ਚੀਜ਼ ਆਪਾਂ ਕਰਨੀ ਹੈ, ਚਲੋ ਇਹ ਫਿਰ ਕੱਲ ਕਰਵਾਵਾਂਗੇ, ਨਹੀਂ ਤਾਂ ਜ਼ਿਆਦਾ ਹੋ ਜਾਣਾ, ਫਿਰ ਤੁਹਾਡੇ ਦਿਮਾਗ 'ਚ ਪੈਣੀ ਨਹੀਂ ਇਹ ਗੱਲ। ਠੀਕ ਹੈ। ਅੱਛਾ, ਇੱਕ ਗੱਲ ਹੋਰ ਦੱਸੋ ਭਾਜੀ, ਇਹ ਸਾਰਾ ਕੰਸੈਪਟ ਇੰਟਰਾਡੇ ਤੇ ਹੁੰਦਾ ਹੈ ਕਿ ਲੌਂਗ ਟਰਮ ਤੇ ਵੀ ਹੁੰਦਾ ਹੈ? ਜਿਹੜਾ ਆਪਾਂ ਸ਼ਾਰਟ ਕਰਦੇ ਹਾਂ ਸਾਰਾ, ਕਿਉਂਕਿ ਆਪਾਂ ਸ਼ਾਰਟ ਕਰ ਹੀ ਇੱਕ ਸਿੰਗਲ ਡੇ ਵਾਸਤੇ ਸਕਦੇ ਹਾਂ,